यशोदा बहन को जो है हम बोलते हैं कि उसको भी अधिकार मिले, जो मोदी की पत्नी है, काफ़ी लोगों को पता नहीं होगा, यशोदा बहन जिसने केस डाला है मोदी के ऊपर, ये अलग होने के बाद उसको कोई भी जो है सहूलियत नहीं मिली गई। किस मिट्टी का है ये मेरे को समझ में नहीं आता है कि ये प्रधानमंत्री है या गंध मंत्री है, ये है कैसा इंसान। 35 साल इन्हें भीख मांगी, किसी ने देखा नहीं इसको भीख मांगते हुए। अच्छा, फिर इन्हें 35 साल की उम्र में ही जो है BA भी कर ली, किसी ने इसको पढ़ते हुए भी नहीं देखा। फिर इसने पता नहीं कौन से रेलवे स्टेशन में ट्रेन में जो है चाय बांटी, लेकिन एक इसका दोस्त आज तक नहीं मिला। और फिर ये मोदी कहता है कि मेरी जेब में तो 1 रुपया नहीं होता, मेरी माँ जो है मुझे 3000 रुपये देती है चोरी छिपे। भाई तेरी माँ के पास 3000 रुपये कहाँ से आते हैं? माएँ सबकी बराबर की है, लेकिन वो 3000 भी तो देता ही होगा ना, जो तो बोलता है कि 1 रुपया जो है मैं नहीं लेता। आज इसके 7 भाई हैं कि 5 भाई है, सारे अरबोपति है। मोदी के सारे भाई अरबोपति है। अमित शाह के जो दामाद है उसकी फैक्ट्री जो है 1000 करोड़ मुनाफे में चली गई, पूरे देश को बेच दिया है, GDP नीचे लेकर आ गया, रेलवे बेच दी। बस अब ये है कि मैं फिर से ही बोलूँगा, मोदी सरकार के MLA MP सारे चेक करो, सारे डायपर डाल के घूम रहे हैं आजकल, सबकी हल्दी निकल रही है और पंजाब में कैंडिडेट नहीं मिल रहा है। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗੱਡੀਆਂ ਅਸੀਂ ਲਾਤੀਆਂ ਨੇ ਹੁਣ ਪਾਰਕਿੰਗ 'ਚ ਤੇ ਹੁਣ ਕਹਿੰਦੇ ਨੇ ਕਿਸਾਨਾਂ ਦੇ ਜਹਾਜ਼ ਤੇ ਸਵਾਰ ਹੋ ਗਏ ਆ। ਅੱਗੇ ਦਾ ਸਫ਼ਰ ਹੁਣ ਜਹਾਜ਼ਾਂ ਤੇ ਤੈਅ ਹੋਊਗਾ ਤੇ ਵਿਸ਼ਾਲ ਨਾਥ ਵੀ ਮੇਰੇ ਨਾਲ ਹੀ ਨੇ ਵੀਰ। ਤੇ ਦੇਖ ਸਕਦੇ ਹੋ ਹਰ ਪਾਸੇ, ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਘੁਮਾ ਕੇ ਸਾਰੇ ਪਾਸੇ ਦਿਖਾਓ ਕਿੱਦਾਂ, ਮਤਲਬ ਤਿਲ ਸੁੱਟਣ ਨੂੰ ਥਾਂ ਨਹੀਂ ਹੈ। ਹਲੇ ਅਸੀਂ ਦਿੱਲੀ ਤੋਂ ਤਕਰੀਬਨ 35-40 ਕਿਲੋਮੀਟਰ ਪਿੱਛੇ ਆ ਤੇ ਇੰਨਾ ਹੀ ਸਫ਼ਰ ਪਿੱਛੋਂ ਅਸੀਂ ਤੈਅ ਕਰਕੇ ਆ ਚੁੱਕੇ ਹਾਂ ਤੇ ਆਹੀ ਹਾਲ ਸੀਗਾ ਉੱਥੇ ਵੀ। ਪਰ ਜੇ ਅਸੀਂ ਤੈਅ ਕੀਤਾ ਹੈ ਕਿ ਦਿੱਲੀ ਜਾਣਾ ਆ ਤੇ ਦਿੱਲੀ ਪਹੁੰਚਣਾ ਆ ਤੇ ਪਹੁੰਚਾਂਗੇ, ਪਹੁੰਚ ਚੁੱਕੇ ਆ, ਜਿੱਤ ਚੁੱਕੇ ਆ। ਪਰ ਗੰਦੀਆਂ ਜਿਹੜੀਆਂ ਸਰਕਾਰਾਂ ਨੇ ਉਹ ਝੁਕਣ ਨੂੰ ਤਿਆਰ ਨਹੀਂ, ਉਹ ਹੁਣ ਝੁਕਾਣੀਆਂ ਨੇ, ਕਿਉਂਕਿ 26 ਜਨਵਰੀ ਨੇ ਤਾਂ ਇਹ ਦਿਖਾਤਾ ਕਿ ਕਿਸਾਨ ਮਜ਼ਦੂਰ ਨੌਜਵਾਨ ਏਕਤਾ 'ਚ ਕਿੰਨਾ ਦਮ ਹੈ। ਪਰ ਹੁਣ 1 ਫਰਵਰੀ ਨੂੰ ਜੋ ਹੁਣ ਪਿੱਛੋਂ ਗੱਲ ਮੈਂ ਕਰਦਾ ਆ ਰਿਹਾ ਕਿਸਾਨ ਜਥੇਬੰਦੀਆਂ ਨਾਲ ਜਾਂ ਆਗੂਆਂ ਨਾਲ ਜਾਂ ਨੌਜਵਾਨਾਂ ਨਾਲ, ਉਹਨਾਂ ਨੇ ਇੱਕੋ ਹੀ ਗੱਲ ਕਹੀ ਹੈ ਵੀ 1 ਫਰਵਰੀ ਨੂੰ ਅਸੀਂ ਸੰਸਦ ਦਾ ਘਿਰਾਅ ਕਰਾਂਗੇ। ਆਹ ਜਿਹੜੇ ਟਰੈਕਟਰ ਉਰੇ ਹੁਣ ਰੈਲੀਆਂ ਕੱਢਣ ਨੂੰ ਕਰਨਾ ਨਾ ਇਹਨਾਂ ਨੇ, ਇਹ ਪੈਦਲ ਮਾਰਚ ਕੱਢਣਗੇ ਉਦਣ ਤੇ ਸੰਸਦ ਘੇਰਨਗੇ ਤੇ ਉਦਣ ਫਿਰ ਢੇਰੀ ਕਰਨਗੇ ਮੰਤਰੀ ਭਾਜਪਾ ਦੇ। ਫਿਰ ਆਪਣੀਆਂ ਧੋਤੀਆਂ ਟੋਪੀਆਂ ਬਚਾ ਲਿਓ ਕਿਹੜੇ ਪਾਸੇ ਨੂੰ ਭੱਜਣਾ ਹੈ। ਉਸ ਤੋਂ ਪਹਿਲਾਂ ਆ ਬਿੱਲ ਰੱਦ ਕਰਵਾ ਕੇ ਆਪਣੀ ਇੱਜ਼ਤ, ਆਪਣੀ ਸ਼ਾਖ ਜਿਹੜੀ ਬਚਾਉਣੀ ਹੈ ਬਚਾ ਲਓ। ਇੰਨੀਆਂ ਕਿ ਮੈਂ ਬੇਨਤੀਆਂ ਜ਼ਰੂਰ ਕਰਾਂਗਾ ਵੀ ਤੁਸੀਂ ਘੱਟੋ ਘੱਟ ਥੋੜ੍ਹੀ ਜਿਹੀ ਸ਼ਰਮ ਕਰ ਲਓ ਵੀ ਜ਼ਿੰਦਾਬਾਦ 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 ਕਿ ਘੱਟੋ ਘੱਟ 4-5 ਮਹੀਨਿਆਂ ਤੋਂ ਲਗਾਤਾਰ ਸਾਡੀਆਂ ਧੀਆਂ, ਸਾਡੀਆਂ ਭੈਣਾਂ, ਸਾਡੇ ਬਜ਼ੁਰਗ ਪਹਿਲਾਂ ਪੰਜਾਬ ਤੇ ਉਸ ਤੋਂ ਬਾਅਦ ਦਿੱਲੀ ਦੀਆਂ ਬਰੂਹਾਂ ਤੇ ਆ ਕੇ ਬੈਠੇ ਹੋਏ ਨੇ ਆਪਣੇ ਹੱਕਾਂ ਵਾਸਤੇ। ਤੇ ਤੁਹਾਡਾ ਗੋਦੀ ਮੀਡੀਆ ਕਦੀ ਉਹਨਾਂ ਨੂੰ ਵੱਖਵਾਦੀ, ਕਦੀ ਨਕਸਲਵਾਦ, ਕਦੀ ਅੱਤਵਾਦੀ ਦੱਸਦਾ ਆ ਤੇ ਫਿਰ ਪੁੱਛਦਾ ਆ ਵੀ ਫੰਡਿੰਗ ਕਿੱਥੋਂ ਹੋ ਰਹੀ। ਉਦੋਂ ਤੁਸੀਂ ਕਿਉਂ ਨਹੀਂ ਫੰਡਿੰਗ ਪੁੱਛੀ ਜਦੋਂ ਕਰੋਨਾ ਕਾਲ ਦੇ ਵਿੱਚ ਗੁਰਦੁਆਰਿਆਂ 'ਚੋਂ ਆਪ ਅਨਾਊਂਸ ਕਰਵਾਇਆ ਸੀ ਸਰਕਾਰਾਂ ਨੇ ਵੀ ਜਿਹਨਾਂ ਨੂੰ ਰਾਸ਼ਨ ਚਾਹੀਦਾ ਆ, ਜਿਹਨਾਂ ਨੂੰ ਭੋਜਨ ਚਾਹੀਦਾ, ਉਹ ਗੁਰਦੁਆਰਿਆਂ 'ਚ ਜਾ ਕੇ ਲੈਣ। ਤੇ ਅਸੀਂ ਗੁਰਦੁਆਰਿਆਂ ਅੱਗੇ ਬੇਨਤੀ ਕਰਦੇ ਹਾਂ ਵੀ ਉਹ ਗਰੀਬਾਂ ਦੇ ਘਰ ਘਰ ਰਾਸ਼ਨ ਪਹੁੰਚਾਉਣ। ਉਦੋਂ ਕਿਉਂ ਨਹੀਂ ਮੋਦੀ ਸਰਕਾਰ ਦੇ ਜ਼ਿਹਨ 'ਚ ਆਇਆ ਕਿ ਭਾਈ ਫੰਡਿੰਗ ਗੁਰਦੁਆਰਿਆਂ ਨੂੰ ਕਿੱਥੋਂ ਹੁੰਦੀ ਆ। ਆਹ ਜਦੋਂ ਹੁਣ ਕਿਸਾਨੀ ਘੋਲ ਚੱਲ ਪਿਆ ਤਾਂ ਤੁਹਾਡੇ ਜ਼ਿਹਨ ਦੇ ਵਿੱਚ ਬਹੁਤ ਸਾਰੇ ਪੁੱਠੇ ਸਵਾਲ ਆ ਰਹੇ ਨੇ। ਇੱਕ ਦਾ ਜਵਾਬ ਅਸੀਂ ਦੇ ਵੀ ਰਹੇ ਹਾਂ, ਦਿੰਦੇ ਰਵਾਂਗੇ, ਕਿਉਂਕਿ ਤੁਹਾਡੇ ਗੋਦੀ ਮੀਡੀਆ ਵਾਂਗ 2 ਡਾਂਗਾਂ ਦਿਖਾ ਕੇ ਅਸੀਂ ਇਹ ਨਹੀਂ ਦਰਸਾਉਣਾ कि देखो जी किसान तो लाठियाँ चला रहे हैं, देखो जी किसान ने तलवार उठाई हुई है, हथियार उठा रखे हैं। वो तुसी दिखाने हो आ हथियार किसानां दे ट्रैक्टर हक लैन चले ने, सच्चाई ईमानदारी नाल चले ने। असी बैठे हाँ, चाले पै रहे ने, थोड़ी देर बाद गेड़ा अगे दिता जा रहा है। तुर तुर के भी थक गए सी, कई किलोमीटर गड्डी दे विच रिड़दे आए हाँ ते उस तो बाद असी हौली हौली तुर के अगे आए हाँ कई किलोमीटर ते हुण असी किसानां दे जहाज ते सवार हो गए हैं। ते जहाज
ਹੌਲੀ ਹੌਲੀ ਅੱਗੇ ਵਧ ਰਹੇ ਨੇ, ਕਿਉਂਕਿ ਇਸ ਰਨਵੇ ਦੇ ਉੱਤੇ ਜਹਾਜ਼ ਬਹੁਤ ਜ਼ਿਆਦਾ ਨੇ ਸਾਡੇ ਕਿਸਾਨਾਂ ਦੇ। ਇਹ ਰਨਵੇ ਪੂਰਾ ਦਾ ਪੂਰਾ ਇਸ ਵੇਲੇ ਕਹਿ ਸਕਦੇ ਹਾਂ ਕਿ ਖਚਾ ਖਚ ਕਿਸਾਨੀ ਜਹਾਜ਼ਾਂ ਦੇ ਨਾਲ ਭਰਿਆ ਹੋਇਆ ਆ, ਤੇ ਪਾਇਲਟਾਂ ਦੀ ਕੋਈ ਘਾਟ ਨਹੀਂ ਹੈਗੀ, ਹਰ ਪਾਸੇ ਪਾਇਲਟ ਹੀ ਪਾਇਲਟ ਨੇ। ਤੇ ਮੈਂ ਹੁਣ ਵਿਸ਼ਾਲ ਨਾਥ ਵੀਰ ਨੂੰ ਕਹਾਂਗਾ ਕਿ ਉਹ ਆਪਣੀਆਂ ਭਾਵਨਾਵਾਂ ਜ਼ਾਹਿਰ ਕਰਨ ਕਿ ਆਖਿਰ ਕਿਸਾਨਾਂ ਦੇ ਜਹਾਜ਼ 'ਚ बैठ के कितना ਦਾ ਲੱਗ ਰਿਹਾ है। भाई बहुत बढ़िया लग रहा है। बस सरकार से गुजारिश है, अब ये ना बोल देना कि ये जो है आतंकवादियों के टैंक लेकर आ गए थे। ये ट्रैक्टर है, ये किसानों के टैंक है, ठीक है। और दिल की बात तो अब यशोदा बहन कर रही है कि यशोदा बहन को जो है हम बोलते हैं कि उसको भी अधिकार मिले, जो मोदी की पत्नी है। काफ़ी लोगों को पता नहीं होगा यशोदा बहन जिसने केस डाला है मोदी के ऊपर कि अलग होने के बाद उसको कोई भी जो है सहूलियत नहीं मिली गई। ये कौन सी मिट्टी का जमा जो है, किस मिट्टी का है ये मेरे को समझ में नहीं आता है कि ये प्रधानमंत्री है या गंध मंत्री है, ये है कैसा इंसान। 35 साल इन्हें भीख मांगी, किसी ने देखा नहीं इसको भीख मांगते हुए। अच्छा, फिर इन्हें 35 साल की उम्र में जो है BA भी कर ली, किसी ने इसको पढ़ते हुए भी नहीं देखा। फिर इसने पता नहीं कौन से रेलवे स्टेशन में ट्रेन में जो है चाय बांटी, लेकिन एक इसका दोस्त आज तक नहीं मिला। और फिर ये मोदी कहता है कि मेरी जेब में तो 1 रुपया नहीं होता, मेरी माँ जो है मुझे 3000 रुपये देती है चोरी छिपे। भाई तेरी माँ के पास 3000 रुपये कहाँ से आते हैं? माएँ सबकी बराबर की है, लेकिन वो 3000 भी तू देता ही होगा ना, जो तू बोलता है कि 1 रुपया जो है मैं नहीं लेता। आज इसके 7 भाई हैं कि 5 भाई है, सारे अरबोपति है। मोदी के सारे भाई अरबोपति है। अमित शाह के जो दामाद है उसकी फैक्ट्री जो है 1000 करोड़ मुनाफे में चली गई, पूरे देश को बेच दिया है। GDP नीचे लेकर आ गया, रेलवे बेच दी। बस अब ये है कि मैं फिर से ही बोलूँगा, मोदी सरकार के MLA MP सारे चेक करो, सारे डाइपर डाल के घूम रहे हैं आजकल, सबकी हल्दी निकल रही है और पंजाब में कैंडिडेट नहीं मिल रहा है। आज पंजाब में बीजेपी सरकार एक कैंडिडेट खड़ा नहीं कर पा रही है, तो ये बीजेपी सरकार तो जाने वाली है। ये बीजेपी सरकार बैठी है तो सिर्फ और सिर्फ EVM के जो घटोला है वो है घपले के ऊपर बैठी है कि हम तो घपला करके जीत जाएंगे। बिल्कुल उसी के ऊपर बैठी है। EVM की अगर बात की जाए तो EVM को लेकर बहुत ਸਾਰੀ ਪ੍ਰੋਬਲਮਸ ਪਹਿਲੇ ਵੀ ਸਾਹਮਣੇ ਆਈ ਹੈ, ਤੇ EVM ਨੂੰ ਲੈ ਕੇ ਸ਼ੱਕ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਹੈਗਾ ਆ। ਤੇ ਪਹਿਲਾਂ ਅਕਾਲੀ ਜਦੋਂ ਭਾਜਪਾ ਦੇ ਨਾਲ ਜੱਫੀ ਪਾ ਕੇ ਖੜੇ ਸੀ ਉਦੋਂ ਨਹੀਂ ਸੀ ਬੋਲਦੇ, ਤੇ ਹੁਣ ਜਦੋਂ ਟੁੱਟ ਗਈ ਆ ਜੱਫੀ, ਹੁਣ ਜਿਹੜਾ ਰਿਸ਼ਤਾ 20-25 ਸਾਲਾਂ ਦਾ ਟੁੱਟ ਗਿਆ ਤਾਂ ਹੁਣ ਆਪਣੇ ਹੀ ਆਪਣਿਆਂ ਦੇ ਪੋਤੜੇ ਫੇ ਫੋਲਦੇ ਹੁੰਦੇ ਆ। ਹੁਣ ਅਕਾਲੀ ਦਲ EVM ਤੇ ਉਹੀ ਸਵਾਲ ਚੱਕਦੇ ਨੇ, ਪਰ ਇਹਨਾਂ ਨੂੰ ਕੋਈ ਪੁੱਛੇ ਸਹੀ ਵੀ ਤੁਹਾਡੀ ਜਾਤ ਕੀ ਆ ਤੇ ਤੁਹਾਡੀ ਔਕਾਤ ਕੀ ਆ। ਤੁਸੀਂ ਵੀ ਤਾਂ ਇਸੇ ਪਾਰਟੀ ਦੇ ਨਾਲ ਗੱਠਜੋੜ ਕਰਕੇ ਸੱਤਾ ਤੇ ਕਾਬਜ਼ ਹੋਏ ਸੀ, ਬੇਸ਼ੱਕ ਸੁਖਵੀਰ ਸਿੰਘ ਬਾਦਲ ਹੋਵੇ, ਹਰਸਿਮਰਤ ਕੌਰ ਬਾਦਲ ਹੋਵੇ। ਹੁਣ ਅੱਜ ਉਹ ਕਿਸਾਨੀ ਹੱਕਾਂ ਦੀ ਗੱਲ ਕਰਦੇ ਆ, ਕਿਸਾਨੀ ਸੰਘਰਸ਼ ਦੀ ਗੱਲ ਕਰਦੇ ਆ, ਪਰ ਕਿਸਾਨੀ ਹੱਕ, ਕਿਸਾਨੀ ਸੰਘਰਸ਼ ਇਹ ਸਾਨੂੰ ਵਿੱਢਣ ਦੀ ਲੋੜ ਹੀ ਨਾ ਪੈਂਦੀ ਜੇ ਤੁਹਾਡੀਆਂ ਹਕੂਮਤਾਂ ਚੰਗੀਆਂ ਹੁੰਦੀਆਂ। 5 ਵਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀ ਸੱਤਾ ਤੇ ਕਾਬਜ਼ ਰਹੇ ਨੇ, 5 ਵਾਰ, ਮਤਲਬ 25 ਸਾਲ ਉਹਨਾਂ ਨੇ ਪੰਜਾਬ ਦਾ ਰਾਜ ਭਾਗ ਭੋਗਿਆ। ਪਰ ਪੰਜਾਬ ਨੂੰ ਕੀ ਦਿੱਤਾ? ਨਸ਼ਾ, ਬੇਰੁਜ਼ਗਾਰੀ, ਬੇਅਦਬੀਆਂ, ਉਸ ਤੋਂ ਬਾਅਦ ਆ ਕਿਸਾਨਾਂ ਦੀਆਂ ਖੁਦਕੁਸ਼ੀਆਂ। ਤੇ ਕੈਪਟਨ ਨੇ ਤਾਂ ਜਮਾ ਹੀ ਸਿਰਾ ਕਰਵਾਤਾ। ਜਿਹੜੇ ਝੂਠੇ ਵਾਅਦੇ ਕੀਤੇ, ਗੁਟਕਾ ਸਾਹਿਬ ਹੱਥ 'ਚ ਫੜ ਕੇ ਝੂਠੀਆਂ ਸੌਹਾਂ ਖਾਧੀਆਂ, ਪੰਜਾਬ ਦੀ ਆਵਾਮ ਨੂੰ ਠੱਗਿਆ ਇੰਨਾ, ਉਹ ਪੰਜਾਬ ਦੀ ਆਵਾਮ ਕਦੇ ਨਹੀਂ ਭੁੱਲ ਸਕਦੀ। ਹੁਣ ਤੁਸੀਂ ਜਿੰਨੇ ਮਰਜ਼ੀ ਵਾਅਦੇ ਕਰ ਲਓ, ਜਿੰਨੇ ਮਰਜ਼ੀ ਦਾਅਵੇ ਕਰ ਲਓ, ਪੰਜਾਬ ਦੀ ਆਵਾਮ ਤੁਹਾਨੂੰ ਕਦੇ ਇਨ ਫਿਊਚਰ ਨਾ ਤਾਂ ਵੋਟ ਪਾਊ ਤੇ ਨਾ ਤੁਹਾਨੂੰ ਕਦੇ ਆਪਣਾ ਪੱਲਾ ਫੜਾਊ। ਹੁਣ ਜੋ ਕਿਸਾਨਾਂ ਨੇ ਕਿਹਾ ਕਿ ਆਹ ਰਵਾਇਤੀ ਪਾਰਟੀਆਂ ਅਕਾਲੀ, ਭਾਜਪਾ, ਕਾਂਗਰਸ ਦੇ ਆਗੂ ਜੇ ਸਾਨੂੰ ਦਿਖ ਗਏ ਸਾਡੇ ਪਿੰਡਾਂ 'ਚ ਜੁੱਤੀਆਂ ਮਾਰ ਕੇ ਕੱਢਾਂਗੇ ਬਾਹਰ। ਕੀ ਗੱਲ ਵੀਰ, ਇਹੀ ਗੱਲ ਹੈ? ਬਿਲਕੁਲ ਆਹੀ ਗੱਲ ਹੈ ਵੀਰ ਜੀ। ਆਪਾਂ ਨੇ ਆਪਣੇ ਪਿੰਡ 'ਚ ਵੀ ਆਹੀ ਲਿਖ ਕੇ ਲਾਇਆ ਹੋਇਆ ਹੈ, JJP ਤੇ BJP ਦਾ ਪਿੰਡ 'ਚ ਆਉਣਾ ਬਿਲਕੁਲ ਮਨਾ ਹੈ। ਜੇ ਕੋਈ ਆਏਗਾ ਆਪਣੀ ਜ਼ਿੰਮੇਵਾਰੀ ਤੇ ਆਵੇ, ਉਹਦੇ ਛਿੱਤਰ ਨਾਲ ਪਰੇਡ ਹੋ ਸਕਦੀ ਹੈ, ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਣੀ ਉਹਦੇ 'ਚ। ਲਓ ਜੀ, ਇਹ ਮੈਨੂੰ ਪਤਾ ਨਹੀਂ ਸੀ, ਵੀਰ ਨੇ ਵਧੀਆ ਕੀਤਾ ਦੱਸਤਾ, ਕਹਿੰਦੇ ਪਿੰਡਾਂ ਦੇ ਵਿੱਚ ਲਿਖ ਕੇ ਲਾਤਾ ਆ।
ਵੀ ਬੀਜੇਪੀ ਜੇ ਜੇਕਰ ਇੱਧਰ ਵੜਦੇ ਆ ਤਾਂ ਫਿਰ ਛਿੱਤਰ ਫੇਰ ਕੇ ਕੱਢਿਆ ਜਾਊਗਾ ਪਿੰਡਾਂ ਚੋਂ ਬਾਹਰ। ਤਾਂ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਤੁਸੀਂ ਕਿੱਥੇ ਕੀ ਖੜੇ ਹੋ। ਤੁਹਾਨੂੰ ਰਾਜ ਭਾਗ ਦਿੱਤਾ ਸੀ, ਸਾਨੂੰ ਇੰਨਾ ਕੁਝ ਕਰਨ ਦੀ ਕਿਸਾਨਾਂ ਨੂੰ ਜ਼ਰੂਰਤ ਨਹੀਂ ਸੀਗੀ। ਆ ਬਹੁਤ ਵਧੀਆ ਕੰਮ ਆਪਣਾ ਚਲੋ ਪ੍ਰਮਾਤਮਾ ਨੇ ਸ਼ੁਕਰ ਨਾਲ ਰੋਜੀ ਰੋਟੀ ਚੱਲਦੀ ਸੀ। ਇਹਨਾਂ ਇੰਨਾ ਮਜਬੂਰ ਕਰਤਾ ਕਿਸਾਨਾਂ ਨੂੰ, ਇਹਨੇ ਸਰਕਾਰ ਨੇ ਇੰਨਾ ਮਜਬੂਰ ਕਰਤਾ। ਤੁਸੀਂ ਆਪ ਦੇਖ ਸਕਦੇ ਹੋ, ਇਹਨਾਂ ਲੱਖ ਬੰਦਾ ਕਰੋੜਾਂ ਦੇ ਹਿਸਾਬ ਨਾਲ ਇੱਥੇ ਦਿੱਲੀ ਪੁੱਜਿਆ ਹੋਇਆ। ਸਾਰੇ ਕੰਮਕਾਰ ਛੱਡ ਕੇ, ਪਿੰਡ ਛੱਡ ਕੇ, ਜੇ ਪਿੱਛੇ ਤੋਂ ਕੋਈ ਕਿਸੇ ਦੇ ਘਰ 'ਚ ਕੋਈ ਵਾਰਦਾਤ ਹੋਵੇ ਕੌਣ ਉਹਦਾ ਜ਼ਿੰਮੇਵਾਰ ਹੋਊਗਾ? ਇੰਨੇ ਸਾਡੇ ਭਰਾ ਸ਼ਹੀਦ ਹੋ ਗਏ ਨੇ, ਉਹਦਾ ਜ਼ਿੰਮੇਵਾਰ ਕੌਣ ਹੈ? ਇੱਥੇ ਇੱਕ ਵੀ ਦਿਨ ਇਹਨਾਂ ਦਾ ਕੋਈ ਬਿਆਨ ਕੋਈ ਸਟੇਟਮੈਂਟ ਨਹੀਂ ਆਈ ਸਰਕਾਰ ਦੀ, ਮੋਦੀ ਸਰਕਾਰ ਦੀ, ਮੋਦੀ ਦੀ, ਕਿਸੇ ਦੀ ਵੀ, ਖੱਟਰ ਦੀ, ਕਿ ਉਹ ਸ਼ਹੀਦ ਹੋਏ ਨੂੰ ਸ਼ਰਧਾਂਜਲੀ ਦਈਏ ਆਪਾਂ। ਕੋਈ ਸਟੇਟਮੈਂਟ ਆਈ ਹੋਵੇ? ਇੱਕ ਦਿਨ ਵੀ ਕੋਈ ਨਹੀਂ ਆਈ। ਤਾਂ ਫਿਰ ਬਹੁਤ ਗਲਤ ਹੈ। ਕੋਈ ਵੀ ਗੱਲ ਹੋ ਜਾਂਦੀ ਹੈ, ਮੋਦੀ ਜੀ ਉੱਥੇ ਅੰਬਾਨੀ ਅਡਾਨੀ ਨੇ ਪੋਤੇ ਨੂੰ ਤਾਂ ਆਸ਼ੀਰਵਾਦ ਦੇਖਣ ਉਹਦੇ ਹਸਪੀਟਲ 'ਚ ਪਹੁੰਚ ਗਏ ਸੀ। ਕਿਸਾਨ ਇੱਥੇ ਮਰ ਰਿਹਾ, ਉਹਨਾਂ ਦੀ ਖਬਰ ਦੇਣ ਇੱਥੇ ਪਹੁੰਚੇ ਨਹੀਂ। ਤਾਂ ਕਿੰਨੀ ਸ਼ਰਮ ਦੀ ਗੱਲ ਹੈ। ਕਿਸਾਨਾਂ ਨੂੰ ਮਜਬੂਰ ਹੋ ਕੇ ਆ ਸਟੈਪ ਚੁੱਕਣਾ ਪਿਆ, ਇੱਥੇ ਆਏ ਆ। ਤੇ ਹੁਣ ਫਿਰ ਦੇਖ ਲਓ ਸਾਰਾ ਹਿੰਦੁਸਤਾਨ ਵਰਲਡ ਲੈਵਲ ਤੇ ਆ ਗੱਲ ਜਾ ਰਹੀ ਆ, ਪੂਰੀ ਮੀਡੀਆ ਰਾਹੀਂ ਦੇਖ ਰਹੇ ਆ ਕਿ ਮਤਲਬ ਕਿ ਕਿੰਨਾ ਮਜਬੂਰ ਹੋ ਗਿਆ। ਬਹੁਤ ਜ਼ਿਆਦਾ ਮਜਬੂਰ ਕਰਤਾ ਉਹਨਾਂ ਨੇ ਕਿਸਾਨ ਨੂੰ। ਕਿ ਹੁਣ ਤਾਂ ਸ਼ਰਮ ਕਰਨੀ ਚਾਹੀਦੀ ਆ ਮੋਦੀ ਨੂੰ, ਕਿ ਸ਼ਰਮ ਕਰ ਲੈ, ਗਣਤੰਤਰ ਦਿਵਸ ਤੇ ਹੀ ਕਰ ਲੈਂਦਾ ਘੱਟੋ ਘੱਟ, ਕਿ ਹਾਜੀ ਕਰ ਦਿੰਦਾ ਕਿ ਭਾਈ ਅੱਜ ਮੇਰੇ ਤੋਂ ਗਲਤੀ ਹੋ ਗਈ, ਗਲਤੀ ਮੰਨ ਕੇ ਆਪਣਾ ਕਾਨੂੰਨ ਨੂੰ ਰੱਦ ਕਰੇ। ਇਹਨਾਂ ਨੂੰ ਆਪਾਂ ਨੂੰ ਸਿਰਫ ਆਈ ਚਾਹੀਦਾ ਕਾਨੂੰਨ ਰੱਦ ਕਰੋ, ਕਿਉਂ ਜੇ ਕਾਨੂੰਨ ਚੱਲਦੇ ਰਹੇ ਤਾਂ ਬਣ ਰਹੇ ਆ ਤੇ ਕਿਸਾਨ ਨੇ ਜਿਹੜਾ ਬਚਿਆ ਕੁਝ ਬਿਲਕੁਲ ਹੀ ਖਤਮ ਹੋ ਜਾਣਾ, ਬਿਲਕੁਲ ਮਰ ਜਾਣਾ ਉਹਨੇ, ਉਹਦੇ ਪੱਲੇ ਹੋਰ ਕੁਝ ਨਹੀਂ ਰਹਿਣਾ। ਕਿਸਾਨ ਦਾ ਕੀ ਹੈ ਮਤਲਬ ਪੂਰਾ ਦੇਸ਼ ਮਤਲਬ ਕਿ ਖਾਣੇ ਦਾ ਰੋਟੀ ਆ, ਸਭ ਨੇ ਕੁਝ ਵੀ ਕਰ ਲੈ, ਕਿੰਨੇ ਵੀ ਡਿਜੀਟਲ ਹੋ ਜਾਏ, ਡਿਜੀਟਲ ਦਾ ਨਾਰਾ ਲਾਉਂਦੇ ਆ। ਗੂਗਲ ਤੋਂ ਤਾਂ ਰੋਟੀਆਂ ਨਹੀਂ ਪਕਣੀਆਂ, ਰੋਟੀ ਤਾਂ ਕਿਸਾਨ ਦੇ ਖੇਤ ਤੋਂ ਹੀ ਆਉਣੀ ਹੈ। ਬਿਲਕੁਲ ਰੋਟੀ ਖੇਤ ਤੋਂ ਹੀ ਆਉਣੀ ਹੈ ਤੇ ਮਤਲਬ ਕਿ ਅਨਾਜ ਪੈਦਾ ਹੋਊਗਾ, ਕਿਸਾਨ ਅਨਾਜ ਪੈਦਾ ਕਰੂਗਾ ਤਾਂ ਹੀ ਰੋਟੀ ਬਣੂਗੀ। ਗੂਗਲ ਤੋਂ ਰੋਟੀਆਂ ਨਹੀਂ ਨਿਕਲਣੀਆਂ। ਜੇ ਮੋਦੀ ਕਹਿੰਦਾ ਗੂਗਲ ਤੋਂ ਰੋਟੀਆਂ ਨਿਕਲ ਜੂਗੀ, ਐਂ ਤਾਂ ਕਦੇ ਵੀ ਨਹੀਂ ਹੋ ਸਕਦਾ। ਜੇ ਐ ਹੋਵੇ ਤਾਂ ਆਪਾਂ ਹੁਣੇ ਅੱਜ ਹੀ ਵਾਪਸ ਚਲੇ ਜਾਵਾਂਗੇ ਤਾਂ ਗੂਗਲ ਤੋਂ ਰੋਟੀਆਂ ਪਕਾ ਕੇ ਦਿਖਾ ਦਿਓ। ਸਾਨੂੰ ਬਸ ਇਹੀ ਚਾਹੀਦਾ ਕਿ ਕਾਲੇ ਕਾਨੂੰਨ ਤਿੰਨੋਂ ਵਾਪਸ ਹੋਣ, ਬਿਲਕੁਲ ਵਾਪਸ ਹੋਣੇ ਚਾਹੀਦੇ ਆ। ਸਾਨੂੰ ਕੋਈ ਸੰਸ਼ੋਧਨ ਨਹੀਂ ਚਾਹੀਦਾ ਇਹਦੇ ਵਿੱਚ, ਬਿਲਕੁਲ ਵਾਪਸ ਹੋਣੇ ਚਾਹੀਏ। ਤੇ ਆਪਾਂ ਫਿਰ ਆਪਣੇ ਘਰ ਨੂੰ ਜਾਵਾਂਗੇ ਖੁਸ਼ੀ ਖੁਸ਼ੀ, ਆਪਣੇ ਤਿਰੰਗਾ ਇੱਥੇ ਗਣਤੰਤਰ ਦਿਵਸ ਮਨਾ ਕੇ। ਬਸ ਆਹੀ ਅਰਦਾਸ ਹੈ ਕਿ ਆ ਵਾਹਿਗੁਰੂ ਸੱਚੇ ਪਾਤਸ਼ਾਹ ਸ਼ੁਕਰ ਰੱਖੇ, ਮੋਦੀ ਨੂੰ ਮੱਤ ਦੇਵੇ ਤੇ ਕਾਲੇ ਕਾਨੂੰਨਾਂ ਨੂੰ ਵਾਪਸ ਲੇ। ਬਿਲਕੁਲ ਜੀ ਬਿਲਕੁਲ। ਮੋਦੀ ਸਰਕਾਰ ਨੂੰ, ਮੋਦੀ ਲਾਣੇ ਨੂੰ ਹਰ ਕੋਈ ਇਹੀ ਕਹਿ ਰਿਹਾ ਆ ਕਿ ਸਮੱਤ ਬਖਸ਼ੇ ਪਰਮਾਤਮਾ। ਕਿਉਂਕਿ ਮੋਦੀ ਨੇ ਪਹਿਲਾਂ ਜਦੋਂ GST ਥੋਪੀ, ਨੋਟਬੰਦੀ ਕੀਤੀ, ਕੋਈ ਨਹੀਂ ਕੁਝ ਬੋਲਿਆ। CAA ਦਾ ਐਡਾ ਪੰਗਾ ਪਿਆ, ਕੋਈ ਨਹੀਂ ਕੁਝ ਬੋਲਿਆ। 370 ਹਟਾਈ, ਕੋਈ ਨਹੀਂ ਕੁਝ ਬੋਲਿਆ। ਰੌਲਾ ਪਿਆ ਕੁਝ ਥਾਂ ਤੇ। ਪਰ ਜੇ ਕਿਤੇ ਪਹਿਲੀ ਵਾਰ ਹੀ ਜਦੋਂ ਨੋਟਬੰਦੀ ਕੀਤੀ ਸੀ ਇਸ ਤਰੀਕੇ ਨਾਲ ਜਨਤਾ ਨਿਕਲ ਆਂਦੀ ਨਾ ਬਾਹਰ, ਫਿਰ ਹੀ ਹਿੰਮਤ ਨਹੀਂ ਸੀ ਪੈਣੀ ਦੂਜਾ ਸਟੈਪ ਲੈਣ ਦੀ। ਹਿੰਮਤ ਪਈ ਹੈ ਕਾਰਨ ਅਸੀਂ ਆ, ਚੁੱਪ ਅਸੀਂ ਰਹੇ ਆ। ਅਸੀਂ ਇਹਨਾਂ ਗੰਦੀਆਂ ਸਰਕਾਰਾਂ ਨੂੰ ਅੱਗੇ ਵਧਣ ਦੀ ਹਿੰਮਤ ਦਿੱਤੀ ਆ, ਕਿਉਂਕਿ ਇਹਨਾਂ ਨੂੰ ਲੱਗਿਆ ਵੀ ਲੈ ਭਾਈ ਨੋਟਬੰਦੀ ਕਰਤੀ, ਅਸੀਂ ਤਾਂ ਵੱਡੇ ਵੱਡੇ ਬਿਜ਼ਨਸ ਘਰਾਣਿਆਂ ਦੇ ਸਾਰਾ ਕਾਲਾ ਪੈਸਾ ਚਿੱਟਾ ਕਰਵਾ ਲਿਆ ਤੇ ਗਰੀਬ ਮਾਰ ਵੀ ਕਰਤੀ। ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਇਹ ਤਾਂ ਬੇਵਕੂਫ ਜਾਇਆ ਜਨਤਾ। ਉਸ ਤੋਂ ਬਾਅਦ GST ਥੋਪਤੀ, ਉਹਦੇ ਵਿੱਚ ਭਾਰਤ ਦੇ ਖਜ਼ਾਨੇ ਭਰਨ ਦੀ ਸਕੀਮ ਬਣਾ ਲਈ, ਸੂਬਿਆਂ ਦੇ ਖਜ਼ਾਨੇ ਖਾਲੀ ਕਰਨ ਦੀ ਸਕੀਮ ਬਣਾ ਲਈ। ਹੁਣ ਚਾਹੇ ਹਰਿਆਣਾ ਹੋਵੇ ਤੇ ਚਾਹੇ ਪੰਜਾਬ ਹੋਵੇ, ਆਪਣਾ ਹੀ GST ਮੰਗਣ ਵਾਸਤੇ ਕੌਲਾ ਫੜ ਕੇ ਹਮੇਸ਼ਾ ਖੜਿਆ ਹੁੰਦਾ ਕੇਂਦਰ ਦੇ ਸਾਹਮਣੇ, ਭਾਈ ਸਾਡਾ GST ਦਾ ਪੈਸਾ ਸਾਨੂੰ ਵਾਪਸ ਦੇ ਦਿਓ। ਠੀਕ ਹੈ ਜੀ। ਉਸ ਤੋਂ ਬਾਅਦ ਜਿੰਨੀਆਂ ਇਹਨਾਂ ਦੇ ਸਕੀਮਾਂ ਘੜੀਆਂ, CAA ਕੀਤਾ, ਤੁਹਾਨੂੰ ਬਹੁਤ ਚੰਗੀ ਤਰ੍ਹਾਂ ਕਿਹੜੇ ਮੁਸਲਮਾਨ ਭਾਈਚਾਰੇ ਨੂੰ ਜਾਂ ਕਿਹੜੇ ਭਾਈਚਾਰੇ ਨੂੰ ਕਦੀ ਮਨਾ ਕੀਤਾ ਆ? ਅਗਰ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਕਿਸੇ ਨੇ ਦੂਜੇ ਮੁਲਕ ਤੋਂ ਆ ਕੇ ਇੱਥੇ ਦੀ ਨਾਗਰਿਕਤਾ ਲੈਣੀ ਆ ਤਾਂ ਉਹ ਲਵੇ ਜੋ ਕਾਨੂੰਨ ਬੋਲਦਾ ਆ ਉਸ ਹਿਸਾਬ ਦੇ ਨਾਲ। ਪਰ ਇਹ ਜਾਣ ਬੁੱਝ ਕੇ ਕਾਨੂੰਨ ਸਿਰਫ ਤੇ ਸਿਰਫ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਵਾਸਤੇ ਬਣਾਏ ਗਏ ਸੀ। ਤੇ 370 ਜਿਹੜੀ ਜੰਮੂ ਕਸ਼ਮੀਰ 'ਚ ਹਟਾਈ ਆ, ਉਹਦੇ ਪਿੱਛੇ ਦਾ ਕਾਰਨ ਸਿਰਫ ਇੱਕੋ ਹੀ ਸੀ ਕਿ ਹੁਣ ਤੱਕ JNK ਹੋ ਗਿਆ, ਹਿਮਾਚਲ ਹੋ ਗਿਆ, ਉਹਨਾਂ ਇਲਾਕਿਆਂ ਦੇ ਵਿੱਚ ਬਾਹਰੋਂ ਕੋਈ ਵੀ ਉੱਥੇ ਪ੍ਰਾਪਰਟੀ ਬਾਏ ਨਹੀਂ ਕਰ ਸਕਦਾ, ਜ਼ਮੀਨ ਨਹੀਂ ਖਰੀਦ ਸਕਦਾ। ਇਹ ਜਿੰਨੀਆਂ ਮਰਜ਼ੀ ਪੁੱਠੀਆਂ ਸਿੱਧੀਆਂ ਹਰਕਤਾਂ ਕਰ ਲੈਣ, ਪਰ ਮਲਕੀਅਤ ਉੱਥੇ ਦੇ ਲੋਕਾਂ ਦੀ ਰਹਿਣੀ, ਉੱਥੇ ਦੀ ਧਰਤੀ ਤੇ। ਇਹਨਾਂ ਨੇ 370 ਖਤਮ ਹੀ ਇਸ ਕਰਕੇ ਕੀਤੀ ਕਿ ਉੱਥੇ ਮਾਲਕੀ ਖਤਮ ਕਰਕੇ, ਜਿਹਦਾ ਪੰਜਾਬ ਨਹੀਂ ਇਹਨਾਂ ਨੇ ਕਰਤਾ। ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਦੇ ਬੰਦੇ ਆ ਕੇ 10-10, 20-20, 50-50 ਗੱਜ ਜਗ੍ਹਾ ਲੈ ਕੇ ਕਮਰੇ ਬਣਾ ਕੇ ਰਹਿੰਦੇ ਆ ਪੰਜਾਬ ਦੇ ਵਿੱਚ। ਸਾਨੂੰ ਕੋਈ ਫਰਕ ਨਹੀਂ ਪੈਂਦਾ, ਗੁਰੂਆਂ ਪੀਰਾਂ ਦੀ ਧਰਤੀ ਹੈ, ਜਿਹੜਾ ਮਰਜ਼ੀ ਆਵੇ ਤੇ ਵਸੇ। ਤੇ ਸਿਆਣੇ ਇਹ ਵੀ ਕਹਿੰਦੇ ਸੀ ਪੰਜਾਬ ਦਾ ਪਾਣੀ ਇੱਦਾਂ ਦਾ ਜਿਹਨੂੰ ਇੱਕ ਵਾਰ ਲੱਗ ਗਿਆ ਉਹ ਛੱਡ ਕੇ ਨਹੀਂ ਜਾਂਦਾ ਪੰਜਾਬ। ਇਸ ਕਰਕੇ ਹਰ ਧਰਮ ਹਰ ਵਰਗ ਵਸਿਆ ਪੰਜਾਬ ਤੇ। ਅਸੀਂ ਤਾਂ ਕਹਿੰਦੇ ਹੱਸਦਾ ਵਸਦਾ ਰਵੇ। ਪਰ ਹੁਣ ਹਿਮਾਚਲ ਜਾਂ ਜੰਮੂ ਕਸ਼ਮੀਰ ਦੀ ਗੱਲ ਕਰੀਏ, 370 ਸਿਰਫ ਇਸ ਕਰਕੇ ਹਟਾਈ ਸੀ
ਵੀ ਉੱਥੇ ਵੱਡੇ ਬਿਜ਼ਨਸ ਘਰਾਣੇ ਜ਼ਮੀਨਾਂ ਤੇ ਕਾਬਜ਼ ਹੋਣ। ਭਾਜਪਾ ਦੇ ਕਿਸੇ ਨੇਤਾ ਨੇ ਆਈ ਥਿੰਕ ਉੱਥੇ ਜ਼ਮੀਨ ਦਿੱਤੀ ਸੀ ਲੁਧਿਆਣੇ, ਪਿਛਲੇ ਆਈ ਥਿੰਕ ਹਫਤੇ ਦੀ ਹੀ ਗੱਲ ਹੈ ਜਾਂ ਲਾਸਟ ਵੀਕ ਦੀ ਗੱਲ ਹੈ, ਜਿਹਨੂੰ ਮਾਰ ਦਿੱਤਾ ਗਿਆ। ਉਹਨੇ ਜ਼ਮੀਨ ਖਰੀਦੀ ਸੀ ਕਸ਼ਮੀਰ 'ਚ ਜਾ ਕੇ। ਤੇ ਇਹੀ ਹੋਊਗਾ ਫਿਰ ਜੇ ਤੁਸੀਂ ਹੱਕ ਕਿਸੇ ਦੇ ਮਾਰੋਗੇ, ਆਪਣੇ ਆਪ ਨੂੰ ਜ਼ਿਆਦਾ ਸਮਝਦਾਰ ਤੇ ਮਿਹਨਤਕਸ਼ ਕਿਸਾਨਾਂ ਨੂੰ ਬੇਵਕੂਫ ਸਮਝੋਗੇ। ਜੰਮੂ ਕਸ਼ਮੀਰ ਦੀ ਆਵਾਮ ਪਿਛਲੇ 6-8 ਮਹੀਨਿਆਂ ਤੋਂ ਲਗਾਤਾਰ ਕੈਦ ਦੀ ਜ਼ਿੰਦਗੀ ਜੀ ਰਹੀ ਹੈ। ਬਹੁਤ ਵੀਡੀਓਜ਼ ਆਉਂਦੀਆਂ ਨੇ, ਆਏ ਦਿਨ ਪ੍ਰੋਟੈਸਟ ਹੁੰਦੇ ਨੇ। ਮੇਰੇ ਚੈਨਲ ਦੇ ਉੱਤੇ ਆਏ ਦਿਨ ਲਾਈਵ ਹੁੰਦਾ ਆ, ਫੇਸਬੁੱਕ 'ਤੇ ਤੁਸੀਂ ਦੇਖ ਸਕਦੇ ਹੋ। ਜੰਮੂ ਕਸ਼ਮੀਰ ਤੋਂ ਵੀ ਸਾਡੇ ਪੱਤਰਕਾਰ ਲਾਈਵ ਹੋ ਕੇ ਦਿਖਾਉਂਦੇ ਨੇ ਕਿ ਕੀ ਪ੍ਰੋਟੈਸਟ ਉੱਥੇ ਚੱਲ ਰਹੇ ਨੇ, ਕਿੱਦਾਂ ਤਸ਼ੱਦਦਾਂ ਕੀਤੀਆਂ ਜਾਂਦੀਆਂ ਨੇ ਲੋਕਾਂ ਦੇ ਉੱਤੇ। ਪਰ ਇਹਨਾਂ ਗੰਦੀਆਂ ਸਰਕਾਰਾਂ ਨੂੰ ਫਰਕ ਨਹੀਂ ਪੈਂਦਾ, ਪਰ ਹੁਣ ਪਏਗਾ, ਕਿਉਂਕਿ ਮਾਈ ਭਾਗੋ ਦੀਆਂ ਵਾਰਸਾਂ ਨੂੰ ਵੀ ਹੁਣ ਪਤਾ ਲੱਗ ਗਿਆ ਹੈ ਕਿ ਉਹ ਵਾਰਸ ਕਿਹਨਾਂ ਦੀਆਂ ਨੇ। ਤੇ ਸਰਕਾਰ ਵੀ ਜੀ ਬੋਖਲਾਈ ਪਈ ਹੈ ਬਿਲਕੁਲ ਹੀ ਆ, ਮਤਲਬ ਕਿ ਇਹਨੂੰ ਰਹਿ ਨਹੀਂ ਕਿ ਕੀ ਦਾ ਕਹਿਣਾ, ਕਿਸੇ ਨੂੰ ਕੀ ਨਹੀਂ ਕਹਿਣਾ, ਬਿਲਕੁਲ ਹੀ ਬੋਖਲਾ ਚੁੱਕੀ ਆ। ਸੋ ਆ ਬਹੁਤ ਕੁਝ ਕਹਿੰਦੀ ਆ, ਸ਼ੁਰੂ ਤੋਂ ਕਹਿੰਦੀ ਸੀ ਕਿ ਆ ਕਿਸਾਨ ਹੈਗੇ ਹੀ ਨਹੀਂ। ਕਹਿੰਦੇ ਕਿਸਾਨ ਤਾਂ ਉਹ ਹੁੰਦੇ ਆ ਕਿ ਜਿਹੜੇ ਪਾਟੇ ਕੱਪੜੇ ਹੋਇਆ, ਕੱਪੜੇ ਪਾਟੇ ਹੋਏ ਆ, ਧਸੇ ਹੋਏ ਆ ਸਾਰੇ। भाई राम नाल यार हद ओ आ रहा यार मिलाई कर रहा हद कर दी आप क्या अदा ना करो मेरा वीर ओ मेरा वीर अदा ना करो हद यार आपसे राम नाल चलो यार कोई गल नहीं ਕੋਈ ਫਰਕ ਨਹੀਂ ਪੈਂਦਾ ਯਾਰ, ਆਰਾਮ ਨਾਲ ਚੱਲੋ। अदा ना मेरा वीर अदा नहीं भाई जी ਚਲੋ ਚਲੋ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਠੰਡੇ ਰਹੋ, ਠੰਡੇ ਰਹੋ। ਹੁੰਦਾ ਰਹਿੰਦਾ ਹੈ। ਕੋਈ ਗੱਲ ਨਹੀਂ, 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 ਆਰਾਮ ਨਾਲ। ਓਕੇ ਤੇ ਆਹ ਮਾੜੀਆਂ ਮੋਟੀਆਂ ਚੀਜ਼ਾਂ ਹੁੰਦੀਆਂ ਰਹਿੰਦੀਆਂ। ਨੌਜਵਾਨ ਖੂਨ ਹੈ, ਗਰਮ ਖੂਨ ਹੈ, ਤੇ ਹਰ ਕਿਸੇ ਨੂੰ ਇਹ ਹੈ ਵੀ ਇੱਕ ਦੂਜੇ ਤੋਂ ਅੱਗੇ ਲੰਘਣਾ ਆ ਅਸੀਂ। ਤੇ ਪ੍ਰੋਗਰਾਮ ਵੀ ਚੱਲ ਰਿਹਾ, ਆਪਣਾ ਹੀ ਆ, ਅਸੀਂ ਲੰਘ ਜਾਣਾ ਆ। ਅਸੀਂ ਤਾਂ ਗੱਡੀਆਂ ਲਾਤੀਆਂ ਪਿੱਛੇ, ਅਸੀਂ ਤਾਂ ਜਹਾਜ਼ ਤੇ ਆ, ਕਿਸਾਨ ਵੀਰਾਂ ਦੇ ਜਹਾਜ਼ ਤੇ ਸਵਾਰ ਹੋ ਗਏ। ਅੱਧੀ ਟੀਮ ਪਿੱਛੇ ਬੈਠੀ, ਅੱਧੀ ਆ ਬੈਠੀ ਆ, ਤੇ ਅਸੀਂ ਤਾਂ ਤੁਰੇ ਆ ਆਪਣੇ ਮੰਜ਼ਿਲ ਵੱਲ ਨੂੰ, ਇਹਨਾਂ ਗੰਦੀਆਂ ਸਰਕਾਰਾਂ ਨੂੰ ਝੁਕਾਉਣ ਵਾਸਤੇ। ਤੇ ਗੱਲ ਅਸੀਂ ਜੰਮੂ ਕਸ਼ਮੀਰ ਦੀ ਕਰ ਰਹੇ ਸੀ ਵੀ ਉੱਥੇ ਜੋ ਕੁਝ ਵੀ ਹੋ ਰਿਹਾ ਹੈ, ਵਾਪਰ ਰਿਹਾ ਹੈ, ਉੱਥੇ ਦੀ ਆਵਾਮ ਉਸ ਤੋਂ ਕਤਈ ਖੁਸ਼ ਨਹੀਂ ਹੈ। ਪਰ ਇਹ ਗੰਦੀਆਂ ਸਰਕਾਰਾਂ ਉੱਥੇ ਦੇ ਲੋਕਾਂ ਨੂੰ ਗੁਲਾਮ ਬਣਾ ਕੇ ਮੁੜ ਕੇ ਉਹੀ ਗੰਦੀ ਸਿਆਸਤ ਰਚਣਾ ਚਾਹੁੰਦੀਆਂ ਨੇ, ਜਿਹੜੀ ਗੰਦੀ ਸਿਆਸਤ ਇਹਨਾਂ ਨੇ ਪੰਜਾਬ ਨਾਲ ਕਰਨ ਦੀ ਪਹਿਲਾਂ ਵੀ ਕੋਸ਼ਿਸ਼ ਕੀਤੀ। 84 ਪਹਿਲਾਂ ਜੋ ਦਿਖਾਈ, ਉਸ ਤੋਂ ਬਾਅਦ ਪੰਜਾਬ ਨੂੰ ਨਸ਼ੇੜੀ ਕਹਿ ਬਦਨਾਮ ਕੀਤਾ, ਅੱਤਵਾਦੀ ਵੱਖਵਾਦੀ ਕਹਿ ਬਦਨਾਮ ਕੀਤਾ, ਨੌਜਵਾਨਾਂ ਨੂੰ ਘਰਾਂ 'ਚੋਂ ਕੋਹ ਕੇ ਮਾਰਿਆ, ਅੱਤਵਾਦੀ ਕਹਿ ਮਾਵਾਂ ਦੀਆਂ ਕੁੱਖਾਂ ਉਜਾੜੀਆਂ, ਬੇਕਸੂਰਿਆਂ ਨੂੰ ਇੰਨੀ ਬੇਦਰਦੀ ਨਾਲ ਤਸ਼ੱਦਦਾਂ ਦੇ ਮਾਰਿਆ ਵੀ ਜਿਹੜੀਆਂ ਚੀਜ਼ਾਂ ਅਸੀਂ ਸੁਣਦੇ ਆ ਨਾ, ਤਾਂ ਉਹ 25 ਲਵਾਰਸ ਲਾਸ਼ਾਂ ਦਾ ਵਾਰਸ ਯਾਦ ਆ ਜਾਂਦਾ ਆ, ਜੋ ਆਪ ਉਹਨਾਂ ਲਵਾਰਸ ਲਾਸ਼ਾਂ ਦੀ ਨਿਸ਼ਾਨਦੇਹੀ ਕਰਦਾ ਗਵਾਚ ਗਿਆ, ਭਾਈ ਜਸਵੰਤ ਸਿੰਘ ਖਾਲੜਾ ਜੀ। ਤੇ ਉਹਨਾਂ ਦੇ ਪਰਿਵਾਰ ਜਦੋਂ ਉਹਨਾਂ ਦੇ ਧਰਮ ਪਤਨੀ ਜਾਂ ਹੋਰ ਲੋਕ ਜਿਹੜੇ ਉਹਨਾਂ ਦੇ ਨੇੜੇ ਹੈਗੇ ਨੇ ਉਹ ਦੱਸਦੇ ਨੇ ਉਸ ਸਮੇਂ ਬਾਰੇ, ਤਾਂ ਪਤਾ ਲੱਗਦਾ, ਅਹਿਸਾਸ ਹੁੰਦਾ ਹੈ ਕਿ ਕਿੰਨੀਆਂ ਗੰਦੀਆਂ ਉਦੋਂ ਸਰਕਾਰਾਂ ਰਹੀਆਂ ਹੋਣਗੀਆਂ ਤੇ ਕਿੰਨਾ ਤਸ਼ੱਦਦ ਉਹਨਾਂ ਨੇ ਪੰਜਾਬ ਤੇ ਕੀਤਾ ਹੋਏਗਾ। ਤੇ ਇਸ ਵੇਲੇ ਕੇਂਦਰ ਦੀ ਸਰਕਾਰ ਵੀ ਉੱਦਾਂ ਦੀ ਹੀ ਗੰਦੀ ਹੈ, ਉੱਦਾਂ ਦੀ ਤਸ਼ੱਦਦ ਜੰਮੂ ਕਸ਼ਮੀਰ ਤੇ ਕਰ ਰਹੀ ਹੈ। ਪਰ ਅਸੀਂ ਉਹ ਬਰਦਾਸ਼ਤ ਨਹੀਂ ਕਰਦੇ। ਹੁਣ ਆਹ ਚੜ੍ਹਾਈ ਕਰ ਲਈ ਨਾ, ਗੰਦ ਸਾਫ਼ ਕਰਨਾ ਪੰਜਾਬ ਨੇ ਮੁੜ ਤੋਂ ਸ਼ੁਰੂ ਕਰਤਾ। ਭਾਰਤ ਸਾਰਾ ਸੁੱਤਾ ਪਿਆ ਸੀ ਗੂੜੀ ਨੀਂਦੇ, ਆ ਦਿੱਲੀ ਦੀ ਹਿੱਕ ਤੇ ਮੋਰਚੇ ਲੱਗ ਗਏ ਆ, ਹਰਿਆਣਾ ਜਗਾਤਾ, ਯੂਪੀ ਐਮਪੀ ਜਾਗ ਗਿਆ, ਰਾਜਸਥਾਨ ਉੱਠ ਗਿਆ। ਹੁਣ ਆਹ ਮੋਰਚੇ ਜਿੱਤ ਕੇ ਜੰਮੂ ਕਸ਼ਮੀਰ ਬਚਾਉਣਾ ਆ, ਉਹ ਬਚਾਵਾਂਗੇ। ਆਹ ਗੰਦੀ ਸਰਕਾਰ ਨੂੰ ਔਕਾਤ ਦਿਖਾਣੀ ਆ, ਦਿਖਾ ਕੇ ਰਵਾਂਗੇ।
ਕੀ ਖਿਆਲ ਆ ਮੋਰਚੇ ਦਾ? ਆਪਾਂ ਫਤਿਹ ਕਰ ਚੁੱਕੇ ਆ ਵੀਰ, ਆਪਾਂ ਹੀ ਗੱਲ ਕਰਦੇ ਆ ਕਿਉਂਕਿ ਟ੍ਰੈਫਿਕ ਦਾ ਬਹੁਤ ਜ਼ਿਆਦਾ ਆ। ਤੇ ਇਸ ਤੋਂ ਬਾਅਦ ਜੰਮੂ ਕਸ਼ਮੀਰ ਬਾਰੇ ਕੀ ਖਿਆਲ ਹੈ? ਉਸ ਤੋਂ ਬਾਅਦ ਉੱਧਰ ਨੂੰ ਵੀ ਚਾਲੇ ਪਾਵਾਂਗੇ ਬਾਈ ਜੀ, ਇੱਥੋਂ ਫਤਿਹ ਕਰ ਗਏ ਉਧਰ ਨੂੰ ਵੀ ਚਾਲੇ ਪਾਣੇ ਆ। ਹੁਣ ਕੋਈ ਦਿੱਕਤ ਨਹੀਂ ਆ, ਜੋ ਵੀ ਕਿੱਥੇ ਵੀ ਗਲਤ ਹੋ ਰਿਹਾ ਸਰਕਾਰ ਨੂੰ ਉੱਥੇ ਉੱਥੇ ਝੁਕਾਉਣਾ, ਬਿਲਕੁਲ ਸਹੀ ਕਰਨਾ ਸਿਸਟਮ। ਹੁਣ ਸਰਕਾਰ ਦੇ ਬਸ ਦੀ ਗੱਲ ਤਾਂ ਰਹੀ ਨਹੀਂ ਕਿਤੇ ਕੋਈ ਸਹੀ ਕਰਨਾ, ਉਹ ਤਾਂ ਧੱਕੇਸ਼ਾਹੀ ਦੇ ਉਤਰੀ ਹੋਈ ਹੈ, ਬਿਲਕੁਲ ਹੀ ਨਕਾਰਾ ਸਰਕਾਰ ਹੈ, ਉਹ ਧੱਕੇਸ਼ਾਹੀ ਦੇ ਉਤਰੀ ਹੋਈ ਹੈ। ਧੱਕੇਸ਼ਾਹੀ ਨੂੰ ਹੋਣ ਨਹੀਂ ਦੇਣੀ, ਜਿੱਥੇ ਵੀ ਧੱਕੇਸ਼ਾਹੀ ਹੋ ਰਹੀ ਹੈ, ਗਲਤ ਹੋ ਰਿਹਾ ਪਬਲਿਕ ਨਾਲ, ਤੇ ਉੱਥੇ ਬਿਲਕੁਲ ਠੀਕ ਕਰਨਾ। ਪਬਲਿਕ ਨੇ ਆਪੇ ਮਿਲ ਗਈ ਭਾਈਚਾਰੇ ਨਾਲ ਠੀਕ ਕਰਨਾ ਪੈਣਾ ਸਾਰਾ ਕੁਝ, ਇਹਨਾਂ ਦੇ ਬਸ ਕੁਝ ਨਹੀਂ ਰਿਹਾ। ਆਹ ਤਾਂ ਪਤਾ ਨਹੀਂ ਕੀ ਬਾਕੀ ਜਾਂਦੀ ਹੈ, ਪਤਾ ਨਹੀਂ ਕੀ ਬੋਲੀ ਜਾਂਦੇ ਆ ਸਰਕਾਰ ਦਾ। ਕਦੇ ਕਹਿੰਦੇ ਆ ਜ਼ਿਮੀਂਦਾਰ ਨਹੀਂ ਹੈਗੇ, ਜ਼ਿਮੀਂਦਾਰ ਦਾ ਪਾਟੇ ਕੱਪੜੇ ਵਾਲੇ ਹੁੰਦੇ ਆ, ਗਾਰਾ ਲੱਗਿਆ ਹੋਇਆ ਜਿਨ੍ਹਾਂ ਦਾ। ਉਹ ਮੇਰੇ ਵੀਰੋ ਇਹਨੂੰ ਪੁੱਛਣ ਵਾਲਾ ਹੋਵੇ ਕੋਈ, ਉਹ ਕਿਸਾਨ ਹੀ ਦੇ ਪੁੱਤ ਨੇ ਜਿਹੜੇ ਐਡੇ IPS IAS ਅਫਸਰ ਬਣੇ ਬੈਠੇ ਨੇ, ਤਾਂ ਕਿਸਾਨ ਦੇ ਪੁੱਤ ਹੀ ਨੇ। ਕਿਸਾਨ ਨੂੰ ਜ਼ਰੂਰੀ ਨਹੀਂ ਹੈਗਾ ਕਿ ਉਹ ਪਾਟੇ ਕੱਪੜੇ ਵਾਲਾ ਹੀ ਹੋਵੇ। ਇਹਨਾਂ ਨੂੰ ਸਾਰਾ ਕੁਝ ਸਿਖਾਉਣ ਵਾਲੇ ਹੀ ਕਿਸਾਨ ਹੈ, ਖਾਣ ਨੂੰ ਦੇਣ ਵਾਲੇ ਕਿਸਾਨ ਹੈ, ਪਹਿਰਨ ਨੂੰ ਦੇਣ ਵਾਲੇ ਕਿਸਾਨ ਹੈ। ਅਫਸਰ ਬਣੇ ਹੋਏ ਜਿਹੜੇ ਉਹ ਕਿਸਾਨ ਨੇ, ਪੁੱਤਰ ਨੇ ਸਾਰੇ। ਉਹ ਪਤਾ ਨਹੀਂ ਕਿੱਦਾਂ ਕਹਿੰਦੇ ਆ ਕਿ ਹਾਂ ਪਾਟੇ ਕੱਪੜੇ ਵਾਲੇ ਕਿਸਾਨ ਹੈ। ਕਿਉਂ ਕਿਸਾਨ ਨੂੰ ਬਈ ਜਿਹੜਾ ਸਾਰੇ ਦੇਸ਼ ਨੂੰ ਖਵਾਉਂਦਾ, ਕਿ ਉਹਨੂੰ ਆਪੇ ਕੱਪੜੇ ਪਾਉਣ ਦਾ ਚੱਜ ਨਹੀਂ ਹੈ, ਉਹ ਨਹੀਂ ਹੈ, ਹੁਕਮ ਨਹੀਂ ਹੈ ਉਹਨਾਂ ਨੂੰ। क्यों भाई कौन पूछने वाला होगा कि क्यों नहीं पा सकते वापे? हाँ जी विशाल जी, जो है इतने गरीब घर से था मोदी, जो है चाय बेचने वाला 850 करोड़ के प्लेन में घूम सकता है, 10 करोड़ के 10 लाख के कपड़े डाल सकता है, तो किसान जो है वो क्या 2 कपड़े भी ना डाल ले अच्छे, ट्रैक्टर में भी ना घूमे, कोई गाड़ी भी ना रखे। ਨਾਲੇ ਸਾਡਾ ਅੰਨਦਾਤਾ ਆ, ਆਪ ਕਮਾਉਂਦਾ ਆ, ਉਹਦਾ ਤਾਂ ਜਿੰਨਾ ਢਿੱਡ ਭਰਿਆ ਉਹਨਾਂ ਘਰ ਭਰਿਆ, ਜਿੰਨਾ ਘਰ ਭਰਿਆ ਰੱਬ ਨੇ ਉਹਨਾਂ ਉਹਦਾ ਦਰ ਭਰਿਆ। ਉਹ ਗੱਲ ਹੋਰ ਆ ਕਿ ਮਿੱਟੀ ਨਾਲ ਮਿੱਟੀ ਹੁੰਦਾ ਆ, ਕੱਪੜੇ ਕਦੇ ਕਦੇ ਹੀ ਚੱਜ ਦੇ ਪਾਉਂਦਾ ਆ ਵਿਚਾਰਾ ਕੱਢ ਕੇ ਜਦੋਂ ਵਿਆਹ ਸ਼ਾਦੀ ਹੋਵੇ। ਪਰ ਇਹ ਨਾ ਸੋਚਿਓ ਵੀ ਪਾਟੇ ਪੁਰਾਣੇ ਕੱਪੜਿਆਂ ਦੇ ਵਿੱਚ ਕਿਸਾਨ ਰਹਿੰਦਾ ਆ। ਆਪਣੇ ਸ਼ੌਂਕ ਜਿੰਨਾ ਕਿਸਾਨ ਪਕਾਉਂਦਾ ਨਾ ਉਹਨਾਂ ਕੋਈ ਨਹੀਂ ਪਕਾ ਸਕਦਾ। ਆਹ ਦੇਖ ਸਕਦੇ ਹੋ ਤੁਸੀਂ, ਆਹ ਜਹਾਜ਼ ਨੇ ਉਹਨਾਂ ਦੇ ਅੱਗੇ ਪਿੱਛੇ ਜਹਾਜ਼ ਹੀ ਜਹਾਜ਼ ਲੱਗੇ ਹੋਏ ਨੇ ਇਸ ਵੇਲੇ। ਤਾਂ ਇਹ गलतफहमियां ਕੱਢ लालू प्रसाद यादव ने सिर्फ भैंसों का चारा बेचा, खरबोपति बन गया। ये तो किसान है, पूरी फसलें बेच रहे हैं, क्या इनका लाखों रुपए नहीं होंगे? हमने पंजाब के किसी भी किसान ने नहीं बोला आज तक कि हम गरीब हैं। हमने बोला है कि हम गरीब नहीं हैं, तू पैसा हमारे को बोल, किसान इकट्ठा करके दे देंगे, कितने में बिका है। तेरा ज़मीर खरीदने की औकात रखते हैं, ये पूरे बीजेपी सरकार खरीदने की औकात रखते हैं। नवे ट्रैक्टर लेकर आए हुए हैं लोग। हमने बोला है कि हम ये तक्का नहीं दोबारा सहेंगे, जो ज़बरदस्ती के काले कानून है, हमारी लड़ाई इससे है। हमने कभी भी आंदोलन पंजाब ने कभी भी इस पक्ष में नहीं निकाला कि हमारे पास पैसा नहीं है या गरीबी है। किसानों के बाद जो है सतगुरुओं की नगरी है। अरे चंडीगढ़, पंजाब, मोहाली, यहाँ सारी जगह आके तो हम जैसे जो गरीब घर के लोग थे, हम लोग गाड़ियों कोठी वाले बन गए। ये तो सतगुरुओं की धरती है, यहाँ पे ना तो कोई भूखा सोता है ना कोई गरीब है। गुरु नानक देव जी ने 10-20 रुपए का लंगर चलाया था, 10 रुपए का, 20 पन का, 20 रुपए का। तो वो मतलब कि आज तक चल रहा है। एक भाई ने पीछे से हमसे पूछा कि भाई आप लंगर चला रहे हो, कब तक चलाओगे? तो हमने उनको सिर्फ यही बात बोली कि भाई हम लंगर चलाने वाले कोई नहीं है। गुरु नानक देव जी ने लंगर चलाया था, 550 साल से तो भाई चल रहा है, आगे कब तक चलेगा देखते रहेंगे। ਬਿਲਕੁਲ ਜੀ ਬਿਲਕੁਲ, ਇਹ ਰਹਿੰਦੀ ਦੁਨੀਆ ਤੱਕ ਚੱਲਣਾ ਹੈ ਲੰਗਰ, ਕਿਉਂਕਿ ਬਾਬੇ ਨਾਨਕ ਦਾ ਜਿਹੜਾ 20 ਰੁਪਏ ਦਾ ਲੰਗਰ ਸ਼ੁਰੂ ਕੀਤਾ ਹੈ ਉਹ ਰਹਿੰਦੀ ਦੁਨੀਆ ਤੱਕ ਵਰਤਾਇਆ ਜਾਣਾ ਹੈ, ਤੇ ਉਹਦੇ ਵਿੱਚ ਬਰਕਤਾਂ ਕਦੇ ਮੁੱਕ ਨਹੀਂ ਸਕਦੀਆਂ। 30 से 35 लाख लोग देखो आज आया होगा, लाखों ट्रैक्टर, 30 से 35 लाख क्या सुनो एक बॉर्डर पे, और उनको भी कोई भी बंदा भूखा नहीं जाएगा और किसी को पता नहीं लगेगा कि लंगर कहाँ बन गया, कैसे आ गया। ये बाबे नानक ने जो है ना लंगर की दात पाई हुई है, ये तो जब तक धरती है तब तक चलता रहेगा मेरे हिसाब से। तो जब तक दुनिया है तब तक चलता रहेगा, ये नहीं कभी ख़त्म होगा। लेकिन देखो सोचने वाली गल है कि 35 करोड़ बंदा भी आ जाए तब भी कभी भी लंगर जो है कभी ये नहीं कहा जाता कि लंगर ख़त्म हो गया। तो ये सब बड़ी है। ਵਿਸ਼ਾਲ ਜੀ ਉਹੀ ਕਹਿਣਾ ਨਾ ਵੀ ਉਰੇ ਤਾਂ ਜਿਹੜਾ ਆ ਹੁਣ ਕਲਾ ਵਰਤ ਰਹੀ ਹੈ ਨਾ, ਇੱਥੇ ਪੂਰਾ ਭਾਰਤ ਆ ਜਾਵੇ, ਲਾਈਨ 'ਚ ਲੱਗ ਜਾਵੇ। ਲਾਠੀ ਚਾਰਜ ਹੋ ਰਿਹਾ ਦਿੱਲੀ ਤੇ, ਪਤਾ ਲੱਗ ਰਿਹਾ ਕਿ ਦਿੱਲੀ ਲਾਠੀ ਚਾਰਜ ਕੀਤਾ ਜਾ ਰਿਹਾ। ਕੋਈ ਗੱਲ ਨਹੀਂ, ਦਿੱਲੀ ਦੀ ਹਿੱਕ ਤੇ ਵੀ ਪਹੁੰਚਦੇ ਆ। ਦਿੱਲੀ ਜਿਹੜਾ ਲਾਠੀ ਚਾਰਜ ਕੀਤਾ ਜਾ ਰਿਹਾ है, सोच के हम तो घर से सोच के है कि हमारे को सुक्के ना जाने दो ना, हम सुक्के भेजेंगे तुम्हारे को। तुमने लाठी चार्ज करना, पीछे नहीं कदम हटेगा, आगे ही जाएगा। तू गोलियां चला ले, फिर भी वापस गोलियां भी चलाएंगे तो कोई दिक्कत नहीं है। घर से बोल के आए थे कि ये माला रखी है, अगर जीत गए तो हमारे गले में डाल देना, अगर हार के आए तो हमारी फोटो पे माला डाल देना। माला तो डालनी है घर पे जाके, या जीत के डालनी है या फिर वो अर्थी पे डालनी है।
ऐसे नहीं जाएंगे। अगर मोदी सोचता हो कुछ ना कुछ हथकंडे अपना के, डरा के, धमका के कैसे भी चले जाएंगे वापस, ऐसे वापस जाने वाले नहीं है। अब तो आर पार की लड़ाई होगी, जीत के ही जाएंगे। बड़ा हरामखोर मंत्री है सच्ची, इतना टीठ बंदा पूरी जिंदगी में नहीं देखा, इतना घटिया, इतना जो है टीठ बंदा कि जिसके कानों तक बात ही नहीं पहुंच रही है, जो सड़क ही नहीं रहा है। ये तो मोदी का भी लगता है कुछ ना कुछ भला ही होएगा, अब बदिया ही भला होएगा। इसके पाप जो है ना, इसकी बद्दुआएं जो है ना, इसने जो गुजरात में दंगे करवाए थे, जो लाखों लोगों को, हजारों लोगों को मरवाया था, ये पंजाब ने हमेशा जो है इंसाफ की लड़ाई लड़ी है। और ऐसे पापियों को, चाहे वो पंजाब का ही क्यों ना हो, चाहे वो सिख हो, चाहे हिंदू हो, चाहे मुसलमान हो, लेकिन जिसने आज तक पाप किया है, पंजाब की धरती ने उसको सबक सिखाया है, वो सिखा के रहेंगे। और ये बात सुनने का कि ये लाठियाँ चला रहा है, यहाँ पूरे सबको पता लग गई ना कि पुलिस प्रशासन लाठियाँ चला रहे हैं, तो इतने ही लोग घर से उठ के और आ जाएंगे। ये सरकारें सोच ले। बिल्कुल जी बिल्कुल, क्योंकि लाठीचार्ज किया जा रहा है तो बहुत ही ਲਾਣਤ ਦੀ ਗੱਲ ਹੈ ਐਸੀ ਗੰਦੀ ਸਰਕਾਰ ਉੱਤੇ, ਤੇ ਉਹਨਾਂ ਉੱਤੇ ਵੀ ਜਿਹੜੇ ਵਰਦੀ ਪਾ ਕੇ ਸਰਕਾਰਾਂ ਦੇ ਸਾਹਮਣੇ ਝੁਕ ਗਏ ਨੇ, ਜਾਂ ਕਹਿ ਸਕਦੇ ਆਪਣੀਆਂ ਜ਼ਮੀਰਾਂ ਮਾਰ ਚੁੱਕੇ, ਕਿਉਂਕਿ ਹੁਣ ਤੱਕ ਕਹਿੰਦੇ ਆ ਨਾ ਵੀਰ, ਫਿਲਮਾਂ 'ਚ ਇੱਕ ਡਾਇਲੋਗ ਹੁੰਦਾ ਕਿ ਆ ਤਾਂ ਸਿਰਫ ਟ੍ਰੇਲਰ ਹੈ, ਪਿਕਚਰ ਦਾ ਅਜੇ ਬਾਕੀ ਹੈ। ਆ ਤਾਂ ਸਿਰਫ ਮੋਦੀ ਨੂੰ ਕਹਿ ਦੋ ਕਿ ਆ ਟ੍ਰੇਲਰ ਨਹੀਂ ਹੈ ਸਿਰਫ ਅਜੇ। ਜੋ ਸੋਚਦਾ ਹੋਵੇ ਕਿ ਪੂਰਾ ਹਰਿਆਣਾ ਪੰਜਾਬ ਦੇ ਸਾਰੇ ਕਿਸਾਨ ਆ ਕੇ ਸਾਰੇ ਬਾਰਡਰਾਂ ਤੋਂ, ਸਾਰੇ ਉਸ ਤੋਂ, ਨਹੀਂ, ਆ ਟ੍ਰੇਲਰ ਹੈ ਸਿਰਫ, ਪਿਕਚਰ ਅਜੇ ਬਾਕੀ ਹੈ। ਜੇ ਜ਼ਿਆਦਾ ਕਰੂਗਾ ਤਾਂ ਇੱਕ ਆਵਾਜ਼ ਦੀ ਲੋੜ ਹੈ, ਸਾਰਿਆਂ ਨੇ ਚੱਲਣਾ, ਉਹਨੂੰ ਸਾਂਭ ਵੀ ਨਹੀਂ ਹੋਣਾ। ਉਹ ਮਤਲਬ ਕਿ ਇੰਨਾ ਬੁਰਾ ਹਾਲ ਹੋ ਜਾਏਗਾ, ਜੋ ਇਹਨਾਂ ਦਾ ਇੱਕ ਅੰਗਲ ਵੀ ਲਾਏ ਨਾ, ਜੇ ਕੁਝ ਟੱਚ ਕਰੇਗਾ ਜਾਂ ਕਿਸੇ ਨੂੰ ਜਾ ਕੇ ਧੱਕਾਸ਼ਾਹੀ, ਜਿੱਦਾਂ ਪਤਾ ਲੱਗ ਰਿਹਾ ਕਿ ਅੱਗੇ ਲਾਠੀ ਚਾਰਜ ਕਰਵਾ ਰਹੇ ਆ ਇੰਟਰ ਸਰਕਾਰ, ਤੇ ਲਾਠੀ ਚਾਰਜ ਕਰਾ ਭਾਵੇਂ ਗੋਲੀਆਂ ਚਲਾ ਲੇ, ਪਰ ਜੇ ਹੁਣ ਅੜ ਗਏ ਤਾਂ ਅੜ ਗਏ। ਹੁਣ ਤਾਂ ਆਪਣਾ ਹੱਕ ਲੈ ਕੇ ਜਾਣਾ, ਆਪਣਾ ਹੱਕ ਮੰਗ ਰਿਹਾ, ਸਾਨੂੰ ਭੀਖ ਨਹੀਂ ਮੰਗਦੇ ਉਹਨਾਂ ਤੋਂ ਕਿ ਉਹਨਾਂ ਤੋਂ ਭੀਖ ਮੰਗ ਰਿਹਾ। ਸਾਡਾ ਹੱਕ ਹੈ, ਹੱਕ ਮੰਗਣ ਦਾ ਹੱਕ ਹੈ ਸਾਨੂੰ। ਕੋਈ ਵੀ ਆਪਣਾ ਹੱਕ ਮੰਗ ਸਕਦਾ, ਉਹ ਖੋ ਨਹੀਂ ਰਹੇ ਆ, ਮੰਗ ਰਿਹਾ ਵੀ ਸਾਡਾ ਹੱਕ ਦੇ। ਹਾਂ, ਜੇ ਖੋਣਾ ਪਿਆ ਖੋਵਾਂਗੇ ਵੀ, ਕਿਉਂਕਿ ਹੱਕ ਦੀ ਲੜਾਈ ਹੈ, ਤੇ ਹੱਕ ਦੀ ਲੜਾਈ ਤਾਂ ਜਿੱਤਣੀ ਹੀ ਪੈਣੀ। ਹੁਣ ਤਾਂ ਨਸਲਾਂ ਦੀ ਵੀ ਲੜਾਈ ਹੋਊਗੀ। ਜੇ ਹੁਣ ਆਪਸੇ ਹਾਰ ਗਏ ਤੇ ਮੋਦੀ ਸੋਚਦਾ ਹੁਣ ਵਾਪਸ ਚਲੇ ਜਾਣਗੇ, ਵਾਪਸ ਨਹੀਂ ਜਾਣਾ। ਹੁਣ ਤਾਂ ਜਿੱਤ ਕੇ ਜਾਣਾ। ਸਾਡੀ ਆਉਣ ਵਾਲੀਆਂ ਨਸਲਾਂ ਭੁੱਖੀ ਮਰ ਜਾਣਗੀਆਂ ਜੇ ਕਾਨੂੰਨ ਦਾ ਲਾਗੂ ਹੋ ਗਏ। ਪਤਾ ਨਹੀਂ ਕੀ ਸਮਝਦਾ ਮੋਦੀ। ਉਹ ਇੱਕ ਮਤਲਬ ਕਿ ਮੋਦੀ ਨੂੰ ਗਾਲ ਦੇਣ ਨੂੰ ਜੀ ਤਾਂ ਕਰਦਾ ਨਹੀਂ, ਪਰ ਲੋਕੀ ਬਹੁਤ ਗਾਲਾਂ ਦਿੰਦੇ ਆ। ਇੱਕ ਵੀਰ ਨੇ ਕਿਹਾ ਸੀਗਾ ਕਿ ਨੀਮ ਦਾ ਪੱਤਾ ਕੜਵਾ ਹੈ, ਮੋਦੀ ਸਾਲਾ ਫੜਵਾ ਹੈ, ਤੇ ਬਹੁਤ ਕੁਝ ਸੁਣਨ ਨੂੰ ਆ ਰਿਹਾ, ਤੇ ਉਹਨੂੰ ਸਮਝ ਹੀ ਨਹੀਂ ਆ ਰਿਹਾ ਕਿ ਹਾਂ ਕੀ ਕਰ ਸਕਦੇ ਆ, ਵੀ ਕੀ ਆ, ਨਹੀਂ ਪਤਾ ਨਹੀਂ ਕੀ ਆ, ਪਾਗਲ ਹੋ ਗਿਆ, ਉਹ ਬੋਖਲਾ ਗਿਆ। ਪਹਿਲਾਂ ਕਹਿੰਦੇ ਸੀਗੇ ਕਿ ਦਿੱਲੀ ਉੱਥੇ ਸੌਰੀ ਪੀਪਲੀ ਜਦੋਂ ਲਾਠੀ ਚਾਰਜ ਕੀਤਾ ਇਹਨਾਂ ਨੇ, ਆਪਾਂ ਉੱਥੇ ਸੀਗੇ, ਤੇ ਖੱਟਰ ਦਾ ਬਿਆਨ ਆਇਆ ਸੀਗਾ ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਦਾ, ਕਿ ਉਹ ਕਹਿੰਦੇ ਸੀਗੇ, ਤੇ ਵਿਜ ਸਾਹਿਬ ਅੰਬਾਲਾ ਤੋਂ ਜਿਹੜੇ ਮੰਤਰੀ ਨੇ, वो कहते थे वहाँ पे लाठी चार्ज हुआ ही नहीं। ठीक है, उन्होंने दिखता ही नहीं, वो अंधे हो गए हैं शायद, कि दिखाई नहीं दे रहा कि लाठी चार्ज हुआ है। इतने भाइयों को चोटें लगी है, वहाँ पे किसान भाइयों को इतना बुरा हाल हुआ है। ठीक है, उसके बाद वो कहते हैं कि जब वो वहाँ से 25 तारीख को हम शुरू से चले हैं बैरिकेड तोड़ते हुए हरियाणा वाले भाई, उसके बाद पंजाब पीछे पीछे आया। तो खट्टर क्या कहते हैं, हरियाणा सरकार कहती है कि हरियाणा के लोग तो इसमें है ही नहीं, उनको वो भी नहीं दिखाई दिया। कभी वो कुछ कहते हैं, कभी कुछ कहते हैं, तो मतलब कि सारी तरह से नीतियाँ अपना रही है सरकार, कभी कुछ कभी कुछ। अभी 2 दिन पहले ही उन्होंने यहाँ पे कुछ अपने बहरूपिये हमारे किसानों के बीच में भेजे हथियार के साथ, उनको पकड़ा भी है किसानों ने। जैसे रात को पहरा लगा रखा है वहाँ पे बॉर्डर पे, वो पकड़ लिए गए हैं। उनको अब सरकार बोल रही है कि ये तो हमारे है ही नहीं है, वो तो सब झूठ था। नहीं, वो झूठ नहीं था, उनको पकड़ा गया है। वो सरकार के द्वारा साजिश थी को आंदोलन को नाकाम करने की, पर ऐसा नहीं है। बिल्कुल सतर्क होकर बहुत चौकसाई के साथ आंदोलन चल रहा है, बहुत ही शांतिपूर्ण। ये इसका शांतिपूर्ण तरीके से ही चलाया जाएगा। ये नाकाम नहीं होगा किसी तरह। सरकार ने साम दाम दंड भेद सब कुछ अपना के देख लिया, पर नहीं, बिल्कुल विफल रही है और आगे विफल रहेगी। हम जीत के ही जाएंगे। बिल्कुल जी, जीत के जाएंगे, जीत चुके हैं हम। अब तो बस ये है कि अब और कहाँ पे इस सरकार को झुकाना बाकी है, क्योंकि सरकार हार तो मान चुकी है। बस अपनी शाख बचाने को लगे कि कोई ऐसा तरीका निकल आए कि हमारी शाख बच जाए। लेकिन अब हम उनकी वो एक जो शाख है ना, वो भी काट कर जाएंगे ताकि वो बच ना पाए, वो बचे ना। उस तरफ इशारा किया जा रहा है। उस तरफ क्या है, ट्रालियाँ लगी हुई हैं। मारो जी शॉट, उधर भी दिखा दो, दूर दूर तक ट्रालियाँ कितने तक लगियां ने, तिरंगे कितने तक लगे आ। ਇਹ ਉਹ ਸੰਗਤਾਂ ਨੇ ਜਿਹੜੀਆਂ ਰਸਤਾ ਕਲੀਅਰ ਹੋਣ ਦਾ ਵੇਟ ਕਰਦੀਆਂ ਪਈਆਂ ਨੇ। ਆਸੇ ਪਾਸੇ ਹਰ ਪਾਸੇ
ਤੇ ਹਲੇ ਤੱਕ ਇਹਨਾਂ ਨੂੰ ਇਹ ਨਹੀਂ ਪਤਾ ਵੀ ਉੱਥੇ ਬਾਰਡਰ ਦੇ ਉੱਤੇ ਲਾਠੀ ਚਾਰਜ ਹੋ ਗਿਆ। ਜੇ ਸੰਗਤਾਂ ਨੂੰ ਇਹ ਪਤਾ ਲੱਗ ਗਿਆ ਵੀ ਉੱਥੇ ਲਾਠੀ ਚਾਰਜ ਹੋ ਰਿਹਾ ਆ ਤਾਂ ਇਹਨਾਂ ਨੇ ਗੱਡੀਆਂ ਸਾਈਡ ਤੇ ਲਾ ਕੇ ਭਾਜਣਾ ਪਾ ਦੇਣੀਆਂ ਨੇ। ਤੇ ਸਰਕਾਰਾਂ ਇਹ ਕਦੇ ਨਾ ਸੋਚਣ ਕਿ ਵਾਟਰ ਕੈਨਨ, ਟੀਅਰ ਗੈਸ ਜਾਂ ਲਾਠੀ ਚਾਰਜ ਕਰਕੇ ਤੁਸੀਂ ਆ ਜਿਹੜੀ ਪਰਮਾਤਮਾ ਦੀ ਕਲਾ ਵਰਤ ਰਹੀ ਹੈ ਇਹਨੂੰ ਰੋਕ ਦਓਗੇ। ਤੁਹਾਡੀਆਂ ਘਿੱਗੀਆਂ ਬੰਦ ਹੋ ਜਾਣੀਆਂ ਨੇ। ਆਹ ਸੰਗਤ ਜਦੋਂ ਉੱਥੇ ਪਹੁੰਚ ਗਈ ਤੇ ਪਹੁੰਚ ਰਹੀ ਆ, ਜਿਹੜਾ ਤੁਸੀਂ ਕਰਨਾ ਸੀ ਲਾਠੀ ਚਾਰਜ ਕਰ ਲਿਆ, ਹੁਣ औकात आ संगत ਤੁਹਾਨੂੰ ਦਿਖਾਊਗੀ ਅੱਗੇ पहुंच के। रांची में भी जो कहते हैं नक्सलवाद क्यों है? क्योंकि सरकारों ने उनकी जिम्मेदारी जो है वो खोई है। और ये पंजाब की एक बात भूल रहे हैं कि आज से 20 साल पहले 8 बजे के बाद पंजाब में बाहर निकलने से पहले बंदा 10 बारी सोचता था। और आज अगर ये सोच रहे हैं कि हम झुक जाएंगे, तो मैं ये नहीं कहता कि मेरा अपना बयान है कि जो नक्सलवादी कर रहे हैं उसी हिसाब से जो है अपनी ही सरकारें बनाई जाएगी। पंजाब का सारा अपना ही मुद्दा होगा। इन सरकारों को जो है मक्खी की तरह निकाल कर फेंकने वाले हैं बस। अगर नहीं हुआ, पंजाब को ये परख रहे हैं, जबर का जवाब अभी सबर से दे रहे हैं, लेकिन पंजाब के खून में जो गर्मी है वो पूरी दुनिया जानती है, और जो इंसानियत है वो पूरी दुनिया जानती है। अभी हम इंसानियत दिखा रहे हैं सिर्फ, लेकिन इनको सरकारों को समझ में नहीं आ रहा है कि ये कहाँ और कितनी बड़ी भूल कर रहे हैं। हमारी सबसे बड़ी भूल कमल का फूल। ਬਿਲਕੁਲ ਬਿਲਕੁਲ ਸਾਡੀ ਕੀ ਸਾਰੇ ਭਾਰਤ ਦੀ ਸਭ ਤੋਂ ਵੱਡੀ ਭੁੱਲ ਕਮਲ ਦਾ ਫੁੱਲ। ਪੀਐਮ ਨਿਕਲਿਆ बन गया लुल। ਹੁਣ ਮੈਂ ਹੁਣ ਆ ਜਾ ਹੁਣ ਪੰਜਾਬ ਨਾਲ ਕੁੱਲ। ਆ ਜਾ ਹੁਣ ਪੰਜਾਬ ਨਾਲ ਘੁਲ। ਚਲੋ ਠੀਕ ਹੈ, ਸਾਨੂੰ ਆਪਣੀ ਗਰਿਮਾ ਦੇ ਵਿੱਚ ਰਹਿਣਾ ਵੀ ਜ਼ਰੂਰੀ ਹੈ। ਮੈਂ ਉਹ ਸ਼ਬਦ ਨਹੀਂ ਬੋਲ ਸਕਦਾ ਜਿਹੜੇ ਸ਼ਬਦ ਇਹ ਬੋਲ ਸਕਦੇ ਨੇ, ਵਰਤ ਸਕਦੇ, ਇਹਨਾਂ ਨੂੰ ਪੂਰੀ ਆਜ਼ਾਦੀ ਆ। ਗਾਲਾਂ ਕੱਢਣ ਵਾਲੇ ਗਾਲਾਂ ਵੀ ਕੱਢ ਜਾਂਦੇ ਨੇ। ਆ ਭੈਣਾਂ ਵੀ ਸਾਡੀਆਂ ਤੁਰੀਆਂ ਨੇ ਵਿਚਾਰੀਆਂ, ਪੈਦਲ ਚਾਲੇ ਪਏ ਆ, ਆਪਣਾ ਫਰਜ਼ ਇਹ ਵੀ ਨਿਭਾ ਰਹੀਆਂ ਨੇ। ਦਿੱਲੀ ਦੀ ਹਿੱਕ ਉੱਤੇ ਇਹ ਵੀ ਜਾ ਰਹੀਆਂ ਨੇ ਆਪਣੀ ਹਾਜ਼ਰੀ ਭਰਨ ਵਾਸਤੇ। ਆ ਹਰਿਆਣਵੀ ਵੀਰ ਮੇਰੇ ਸਾਰੇ ਆਪਣੇ ਹੁੱਕੇ ਹਾਕੇ ਲੈ ਕੇ ਸੋਫੇ ਤੱਕ ਲੈ ਕੇ ਵਿੱਚ ਹੀ ਬੈਠੇ ਆ। ਗੱਦੇ ਗੁੱਦੇ ਲੱਕੜਾਂ ਉਹ ਵੀ ਭਗੀਆਂ ਹੋਈਆਂ ਵੀ ਜਿੱਥੇ ਰੋਕੇ ਉੱਥੇ ਲਾਲ ਬਾਲ ਲੈਣੀਆਂ, ਕੋਈ ਲੋੜ ਨਹੀਂ। ਆ ਬਾਪੂ ਮੇਰਾ ਵੀ ਜਿਹੜਾ ਟਰੈਕਟਰ ਚਲਾ ਰਿਹਾ ਉਹ ਵੀ ਲੱਗਿਆ ਆ ਹੁੱਕਾ ਖਿੱਚਣ। ਵੀਡੀਓ ਬੰਦ ਹੀ ਪਈ ਆ, ਪਿੱਛੇ ਕੈਮਰਾ ਚੱਲਦਾ ਪਿਆ ਕਾਕਾ। ਉਹਨੂੰ ਘੁੰਮੀ ਜਾਣ ਤੇ ਕੋਈ ਗੱਲ ਨਹੀਂ, ਉਹ ਸਾਰੇ ਪਾਸੇ ਚਲੀ ਜਾਂਦਾ ਆ। ਆ ਹੁੱਕੇ ਦੀ ਸੇਵਾ ਹੁਣ ਕੀ ਕਹੀਏ ਅਸੀਂ। ਹਰਿਆਣੀ ਵੀਰ ਨੇ ਇਹਨਾਂ ਦਾ ਆਪਣਾ ਟ੍ਰੈਡੀਸ਼ਨ ਆ। ਜਿੱਥੇ ਲੰਗਰ ਲੱਗੇ ਹੋਏ ਨੇ ਉੱਥੇ ਹੁੱਕਾ ਵੀ ਇੱਕ ਇੱਕ ਟਰੈਕਟਰ ਤੇ ਜਾ ਕੇ ਪਾਇਆ ਜਾ ਰਿਹਾ। ਇਹ ਗਾਣੇ ਕਿਹਨੇ ਚਲਾ ਲਏ ਆ? ਗਾਣੇ ਬੰਦ, ਗਾਣੇ ਬੰਦ। ਇੱਕ ਗੱਲ ਹੋਰ ਕਹਿਣਾ ਚਾਹਾਂਗਾ ਮੈਂ, ਮੋਦੀ ਇੰਨਾ ਜ਼ੁਲਮ ਕਰ ਰਿਹਾ, ਇੰਨਾ ਦਿੱਕਤ ਆ ਰਹੀ ਹੈ ਤਾਂ ਇਹ ਇਕੱਠੇ ਹੋਏ ਆ, ਪਰ ਉਹਦਾ ਮੈਂ ਸ਼ੁਕਰੀਆ ਵੀ ਅਦਾ ਕਰਨਾ ਚਾਹਾਂਗਾ ਉਹਦੇ ਨਾਲ ਕਿਉਂ ਇੰਨਾ ਜ਼ੁਲਮ ਕਰਨ ਤੋਂ ਬਾਅਦ ਹੁਣ ਇਕੱਠੇ ਹੋਏ ਆ। ਉਹਨੇ ਭਾਈਚਾਰਾ ਬਣਾਤਾ ਹਰਿਆਣਾ ਪੰਜਾਬ 'ਚ ਸਾਰਿਆਂ ਦਾ। ਪਹਿਲਾਂ ਅੱਡ ਹੋਏ ਸੀ ਯਾਰ, ਗੰਦੀ ਕਾਨੂੰਨਾਂ ਕਰਕੇ ਇਹਨਾਂ ਨੇ ਅੱਡ ਕੀਤਾ ਹੋਇਆ ਸੀ, ਸਾਨੂੰ ਇੱਕ ਨਹੀਂ ਹੋਣ ਦਿੰਦੇ ਸੀ। ਆ ਸਾਡੇ ਦਿਲਾਂ 'ਚ ਨਫ਼ਰਤ ਪੈਦਾ ਕੀਤੀ ਹੋਈ ਸੀ ਇੱਕ ਦੂਜੇ ਖਿਲਾਫ। ਹੁਣ ਇਸ ਅੰਦੋਲਨ ਕਰਕੇ ਇੱਕ ਭਾਈਚਾਰਾ ਬਣ ਗਿਆ, ਬਹੁਤ ਹੀ ਮਤਲਬ ਕਿ ਇੱਕ ਦੂਜੇ ਨਾਲ ਪਿਆਰ ਸਾਂਝ ਪੈ ਗਈ ਆ, ਤੇ ਉਹ ਇੱਦਾਂ ਹੀ ਬਰਕਰਾਰ ਰਹੂਗੀ ਹੁਣ। ਬਿਲਕੁਲ ਜੀ ਬਿਲਕੁਲ, ਇੱਦਾਂ ਹੀ ਬਰਕਰਾਰ ਰਹੂਗੀ ਤੇ ਇੱਦਾਂ ਹੀ ਅਸੀਂ ਜਿੱਤਦੇ ਰਹਾਂਗੇ, ਇੱਦਾਂ ਹੀ ਅਸੀਂ ਆਪਣੀ ਜਿੱਤ ਦਰਜ ਕਰਵਾਉਂਦੇ ਰਹਾਂਗੇ। ਤੇ ਅਗਰ ਸਰਕਾਰਾਂ ਅਜੇ ਵੀ ਹੋਰ ਸਾਡਾ ਸਬਰ ਦਾ ਇਮਤਿਹਾਨ ਲੈਣਾ ਚਾਹੁੰਦੀਆਂ ਨੇ ਤਾਂ ਹੁਣ ਸਬਰ ਸਾਡੇ ਟੁੱਟਣੇ ਸ਼ੁਰੂ ਹੋ ਗਏ ਆ। ਕਿਉਂਕਿ ਜੇ ਤੁਸੀਂ ਵਾਕਈ ਹੀ ਜਿੱਦਾਂ ਖਬਰ ਆਈ ਹੈ ਵੀ ਤੁਸੀਂ ਉੱਥੇ ਲਾਠੀ ਚਾਰਜ ਕੀਤਾ ਆ ਕਿਸਾਨਾਂ ਦੇ ਉੱਤੇ, ਤਾਂ ਤੁਸੀਂ ਸੋਚ ਲਿਓ ਵੀ ਅਸੀਂ ਬਖਸ਼ਣ ਵਾਲੇ ਨਹੀਂ, ਨਾ ਇਹ ਕਿਸਾਨ ਤੁਹਾਨੂੰ ਬਖਸ਼ਣ ਵਾਲੇ ਨੇ। ਭਾਈਚਾਰਾ ਜਿੰਦਾਬਾਦ, ਭਾਈਚਾਰਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ। ਜੈ ਜਵਾਨ ਜੈ ਕਿਸਾਨ, ਜੈ ਜਵਾਨ ਜੈ ਕਿਸਾਨ, ਜੈ ਜਵਾਨ ਜੈ ਕਿਸਾਨ, ਜੈ ਜਵਾਨ ਜੈ ਕਿਸਾਨ। किसान एकता जिंदाबाद, किसान एकता जिंदाबाद, भाईचारा जिंदाबाद, भाईचारा जिंदाबाद। मोदी को कोई स्नेहा देना चाहोगे बढ़िया सा? आज का दो महीने से मोदी को हम रिक्वेस्ट कर रहे हैं, रिक्वेस्ट कर करके गला बैठ लिया है, पर हम हटने वाले हैं नहीं। जब तक वो तीनों कानून वापस नहीं लेगा, MSP पे गारंटीड कानून नहीं देगा, हम यही रहेंगे, नहीं जाएंगे। और उसमें हिम्मत होता ठाके दिखा दिए। आर पार की लड़ाई जी, लड़के जाएंगे, चाहे तो अपने कानून वापिस करा कर जाएंगे ना, ताड़े मरेंगे। हमारी तो याडे मूर्ति बना दियो, चाहे सारे कुत्ते मुँह तो हमने कोई दिक्कत नहीं, पर हमको ना जाने तक कती
ये हमारे भाई इतनी दूर तक उठका रहे फद्दुमान रह के हमने वोट देकर गलती कर दी। हमने कहा वोट कर देकर गलती कर दी, इतनी बड़ी सजा तो ना दे, वोट देने की इतनी बड़ी सजा हुआ करे के। आज भी मौका पड़ा है, मौका पड़ा, सारे भाई आड़े बैठे हैं और गलती मानने में कुछ ना जाता। रात ने कह दे आज रात 12 बजे से 1500 के नोट नहीं चलेंगे, आ जाने टीवी पे, टीवी बंद हो गए तेरे अगर सारे रिपोर्टर भाज गए और बनता बजा दिया, नाम ले लेता, टीआरपी में नाम आ गया, भाई देशद्रोह में नाम आ गया, जब तक चिल्ला करता मोदी 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 के सपोर्टर था बाज लिए, ई वाले नंबर मोदी का बजा कर जाएंगे भाई। राजी राजी मान जा, हाथ जोड़ा है, नहीं मानता तो मनाना है, मना लेंगे। किसान एकता जिंदाबाद, किसान एकता जिंदाबाद, किसान एकता जिंदाबाद, जय जवान जय किसान, जय जवान जय किसान। उस मोदी ने बता दिए, इन्हों कहा मुट्ठी भर किसान है और आज आजा किसान तक गन्ने बस की को ना मेरे झंडे गण का दिखा दिए, मेरा ट्रैक्टर गण का दिखा दे, नु कहा ये ट्रैक्टर वाले वाला किसान को ना, अरे किसान फद्दू कौन लिया करे, मेरा भी है किसान लिया करे, ट्रैक्टर खेत में चल लिया करे। और वो संसद में भी कहा था हमारा भाई ट्रैक्टर लेकर, मतलब उसका ट्रैक्टर से बड़ा खट्टर बांध दिया और बांध लिया हमारा दुष्यंत भी। ठीक है, मौका पड़े रे वो बीजेपी वाले आ जाओ, गलती मानने तो कुछ फर्क ना पड़ता कि जिसके खातर कानून बना हुआ नट है, फिर किसके खातर बड़ा मनु बता दे, हमारे खातर तो सह नहीं। और तना जो किसान अमीर करने होते तो कर्जा माफ कर देता, हम तब घर चला ले हैं, बड़ा पहली कलम से करूंगा मैं तेरा कर्जा माफ है, सारे आधे देश पर कलम फेर गया पर किसान एक कर्जे पर कलम कौन चाली, उसकी पेन खत्म हो गया, अक्षय खत्म होगी, हम दे देंगे पेन तय, तू कलम चलाने वाला बने। रात तू रात ऑर्डिनेंस तो ला दिया, कौन सी इमरजेंसी लग रही थी देश में, जुन से का खातर काम करे ना उसका चूतरा भला हाथ मारेंगे, उन्हें लाग जाएगा मेरा पूरे ना होगा तो हम जूत मारा, परे तो बच जाएगा तो मैं जूत मारा है, फंस गया बीच में, बचा जाता तो बच ले, ईब तो आ गया तो हम तेरी गेल है, और नहीं आया अतः भाई तू मर, हमें ठेका नहीं, 6 का 2024 आ जाओ, अच्छा 10 साल लग जाओ बैठे हैं, हो ना जा और अपने खेत में ना बढ़न दे, किसी ने टंगा ना काट देंगे, उससे बता दिया बात, डरते को ना साढ़े जनवरी दी पूरी तैयारी, 26 जनवरी दी पूरी तैयारी, दिल्ली मोर्चा जितांगे, दिल्ली मोर्चा जितांगे, पढ़ लिख देख विचारांगे, पढ़ लिख देख विचारांगे, हक लेके तेथों जावांगे, फिर इतिहास दोहरावांगे, हक लेके तेथों जावांगे, फिर इतिहास दोहरावांगे। किसान मजदूर एकता जिंदाबाद, जिंदाबाद जिंदाबाद, किसान मजदूर एकता जिंदाबाद, जिंदाबाद जिंदाबाद। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਆਪਣਾ ਨਾਮ, ਕਿੱਥੋਂ ਆਏ ਹੋ, ਦੱਸ ਕੇ ਮੋਦੀ ਜੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹ ਦੱਸੋ। ਪ੍ਰਭਜੋਤ ਸਿੰਘ ਘੱਗਾ ਜੀ, ਸਹਾਇਕ ਪ੍ਰੋਫੈਸਰ ਖਾਲਸਾ ਕਾਲਜ ਪਟਿਆਲਾ। ਅਸੀਂ 26 ਜਨਵਰੀ ਦੀ ਕਿਸਾਨ ਪਰੇਡ ਦੇ ਵਿੱਚ ਸ਼ਾਮਲ ਹੋਣ ਲਈ 24 ਤਰੀਕ ਤੋਂ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚੋਂ ਤੁਰਿਆਂ ਵੱਖ-ਵੱਖ ਇਲਾਕਿਆਂ ਤੋਂ ਟਰੈਕਟਰ ਲੈ ਕੇ, ਕਿਸਾਨ ਖਾਸ ਕਰਕੇ ਨੌਜਵਾਨ ਪੜ੍ਹੇ ਲਿਖੇ ਕਿਸਾਨ ਲੈ ਕੇ, ਔਰ ਅਸੀਂ ਇਹਨਾਂ ਕਾਲੇ ਕਾਨੂੰਨਾਂ ਦਾ ਪੂਰਨ ਤੌਰ ਤੇ ਵਿਰੋਧ ਕਰਦੇ ਹਾਂ, ਕਿਸਾਨੀ ਸੰਘਰਸ਼ ਦਾ ਪੂਰਨ ਤੌਰ ਤੇ ਸਮਰਥਨ ਕਰਦੇ ਹਾਂ, ਔਰ ਖਾਸ ਕਰਕੇ 26 ਜਨਵਰੀ ਦੀ ਜਿਹੜੀ ਕਿਸਾਨ ਪਰੇਡ ਆ, ਉਸ ਕਿਸਾਨ ਪਰੇਡ ਦੇ ਵਿੱਚ ਜਾਣ ਦਾ ਤਹਈਆ ਕਰਕੇ ਆਏ ਆ। ਔਰ ਤਹਈਆ ਇਸ ਕਰਕੇ ਆ, ਇੱਕ ਤਾਂ ਕਿ ਕੇਂਦਰ ਸਰਕਾਰ ਜਿਹੜੀ ਹੈਗੀ ਆ ਉਹ 3 ਕਾਨੂੰਨ ਲੈ ਕੇ ਆਈ ਆ, ਜਿਹੜੀ ਪੰਜਾਬ ਦੀ ਜਾਂ ਹਿੰਦੁਸਤਾਨ ਦੇ ਕਿਸਾਨ ਨੂੰ ਤਬਾਹ ਕਰਨ ਵਾਸਤੇ ਲੈ ਕੇ ਆਈ ਆ। ਕਾਰਪੋਰੇਟਾਂ ਨੂੰ ਜਿਹੜਾ ਹੈਗਾ ਉਹ ਖੇਤੀ ਨੂੰ ਇੱਕ ਕਾਰਪੋਰੇਟਾਂ ਦੇ ਲਈ ਵਪਾਰ ਬਣਾਉਣ ਦੇ ਲਈ, ਔਰ ਕਿਸਾਨਾਂ ਨੂੰ ਮਜ਼ਦੂਰ ਬਣਾਉਣ ਦੇ ਲਈ ਇਹਨੂੰ ਪੰਜਾਬ ਦੇ ਹਿੰਦੁਸਤਾਨ ਦੇ ਕਿਸਾਨ ਕਦਾਚਿਤ ਵੀ ਜਿਹੜਾ ਹੈਗਾ ਉਹਨਾਂ ਦੀ ਇਸ ਨੀਅਤ ਨੂੰ, ਇਸ ਸਿਆਸੀ ਬਦਨੀਤੀ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ। ਇਹਦਾ ਡਟਵਾਂ ਵਿਰੋਧ ਕਰਨਗੇ। ਔਰ ਮੋਦੀ ਸਾਹਿਬ ਨੂੰ ਸਾਡੀ ਇੱਕ ਜਿਹੜੀ ਹੈਗੀ ਇੱਕ ਸੁਨੇਹਾ ਪੰਜਾਬ ਦੇ ਕਿਸਾਨਾਂ ਦਾ, ਮੁਲਕ ਭਰ ਦੇ ਕਿਸਾਨਾਂ ਦਾ, ਕਿ ਮੋਦੀ ਸਾਹਿਬ ਕਿ ਇਹ ਜਿਹੜੇ ਕਾਨੂੰਨ ਆ ਉਹਨਾਂ ਦੀ ਵਾਪਸੀ ਦੇ ਲਈ ਪੰਜਾਬ ਦੇ ਲੋਕਾਂ ਨੂੰ ਸ਼ਾਂਤਮਈ ਤਰੀਕਾ ਜਾਂ ਕਿਸੇ ਵੀ ਹੋਰ ਕਿਸਮ ਦਾ ਤਰੀਕਾ ਜਿਹੜਾ ਕਿਸਾਨੀ ਸੰਘਰਸ਼ ਨੂੰ ਅੱਗੇ ਲੈ ਕੇ ਜਾਂਦਾ ਹੋਵੇ, ਇਹਨਾਂ ਕਾਨੂੰਨਾਂ ਨੂੰ ਵਾਪਸ ਕਰਾਉਣ ਦੇ ਲਈ ਕਿਸੇ ਵੀ ਕਿਸਮ ਦਾ ਤਰੀਕਾ ਅਖਤਿਆਰ ਕਰਨਾ ਪਿਆ ਉਹ ਕਰਨਗੇ। ਕਿਉਂਕਿ ਇਹ ਸਾਡੇ ਕੋਲ ਪੰਜਾਬ ਦੇ ਲੋਕਾਂ ਕੋਲ ਜਿਹੜੀ ਇੱਕ ਸੰਘਰਸ਼ ਦੀ ਰਵਾਇਤ ਆ, ਸਾਡੇ ਕੋਲ ਸ਼ਾਂਤਮਈ ਰਵਾਇਤ ਵੀ ਆ, ਸਾਡੇ ਕੋਲ ਜਿਹੜੀ ਹੈਗੀ ਆ ਉਹ ਦੂਜੀ ਜਿਹੜੀ ਆ ਉਹ ਖਾੜਕੂ ਰਵਾਇਤ ਵੀ ਹੈਗੀ ਆ। ਗੁਰੂ ਅਰਜਨ ਦੇਵ ਸਾਹਿਬ ਸਾਡੇ ਕੋਲ ਸੰਘਰਸ਼ ਦੀ ਸ਼ਾਂਤਮਈ ਰਵਾਇਤ ਆ ਕਿ ਜ਼ਾਲਮ ਦਾ ਜਿਹੜਾ ਹੈਗਾ ਉਹ ਮੂੰਹ ਤੋੜ ਜਵਾਬ ਦੇਣ ਲਈ, ਜ਼ਾਲਮ ਦੇ ਜ਼ੁਲਮ ਨੂੰ ਜਿਹੜਾ ਹੈਗਾ ਉਹਦਾ
ਉਹਦੇ ਅੱਗੇ ਈਨ ਨਾ ਮੰਨਣ ਦੇ ਲਈ ਉਹਨਾਂ ਨੇ ਤੱਤੀ ਤਵੀ ਦੇ ਉੱਤੇ ਵੀ ਬਹਿ ਕੇ ਵਿਖਾਇਆ। ਪਰ ਗੁਰੂ ਹਰਗੋਬਿੰਦ ਸਾਹਿਬ ਨੇ ਸ਼ਮਸ਼ੀਰ ਧਾਰਨ ਕਰਕੇ ਸੱਤਾ ਦੇ ਨਾਲ ਲੜ ਕੇ ਵਿਖਾਇਆ। ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਾਂਤਮਈ ਰਹਿੰਦਿਆਂ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਸੀਸ ਕੁਰਬਾਨ ਕੀਤਾ। ਪਰ ਗੁਰੂ ਗੋਬਿੰਦ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ, ਬੰਦਾ ਬਹਾਦਰ ਹੋਰਾਂ ਦੀ ਅਗਵਾਈ ਦੇ ਵਿੱਚ ਮੁਗਲ ਸਲਤਨਤ ਦੀ ਇੱਟ ਦੇ ਨਾਲ ਇੱਟ ਖੜਕਾ ਦਿੱਤੀ ਗਈ। ਇਹ ਉਹ ਸਾਰਾ ਇਤਿਹਾਸ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਦੁਬਾਰਾ ਤੋਂ ਦੁਹਰਾ ਰਿਹਾ। ਜਦੋਂ ਅਸੀਂ 3 ਮਹੀਨੇ ਪੰਜਾਬ ਦੇ ਵਿੱਚ ਸੰਘਰਸ਼ ਕੀਤਾ, ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਟੋਲਾਂ ਨੂੰ ਘੇਰਿਆ, ਸ਼ਾਂਤਮਈ ਤਰੀਕੇ ਦੇ ਨਾਲ ਪੰਪਾਂ ਨੂੰ ਘੇਰਿਆ, ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਹੈਗਾ ਰੇਲਵੇ ਟਰੈਕਸ ਨੂੰ ਘੇਰਿਆ। ਪਰ ਜਦੋਂ 26 ਨਵੰਬਰ ਨੂੰ ਦਿੱਲੀ ਦੇ ਵੱਲ ਕੂਚ ਕਰਨ ਦੇ ਲਈ ਅਸੀਂ ਤੁਰੇ ਤਾਂ ਉਦੋਂ ਸ਼ਾਂਤਮਈ ਤਰੀਕੇ ਦੇ ਨਾਲ ਤੁਰੇ। ਪਰ ਜਦੋਂ ਸਾਨੂੰ ਰੋਕਿਆ ਗਿਆ ਦਿੱਲੀ ਵੱਲ ਵਧਣ ਲਈ ਤਾਂ ਉੱਥੇ ਫਿਰ ਅਸੀਂ ਆਪਣੀ ਖਾੜਕੂ ਰਵਾਇਤ ਦਾ ਮੁਜੱਸਮਾ ਵੀ ਪੇਸ਼ ਕੀਤਾ। ਹਰਿਆਣਾ ਪੁਲਿਸ ਦੀਆਂ ਰੋਕਾਂ ਨੂੰ ਤੋੜਦਿਆਂ ਹੋਇਆਂ ਜਿਹੜੇ ਕਿਸਾਨ ਨੇ, ਹਰਿਆਣੇ ਤੇ ਪੰਜਾਬ ਦੇ ਕਿਸਾਨ ਖਾਸ ਤੌਰ ਤੇ, ਉਹ ਦਿੱਲੀ ਦੇ ਵਿੱਚ ਪਹੁੰਚੇ। ਤਾਂ ਉਸ ਤੋਂ ਲੈ ਕੇ 26 ਨਵੰਬਰ ਤੋਂ ਲੈ ਕੇ 26 ਜਨਵਰੀ ਤੱਕ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਅਸੀਂ ਬੈਠੇ ਹਾਂ। ਔਰ ਅੱਜ ਫੇਰ ਦੁਬਾਰ ਤੋਂ ਜਿਹੜੀ ਉਹ ਰਵਾਇਤ ਆ ਸਾਡੀ ਸ਼ਾਂਤਮਈ, ਜਦੋਂ ਲੋੜ ਆ ਉਦੋਂ ਸ਼ਾਂਤਮਈ ਰਹਿਣ ਦੀ, ਜਦੋਂ ਖਾੜਕੂ ਹੋਣ ਦੀ ਲੋੜ ਆ ਉਦੋਂ ਖਾੜਕੂ ਹੋਣ ਦੀ ਸਮਝ ਬੁੱਧੀ ਨੂੰ ਰੱਖਦਿਆਂ ਹੋਇਆਂ ਸੰਘਰਸ਼ ਦੀ ਲੋੜ ਦੇ ਮੁਤਾਬਕ ਸੰਘਰਸ਼ ਦੇ ਪੈਂਤੜੇ ਅਖਤਿਆਰ ਕਰਨ ਦੀ ਜਿਹੜੀ ਸਾਡੀ ਵਿਰਾਸਤ ਆ, ਉਹਦੇ ਮੁਤਾਬਕ ਅੱਜ ਫੇਰ ਜਿਹੜੇ ਕਿਸਾਨ ਨੇ ਉਹ ਜਿਹੜੇ ਹੈਗੇ ਲਾਲ ਕਿਲੇ ਤੱਕ ਪਹੁੰਚ ਗਏ ਆ। ਔਰ ਉੱਥੇ ਅਥਰੂ ਗੈਸ ਦੇ ਗੋਲਿਆਂ ਦਾ ਵੀ ਉਹਨਾਂ ਨੂੰ ਸਾਹਮਣਾ ਕਰਨਾ ਪਿਆ, ਉਹਨਾਂ ਨੂੰ ਡਾਂਗਾਂ ਦਾ ਵੀ ਸਾਹਮਣਾ ਕਰਨਾ ਪਿਆ, ਪੁਲਿਸ ਦੇ ਤਸ਼ੱਦਦ ਦਾ ਵੀ ਸਾਹਮਣਾ ਕਰਨਾ ਪਿਆ। ਫਿਰ ਉੱਥੇ ਇਹ ਸਿੱਧ ਕਰਤਾ ਕਿ ਅਸੀਂ ਗਾਂਧੀ ਨਹੀਂ ਹੈਗੇ, ਅਸੀਂ ਜਿਹੜੇ ਹੈਗੇ ਆ ਉਹ ਗੁਰੂ ਗੋਬਿੰਦ ਸਿੰਘ ਹੋਰਾਂ ਦੇ, ਗੁਰੂ ਹਰਗੋਬਿੰਦ ਸਾਹਿਬ ਦੇ, ਬੰਦੇ ਬਹਾਦਰ ਦੇ ਯੋਧਿਆਂ ਦੇ, ਬਾਬਾ ਬਘੇਲ ਸਿੰਘ ਹੋਰਾਂ ਦੇ, ਭਗਤ ਸਿੰਘ ਹੋਰਾਂ ਦੇ, ਊਧਮ ਸਿੰਘ ਦੇ ਹੋਰਾਂ ਦੇ ਵਾਰਸ ਆ। ਸੰਘਰਸ਼ ਜਿਹੜੇ ਹੈਗੇ ਨੇ ਉਹਦੇ ਹਰ ਤਰ੍ਹਾਂ ਦੇ ਪੈਂਤੜੇ ਦੀ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋਏ ਕਿਸਾਨ ਨੂੰ ਸਮਝਾ ਕਿ ਕਦੋਂ ਅਸੀਂ ਸ਼ਾਂਤਮਈ ਰਹਿਣਾ, ਉਦੋਂ ਸ਼ਾਂਤਮਈ ਰਾਹ ਅਖਤਿਆਰ ਕਰਦਾ। ਜਦੋਂ ਉਹਨੂੰ ਇਹ ਹੁੰਦਾ ਕਿ ਅਸੀਂ ਹੁਣ ਅੱਗੇ ਵਧਣਾ, ਸਾਨੂੰ ਜਿਹੜਾ ਹੈਗਾ ਉਹ ਸੱਤਾ ਜਿਹੜੀ ਹੈਗੀ ਉਹ ਆਪਣੇ ਜ਼ੁਲਮ ਦੇ ਜਿਹੜੇ ਉਹਨਾਂ ਦੇ ਪੈਂਤੜੇ ਉਹਦੇ ਰਾਹੀਂ ਸਾਨੂੰ ਰੋਕਣ ਦੀ ਕੋਸ਼ਿਸ਼ ਕਰੂਗੀ, ਤਾਂ ਫਿਰ ਉਹ ਆਪਣੀ ਖਾੜਕੂ ਜਿਹੜੀ ਹੈਗੀ ਆ, ਉਹਨਾਂ ਦੀ ਜਿਹੜੀ ਬਿਰਤੀ ਆ, ਉਹਦੇ ਤਹਿਤ ਉਹ ਰੋਕਾਂ ਤੋੜ ਕੇ ਅੱਗੇ ਵੀ ਵੱਧ ਸਕਦਾ। ਉਹ ਅੱਜ 26 ਨਵੰਬਰ ਨੂੰ ਵੀ ਸਾਬਤ ਕੀਤਾ ਔਰ ਅੱਜ 26 ਜਨਵਰੀ ਨੂੰ ਵੀ ਸਾਬਤ ਕਰਤਾ। ਔਰ ਪਿਛਲੇ 2 ਮਹੀਨਿਆਂ ਤੋਂ ਸ਼ਾਂਤਮਈ ਰਹਿ ਕੇ ਇਹ ਵੀ ਸਾਬਤ ਕਰਤਾ ਕਿ ਅਸੀਂ ਹੁੱਲੜਬਾਜ਼ ਨਹੀਂ ਹੈਗੇ, ਅਸੀਂ ਸ਼ਾਰਟ ਟੈਂਪਰਡ ਨਹੀਂ ਹੈਗੇ, ਅਸੀਂ ਜਿਹੜੇ ਹੈਗੇ ਆ ਉਹ ਅਸੀਂ ਜਾਬਤੇ ਦੇ ਵਿੱਚ ਆ, ਅਨੁਸ਼ਾਸਨ ਦੇ ਵਿੱਚ ਆ। ਪਰ ਜਿਹੜਾ ਸਾਡਾ ਜੁਝਾਰੂ ਪੁਣਾ ਆ, ਉਹ ਜਿਹੜੀ ਸਾਡੇ ਸ਼ਾਂਤ ਪੁਣੇ ਨੂੰ, ਸਾਡੇ ਜਿਹੜਾ ਜਾਬਤੇ ਨੂੰ ਇਹ ਨਾ ਸਮਝਿਆ ਜਾਵੇ ਕਿ ਅਸੀਂ ਜਿਹੜਾ ਹੈਗੇ ਉਹ ਸਾਡੇ ਵਿੱਚੋਂ ਜੁਝਾਰੂ ਪੁਣਾ ਜਿਹੜਾ ਹੈਗਾ ਉਹ ਖਾਰਜ ਹੋ ਗਿਆ। ਇਹ ਗੱਲ ਜਿਹੜੀ ਹੈਗੀ ਆ ਉਹ ਅੱਜ ਫੇਰ ਦੁਬਾਰ ਤੋਂ ਹਿੰਦੁਸਤਾਨ ਭਰ ਦੇ ਕਿਸਾਨਾਂ ਨੇ, ਖਾਸ ਕਰਕੇ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਨੇ ਜਿਹੜਾ ਹੈਗਾ ਇੱਕ ਦੂਜੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ, ਇੱਕ ਦੂਜੇ ਦੇ ਨਾਲ ਲੱਗ ਕੇ, ਇਕੱਠੇ ਹੋ ਕੇ, ਹਰਿਆਣਾ ਸਾਡਾ ਭਰਾ ਆ, ਉਹਨਾਂ ਨੇ ਅੱਗੇ ਲੱਗ ਕੇ ਜਿਹੜਾ ਹੈਗਾ ਉਹ 25 ਨਵੰਬਰ ਨੂੰ, ਪੰਜਾਬ ਨੇ 26 ਨਵੰਬਰ ਨੂੰ ਰੋਕਾਂ ਤੋੜੀਆਂ ਸੀ, ਹਰਿਆਣੇ ਦੇ ਭਰਾਵਾਂ ਨੇ ਜਿਹੜਾ 25 ਨਵੰਬਰ ਨੂੰ ਰੋਕਾਂ ਤੋੜਤੀਆਂ ਸੀਗੀਆਂ। ਪਰ ਅੱਜ ਵੀ ਹਰਿਆਣੇ ਦੇ ਭਰਾ ਨੇ ਜਿਹੜੇ ਉਹ ਅੱਗੇ ਲਾ ਕੇ ਪੰਜਾਬ ਦੇ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਹੈਗਾ ਉਹ ਰੋਕਾਂ ਤੋੜ ਕੇ ਦਿੱਲੀ ਦੇ ਲਾਲ ਕਿਲੇ ਤੱਕ ਪਹੁੰਚ ਗਏ ਆ। ਪੂਰੇ ਹਿੰਦੁਸਤਾਨ ਦੇ ਕਿਸਾਨ ਜੀ, ਤੁਸੀਂ ਦੂਜੇ ਸੂਬਿਆਂ ਦੇ ਕਿਸਾਨ ਵੀ ਜਿਹੜੇ ਹੈਗੇ ਆ, ਰਾਜਸਥਾਨ ਦੇ, ਯੂਪੀ ਦੇ, ਬਿਹਾਰ ਦੇ, ਵੱਖ-ਵੱਖ ਸੂਬਿਆਂ ਦੇ ਕਿਸਾਨ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਆ ਉਹ ਦਿੱਲੀ ਵੱਲ ਨੂੰ ਵਧ ਰਹੇ ਆ। ਕਿਸਾਨ ਪਰੇਡ ਦੇ ਵਿੱਚ ਉਹ ਲਾਲ ਕਿਲੇ ਵੱਲ ਕੂਚ ਕਰਨਗੇ। ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਸੀ, ਤੁਸੀਂ ਕੀ ਕਰਦੇ ਹੋ? ਮੈਂ ਦਿੱਲੀ ਸਰਕਾਰ ਨੂੰ ਬਿਲਕੁਲ ਸਪਸ਼ਟ ਚੇਤਾਵਨੀ ਦੇਣਾ ਚਾਹੁੰਦਾ ਵੀ ਜਦੋਂ ਅਸੀਂ 2 ਮਹੀਨੇ ਸ਼ਾਂਤਮਈ ਬਹਿ ਕੇ ਪ੍ਰਦਰਸ਼ਨ ਕੀਤਾ, ਉਸ ਦੇ ਬਾਅਦ ਉਹਨਾਂ ਸਾਡੀ ਕੋਈ ਵੀ ਮੰਗ ਨੂੰ ਪੂਰਾ ਨਹੀਂ ਕੀਤਾ ਤੇ ਉਹਨੂੰ ਭਲੀ ਭਾਂਤ ਸਮਝਣਾ ਚਾਹੀਦਾ ਕਿ ਉਹਦੀਆਂ ਰੋਕਾਂ ਲਾਉਣ ਤੋਂ ਬਾਅਦ ਜੇਕਰ ਅੱਜ ਸਮੂਹ ਕਿਸਾਨ, ਜਿੰਨੇ ਵੀ ਕਿਸਾਨ ਵੱਖ-ਵੱਖ ਰਾਜਾਂ ਤੋਂ ਇੱਥੇ ਆ ਕੇ ਬੈਠੇ ਆ, ਉਹ ਲਾਲ ਕਿਲੇ ਤੇ ਪਹੁੰਚ ਸਕਦੇ ਆ ਤਾਂ ਉਸ ਤੋਂ ਅੱਗੇ ਵੀ ਉਹ ਕੁਝ ਕਰ ਸਕਦੇ ਆ। ਨਾ ਮਜਬੂਰ ਕੀਤਾ ਜਾਵੇ ਕਿ ਸਾਰੀ ਜਵਾਨੀ ਪੰਜਾਬ ਹਰਿਆਣੇ ਦੀ ਨੇ ਹੁਣ ਕਲਮਾਂ ਚੁੱਕ ਲੀਆਂ, ਕਿਤੇ ਦੁਬਾਰਾ ਉਹਨੂੰ ਖੰਡਿਆਂ ਨੂੰ ਹੱਥ ਨਾ ਪਾਉਣਾ ਪਵੇ। ਇਸ ਕਰਕੇ ਹਾਲਾਤ ਇਦਾਂ ਦੇ ਨਾ ਬਣਾਏ ਜਾਣ ਕਿ ਪੰਜਾਬ, ਹਰਿਆਣਾ ਜਾਂ ਸਮੂਹ ਦੇਸ਼ ਦੇ ਸਾਰੇ ਰਾਜਾਂ ਦੀ ਜਿਹੜਾ ਸ਼ਾਂਤੀ ਨਾਲ ਇੱਕ ਡਿਵੈਲਪਮੈਂਟ ਚੱਲ ਰਹੀ ਆ, ਉਹਦੇ ਵਿੱਚ ਫੇਰ ਕਿਤੇ ਨਾ ਕਿਤੇ ਇਹਨਾਂ ਨੂੰ ਖੰਡਾ ਚੁੱਕ ਕੇ ਦੁਬਾਰਾ ਸਟੇਟ ਦੇ ਵਿਰੁੱਧ ਖੜਨਾ ਪਵੇ। भारतीय किसान यूनियन जिंदाबाद, किसान मजदूर एकता जिंदाबाद, किसान मजदूर एकता जिंदाबाद। ਦਿੱਲੀ ਮੋਰਚਾ ਜਿੱਤਾਂਗੇ, ਦਿੱਲੀ ਮੋਰਚਾ ਜਿੱਤਾਂਗੇ, 26 ਜਨਵਰੀ ਦੀ ਪੂਰੀ ਤਿਆਰੀ, 26 ਜਨਵਰੀ ਦੀ ਪੂਰੀ ਤਿਆਰੀ, ਹੱਕ ਲੈ ਕੇ ਤੇਥੋਂ ਜਾਵਾਂਗੇ, ਦਿੱਲੀ ਦੇ ਵਿੱਚ ਅੜ ਜਾਾਂਗੇ, ਦਿੱਲੀ ਦੇ ਵਿੱਚ ਅੜ ਜਾਾਂਗੇ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਮੁੱਢੇ ਦੇਸ਼ ਦਾ ਕਿਸਾਨ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਾਈਵ ਅਸੀਂ ਫੇਸਬੁੱਕ ਤੇ ਕੰਟੀਨਿਊ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਉਰੇ ਜੈਮਰ ਲੱਗੇ ਹੋਏ ਨੇ, ਥਾਂ ਥਾਂ ਤੇ ਲਾਈਵ ਬ੍ਰੇਕ ਹੋ ਰਿਹਾ ਹੈ। ਹੁਣ ਵੀ ਲਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।
ਪਰ ਆ ਵੀਰਾਂ ਦੇ ਨਾਲ ਬਹੁਤ ਵਧੀਆ ਗੱਲਾਂ ਹੋ ਰਹੀਆਂ ਸੀਗੀਆਂ। ਲਾਈਵ ਡਿਸਕਨੈਕਟ ਹੋ ਗਿਆ, ਦੁਬਾਰਾ ਤੋਂ ਕਨੈਕਟ ਕਰਨ ਦੀ ਕੋਸ਼ਿਸ਼ ਕਰ ਰਹੇ, ਨਹੀਂ ਹੁੰਦਾ ਉਦੋਂ ਤੱਕ ਘੱਟੋ ਘੱਟ, ਕਿਉਂਕਿ ਇਹ ਉਹ ਇਤਿਹਾਸ ਆ ਜੋ ਦੁਹਰਾਇਆ ਨਹੀਂ ਜਾਣਾ, ਤੇ ਜਿਸ ਨੇ ਇਸ ਇਤਿਹਾਸਕ ਮੂਵਮੈਂਟ ਦੇ ਵਿੱਚ ਯੋਗਦਾਨ ਪਾਇਆ ਨਾ, ਉਹ ਵਡਮੁੱਲੇ ਨੇ ਸਾਡੇ ਵਾਸਤੇ। ਉਹਨਾਂ ਨੇ ਆਪਣਾ ਨਾਮ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਵਾ ਦਿੱਤਾ ਆ। ਇਹ ਬਜ਼ੁਰਗ ਇੱਕ ਸਾਡੇ ਕੋਲ ਬੈਠੇ ਨੇ, ਪਹਿਲਾਂ ਉਹਨਾਂ ਦਾ ਫਤਿਹ ਦੀ ਸਾਂਝ ਪਾਉਂਦੇ ਆ, ਉਹਨਾਂ ਦੇ ਵਿਚਾਰ ਸੁਣਦੇ ਆ, ਤੇ ਉਸ ਤੋਂ ਬਾਅਦ ਨੌਜਵਾਨਾਂ ਦੇ ਸੁਣਦੇ ਆ, ਕਿਉਂਕਿ ਹੁਣੇ ਪਤਾ ਇਹ ਲੱਗਿਆ ਹੈ ਕਿ ਦੀਪ ਸਿੱਧੂ ਨੇ ਲਾਲ ਕਿਲ੍ਹੇ ਦੇ ਉੱਤੇ ਕੇਸਰੀ ਝੰਡਾ ਲਹਿਰਾ ਦਿੱਤਾ ਹੈ, ਨਿਸ਼ਾਨ ਸਾਹਿਬ ਲਹਿਰਾ ਦਿੱਤਾ ਹੈ, ਇਤਿਹਾਸ ਸਿੱਖੀ ਦਾ ਦੁਹਰਾ ਦਿੱਤਾ ਹੈ। ਹੁਣ ਇਹ ਗੰਦੀਆਂ ਹਕੂਮਤਾਂ ਅੱਗੇ ਕੀ ਕਰਦੀਆਂ ਨੇ? ਲਾਠੀਚਾਰਜ ਵੀ ਕਿਸਾਨਾਂ ਉੱਤੇ ਕੀਤਾ, ਕਿਸਾਨਾਂ ਨੇ ਕਹਿਣਾ ਨਹੀਂ ਮੰਨਿਆ, ਗੋਦੀ ਮੀਡੀਆ ਨੇ ਇਹ ਵੀ ਪ੍ਰਚਾਰਿਆ, ਪਰ ਕਿਸਾਨ ਆਪਣੇ ਹੱਕ ਲੈਣ ਆਏ ਨੇ, ਤੇ ਅਸੀਂ ਹੱਕ ਸੱਚ ਦੀ ਆਵਾਜ਼ ਦੇ ਨਾਲ ਖੜੇ ਸੀ, ਖੜੇ ਆ, ਖੜੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਜੀ ਹਲਕਾ ਗੁਰੂ ਸਾਹਿਬ ਤੋਂ ਪਿੰਡ ਹਰਗੋਬਿੰਦਪੁਰਾ ਫਿਰੋਜ਼ਪੁਰ ਤੋਂ ਆਏ ਹਾਂ ਜੀ। ਬਹੁਤ ਟਰਾਲੀਆਂ ਟਰੈਕਟਰ ਤੇ ਕਿਸਾਨ ਆਏ ਨੇ, ਜਿਹਦੇ ਵਿੱਚ ਹਰ ਇੱਕ ਜਥੇਬੰਦੀ, ਮੁਲਾਜ਼ਮ, ਕਿਸਾਨ, ਗਰੀਬ, ਮਜ਼ਦੂਰ ਜਿੰਨੇ ਵੀ ਨੇ, ਅਸੀਂ ਇਸ ਮੀਡੀਆ ਵਾਲੇ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ, ਜਿਨ੍ਹਾਂ ਆਣ ਕੇ ਸਾਡੀ ਜਗ੍ਹਾ ਜਗ੍ਹਾ ਤੇ ਸਾਰ ਲੈਂਦੇ ਨੇ। ਆ ਵੇਖੋ ਕਿਹੋ ਜਿਹੇ ਗੰਦਿਆਂ ਥਾਵਾਂ ਤੇ ਅਸੀਂ ਬੈਠੇ ਹਾਂ, ਤੇ ਅਸੀਂ ਇਹੋ ਅਰਦਾਸ ਕਰਦੇ ਹਾਂ ਮਾਲਕ ਗਾੜੀ ਵੀ ਇਹ ਜਿਹੜੇ ਵੱਡੇ ਘਰਾਣੇ ਨੇ, ਦਾਨੀ ਬਾਨੀ ਨੇ, ਜਿਹੜੇ ਕਰੋਪੀਟਨ ਘਰਾਣੇ ਨੇ, ਸਾਰੇ ਖਤਮ ਹੋ ਜਾਣ ਤੇ ਇੱਥੇ ਰਾਜ ਹੋ ਜਾਵੇ ਖਾਲਸੇ ਦਾ। ਤੇ ਖਾਲਸਾ ਕੌਣ ਹੈ? ਕੋਈ ਜਾਤਾਂ ਪਾਤਾਂ ਦਾ ਖਾਲਸਾ ਨਹੀਂ, ਕੋਈ ਸਿੱਖੀ ਸਰੂਪਾਂ ਦਾ ਖਾਲਸਾ ਨਹੀਂ। ਖਾਲਸਾ ਹੋਏ ਜਿਹਦੇ ਕੰਮ ਖਾਲਸੇ ਵਾਲੇ ਹੋਣ। ਜੇ ਮਹਾਰਾਜਾ ਰਣਜੀਤ ਸਿੰਘ ਨੇ ਸਵੇਰੇ ਬੱਕਰੀ ਦੇ ਗਲ 'ਚ ਹਾਰ ਪਾ ਕੇ ਛੱਡ ਦਿੱਤੀ ਸੀ, ਉਹ ਸਾਰੀ ਦਿਹਾੜੀ ਘੁੰਮ ਘਮਾ ਕੇ ਤੇ ਸ਼ਾਮ ਨੂੰ ਉਹਦਾ ਹਾਰ ਵਾਪਸ ਆਇਆ ਸੀ। ਇੱਥੇ ਅੱਜ ਚੱਲਦੀਆਂ ਬੱਸਾਂ ਦੇ ਵਿੱਚ ਬਲਾਤਕਾਰ ਹੁੰਦੇ ਨੇ, ਤੇ ਉਹਨਾਂ ਦੀ ਇੱਕ ਦਿਨ ਖਬਰ ਆਉਂਦੀ ਆ, ਦੂਜੇ ਦਿਨ ਇਹ ਪ੍ਰਸ਼ਾਸਨ ਤੇ ਸਰਕਾਰਾਂ ਦਬਾ ਦਿੰਦੀਆਂ ਨੇ। ਤੇ ਅੱਜ ਤੱਕ ਵੇਖ ਲਓ ਕਿੰਨੇ ਹੋਏ ਨੇ। ਅੱਜ ਜਿੱਦਣ ਦੇ ਅਸੀਂ ਆਣ ਕੇ ਬਾਰਡਰਾਂ 'ਤੇ ਬੈਠੇ ਆ, ਇੱਕ ਵੀ ਡਾਕਾ, ਇੱਕ ਵੀ ਚੋਰੀ, ਇੱਕ ਵੀ ਬਲਾਤਕਾਰ ਨਹੀਂ ਹੋਇਆ। ਜੇ ਰਾਜ ਖਾਲਸੇ ਦਾ ਹੋਵੇ, ਖਾਲਸਾ ਕੋਈ ਜਾਤਾਂ ਪਾਤਾਂ ਦਾ ਖਾਲਸਾ ਨਹੀਂ, ਖਾਲਸਾ ਉਹ ਏ ਜਿਹਦਾ ਦਿਲ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲ ਉਹੀ ਕਹੀ ਜਾਂਦੀ ਹੈ, ਕਿਉਂਕਿ ਜਦੋਂ ਅਸੀਂ ਕਹਿੰਦੇ ਨੇ ਨਾ ਕਿ ਰਾਜ ਕਰਿਆ ਖਾਲਸਾ ਆਕੀ ਰਹੇ ਨਾ ਕੋਈ, ਗੱਲ ਖਾਲਸ ਦੀ ਆਉਂਦੀ ਹੈ। ਪਰ ਗੰਦੀਆਂ ਸਰਕਾਰਾਂ ਤੇ ਗੰਦਾ ਮੀਡੀਆ ਹਮੇਸ਼ਾ ਉਸ ਖਾਲਸ ਇਨਸਾਨ ਦੀ ਖਾਲਸ ਫਿਤਰਤ ਨੂੰ ਖਾਲਿਸਤਾਨ ਦੇ ਨਾਲ ਜੋੜ ਕੇ ਆਪਣੇ ਏਜੰਡੇ ਭੁਨਾਉਣ ਦੀ ਕੋਸ਼ਿਸ਼ ਕਰਦਾ। ਅਸੀਂ ਹੈ ਹੀ ਖਾਲਿਸਤਾਨ ਦੇ ਵਿੱਚ, ਜਿੱਥੇ ਖਾਲਸੇ ਦੇ ਝੰਡੇ ਝੂਲਦੇ ਨੇ ਨਾ, ਉਹ ਹਰ ਥਾਂ ਖਾਲਿਸਤਾਨ ਹੀ ਹੈ। ਜਿੱਥੇ ਸਿੱਖ ਹੈ, ਜਿੱਥੇ ਸਿਰ ਤੇ ਦਸਤਾਰ ਹੈ, ਜਿੱਥੇ ਅਸੀਂ ਕਕਾਰ ਪਾਏ ਹੋਏ ਨੇ, ਜਿੱਥੇ ਕਕਾਰ ਹੈ, ਉਹ ਹਰ ਥਾਂ ਖਾਲਿਸ ਹੈ, ਉਹ ਹਰ ਸਥਾਨ ਖਾਲਿਸਤਾਨ ਹੈ। ਹੁਣ ਉਹਨੂੰ ਤੁਸੀਂ ਜਿੱਦਾਂ ਮਰਜ਼ੀ ਭੁਨਾਓ, ਰੋਟੀਆਂ ਜਿੱਦਾਂ ਮਰਜ਼ੀ ਸੇਕੋ, ਪਰ ਇੱਕ ਪਾਸੇ ਜ਼ਰੂਰ ਧਿਆਨ ਦੇਣਾ ਕਿ ਜੇ ਜੋ ਬਾਪੂ ਨੇ ਕਿਹਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ, ਜੇ ਇਹ ਕੌਮ ਆਪਣੀ ਆਈ ਤੇ ਆ ਗਈ ਨਾ, ਤਾਂ ਖਾਲਸੇ ਦੇ ਝੰਡੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਲੱਗੇ ਹੋਏ ਨੇ, ਤੇ ਰਾਜ ਵੀ ਫਿਰ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਹੋਣਾ। ਤੇ ਜਿਹੜੇ ਇਹ ਗੰਦੇ ਏਜੰਡੇ ਲੈ ਕੇ ਚੱਲਦੇ ਨੇ, ਖਾਲਿਸਤਾਨ ਬਣਾਵਾਂਗੇ, ਇਹ ਕਰਾਂਗੇ, ਉਹ ਕਰਾਂਗੇ, ਉਹਨਾਂ ਨੂੰ ਕਹਿੰਦੇ ਆ ਕਿ ਬੇਨਤੀ ਹੈ ਭਰਾਵੋ, ਤੁਹਾਨੂੰ ਵਿਦੇਸ਼ਾਂ ਦੇ ਵਿੱਚ ਬੈਠ ਕੇ ਇਹ ਏਜੰਡੇ ਨਾ ਬਣਾਓ। ਖੁੱਲ੍ਹਾ ਸੱਦਾ ਦਿੰਦੇ ਆ, ਪੰਜਾਬ ਦੀ ਧਰਤੀ ਤੇ ਆਓ, ਉਰੇ ਆ ਕੇ ਫਿਰ ਅਨਾਉਂਸ ਕਰੋ ਕਿ ਲਾਲ ਕਿਲ੍ਹੇ ਤੇ ਝੰਡਾ ਚੜ੍ਹਾਉਣ ਵਾਲੇ ਨੂੰ ਕਿੰਨਾ ਦਿੰਦੇ ਹੋ, ਤੇ ਮੋਗੇ ਝੰਡਾ ਚੜ੍ਹਾਉਣ ਵਾਲੇ ਨੂੰ ਕਿੰਨਾ ਦਿੰਦੇ ਹੋ। ਨੌਜਵਾਨੀ ਬਰਬਾਦ ਨਾ ਕਰੋ ਸਾਡੀ, ਕੁਰਾਹੇ ਨਾ ਪਾਓ ਨੌਜਵਾਨੀ ਨੂੰ, ਸਾਡੀ ਨੂੰ, ਕਿਉਂਕਿ ਸਾਨੂੰ ਨਹੀਂ ਪਤਾ ਤੁਸੀਂ ਕਿਸ ਮਨਸ਼ਾ ਦੇ ਨਾਲ ਲੱਗੇ ਹੋਏ ਹੋ। ਪਰ ਮੈਂ ਇੱਕ ਚੀਜ਼ ਕਹਾਂਗਾ, 2000 ਦੇ ਵਿੱਚ, 2001 ਦੇ ਵਿੱਚ ਪਾਣੀਆਂ ਦਾ ਵੀ ਰੈਫਰੈਂਡਮ ਹੋਇਆ ਸੀਗਾ, ਹਜੇ ਤੱਕ ਨਹੀਂ ਪਤਾ ਲੱਗਿਆ ਉਹ ਰੈਫਰੈਂਡਮ ਕਿੱਥੇ ਗਿਆ ਤੇ ਉਹਦੀ ਇਕੱਠੀ ਹੋਈ ਫੰਡਿੰਗ ਕਿੱਥੇ ਗਈ। ਆ ਜਿਹੜੇ ਹੁਣ ਰੈਫਰੈਂਡਮ, ਮੈਂ ਕੱਢਣਾ ਨਹੀਂ ਸੀ ਇਹ ਵਰਡ ਮੂੰਹ ਚੋਂ, ਪਰ ਉਹ ਟੱਬਰ ਮੈਂ ਦੇਖਦਾ ਆ ਜਿਹੜੇ ਬੱਚਿਆਂ ਨੇ ਮੋਗੇ ਵੀ ਝੰਡਾ ਚੜਾਇਆ ਸੀਗਾ, ਉਹਨਾਂ ਨੂੰ ਦੇਣਾ ਦਾ ਕੀ ਸੀ? ਉਹਨਾਂ ਦੇ ਟੱਬਰ ਆਪਣਾ ਸਭ ਕੁਝ ਵੇਚ ਵੱਟ ਕੇ ਬੱਚਿਆਂ ਨੂੰ ਜੇਲ੍ਹਾਂ ਤੋਂ ਰਿਹਾ ਕਰਾਉਣ ਪਿੱਛੇ ਲੱਗੇ ਹੋਏ ਨੇ। ਕਿਸੇ ਜਥੇਬੰਦੀ ਨੇ, ਕਿਸੇ ਨੇ ਕੋਈ ਸਾਰ ਨਹੀਂ ਲਈ। ਇਸ ਲਈ ਜਵਾਨ ਖੂਨ ਹੈ ਸਾਡਾ, ਉਹਨਾਂ ਨੂੰ ਨਾ ਭੜਕਾਓ, ਉਹਨਾਂ ਨੂੰ ਉਹ ਖੁਆਬ ਨਾ ਦਿਖਾਓ ਜਿਹੜੇ ਤੁਸੀਂ ਕਦੇ ਪੂਰੇ ਨਹੀਂ ਕਰ ਸਕਦੇ। ਇਹ ਆਪਣੀ ਕਰਨ ਤੇ ਆਏ ਨਾ, ਇਹਨਾਂ ਨੇ ਸਭ ਕਰ ਜਾਣਾ ਆ, ਕਲਗੀਧਰ ਦੇ ਵਾਰਸ ਦੇ, ਪਰ ਇਹ ਲਾਰੇ ਨਹੀਂ ਲਾਉਂਦੇ। ਹੱਕ ਸੱਚ ਦੀ ਆਵਾਜ਼ ਚੱਕ ਕੇ ਜ਼ਮੀਰਾਂ ਜਾਗਦੀਆਂ ਲੈ ਕੇ ਦਿੱਲੀ ਦੀ ਹਿੱਕ ਤੇ ਪਹੁੰਚੇ ਆ, ਹੱਕ ਲੈ ਕੇ ਜਾਣਗੇ।
ਅਗਰ ਤੁਹਾਡੀਆਂ ਵੀ ਵਾਕਈ ਜ਼ਮੀਰਾਂ ਜਾਗਦੀਆਂ ਨੇ, ਜੇ ਤੁਸੀਂ ਖਾਲਸ ਹੋਣ ਦੀ ਇੰਨੀ ਗੱਲ ਕਰਦੇ ਹੋ ਤਾਂ ਇਸ ਖਾਲਸੇ ਦੀ ਧਰਤੀ ਤੇ ਆ ਕੇ ਕਰੋ। ਤੁਸੀਂ ਵੀਰ ਕੀ ਕਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹਰਵਿੰਦਰ ਸਿੰਘ ਆ, ਪਿੰਡ ਅਲਫੂਕ, ਜ਼ਿਲ੍ਹਾ ਫਿਰੋਜ਼ਪੁਰ ਤੋਂ ਬੋਲਣ ਦਾ। ਮੈਂ ਇਹੀ ਕਹਿਣਾ ਚਾਹੁੰਦਾ ਆ ਜੀ, ਜੋ ਸਰਕਾਰ ਨੇ ਕਾਨੂੰਨ ਪਾਸ ਕੀਤੇ ਆ, ਇਹ ਤਾਂ ਉਹਨਾਂ ਨੇ ਆਪਣੇ ਫਾਇਦੇ ਲਈ ਕਾਨੂੰਨ, ਅਡਾਨੀਆਂ ਬਾਨੀਆਂ ਲਈ ਕਾਨੂੰਨ ਪਾਸ ਕੀਤੇ ਆ। ਸਾਡੇ ਲਈ ਇਹਦੇ 'ਚ ਕੋਈ ਫਾਇਦੇ ਵਾਲੀ ਗੱਲ ਨਹੀਂ ਆ। ਬਾਕੀ ਖਬਰ ਸੁਣੀ ਆ ਕਿ ਲਾਲ ਕਿਲੇ ਤੇ ਖਾਲਸੇ ਦਾ ਝੰਡਾ ਦੀਪ ਸਿੱਧੂ ਵੀਰ ਨੇ ਚਲਾਤਾ ਏ। ਖਾਲਸੇ ਦਾ ਝੰਡਾ ਪਹਿਲਾਂ ਵੀ ਆਪਣਾ ਇਤਿਹਾਸ ਏ, ਸਿੰਘਾਂ ਨੇ ਖਾਲਸੇ ਦਾ ਝੰਡਾ ਉੱਤੇ ਵੀ ਚੜਾਇਆ ਸੀ ਲਾਲ ਕਿਲੇ ਤੇ। ਇਹ ਇਤਿਹਾਸ ਦੁਬਾਰਾ ਵਾਪਰਿਆ ਹੈ, ਜੋ ਕਿ ਅੱਜ ਇਤਿਹਾਸਕ ਦਿਨ ਏ। ਬਾਕੀ ਸਰਕਾਰਾਂ ਨੂੰ ਇਹੋ ਕਹਿਣਾ ਚਾਹੁੰਦੇ ਆ ਵੀ ਸਾਡੇ ਹੱਕ ਸਾਨੂੰ ਦਿੱਤੇ ਜਾਣ, ਅਸੀਂ ਆਪਦੇ ਘਰਾਂ 'ਚ ਜਾਈਏ। ਨਹੀਂ ਤਾਂ ਅਸੀਂ ਇੱਥੇ ਬੈਠੇ ਆ, ਸਾਨੂੰ ਕਿਸੇ ਦਾ ਡਰ ਨਹੀਂ, ਨਾ ਸਾਨੂੰ ਖਾਲਿਸਤਾਨੀ ਕਹਿ ਕੇ ਪੰਡੋ, ਨਾ ਸਾਨੂੰ ਅੱਤਵਾਦੀ ਕਹਿ ਕੇ ਪੰਡੋ। ਅਸੀਂ ਆਪਣੇ ਹੱਕ ਲੈਣ ਆਏ ਆ। ਜਦੋਂ ਤਾਂ ਸਿੱਖ ਕੌਮ ਦੂਜਿਆਂ ਵਾਲੀ ਲੜਦੀ ਆ, ਉਦੋਂ ਤਾਂ ਕਹਿੰਦੇ ਆ ਇਹ ਸਿੱਖ ਕੌਮ ਦੇ, ਇਹ ਸਾਡੇ ਦੇਸ਼ ਦੇ ਰਾਖੇ ਨੇ। ਅੱਜ ਜਦੋਂ ਅਸੀਂ ਆਪਦੇ ਹੱਕ ਲੈਣੇ ਆ ਤਾਂ ਸਾਨੂੰ ਅੱਤਵਾਦੀ ਕਹਿੰਦੇ ਨੇ। ਰਹਿ ਗਈ ਗੱਲ ਖਾਲਿਸਤਾਨ ਦੀ, ਖਾਲਸੇ ਦਾ ਰਾਜ ਏ। ਜੇ ਆਪਾਂ ਹਿੰਦੁਸਤਾਨ ਹਿੰਦੂ, ਸਾਨੂੰ ਕੋਈ ਪ੍ਰੋਬਲਮ ਨਹੀਂ ਆ। ਜੇ ਉਹ ਹਿੰਦੁਸਤਾਨ ਕਹਿ ਸਕਦੇ ਆ ਤਾਂ ਅਸੀਂ ਆਪਣਾ ਖਾਲਸੇ ਦਾ ਨਾਂ ਕਿਉਂ ਨਹੀਂ ਲੈ ਸਕਦੇ? ਅਸੀਂ ਖਾਲਿਸਤਾਨ ਕਿਉਂ ਨਹੀਂ ਕਹਿ ਸਕਦੇ? ਇਸ ਦੇਸ਼ ਨੂੰ ਆਜ਼ਾਦ ਕਰਾਉਣ ਪਿੱਛੇ 90% ਸਿੱਖਾਂ ਦੀ ਕੁਰਬਾਨੀ ਏ, ਉਹ ਇਹਨਾਂ ਨੂੰ ਯਾਦ ਨਹੀਂ ਹੈ। ਜੇ ਅੱਜ ਸਿੱਖ ਇਹ ਦੇਸ਼ ਆਜ਼ਾਦ ਨਾ ਕਰਾਉਂਦੇ, ਭਗਤ ਸਿੰਘ ਹੋਣੀ, ਬਾਜਾਂ ਵਾਲਾ ਮੇਰਾ ਪਿਤਾ, ਜੇ ਬਾਜਾਂ ਵਾਲਾ ਪਿਤਾ ਸਾਡਾ ਦੇਸ਼ ਆਜ਼ਾਦ ਨਾ ਕਰਾਉਂਦਾ ਤਾਂ ਅੱਜ ਅਸੀਂ ਇੱਥੇ ਨਹੀਂ ਸੀ ਹੋਣਾ। ਅੱਜ ਨਾ ਹੀ ਸਾਡੇ ਕੋਈ ਸਿੱਖ ਗੁਰਦੁਆਰੇ ਹੋਣੇ ਸੀ, ਨਾ ਹੀ ਸਾਡੇ, ਅਸੀਂ ਸਾਰਿਆਂ ਨੇ ਮੁਸਲਮਾਨਾਂ ਥੱਲੇ ਆਪਣੇ ਕਰਨਾ ਸੀ। ਸੋ ਮੈਂ ਤਾਂ ਹੱਥ ਜੋੜ ਕੇ ਇਹ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਵੀ ਸਾਨੂੰ ਹੱਕ ਦਿੱਤੇ ਜਾਣ, ਸਾਨੂੰ ਖਾਲਿਸਤਾਨੀ ਅੱਤਵਾਦੀ ਕਹਿ ਕੇ ਨਾ ਭੰਡਿਆ ਜਾਵੇ। ਬਾਕੀ ਇਹ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦਾ, ਜੋ ਇਹਨਾਂ ਨੇ ਕਾਨੂੰਨ ਬਣਾਏ ਆ, ਇਹਨਾਂ 'ਚ ਇਹਨਾਂ ਨੇ ਜੋ ਆਪਣੇ ਜ਼ਮੀਨ ਦਾ 15 ਸਾਲ ਦਾ ਜੋ ਇਹਨਾਂ ਨੇ ਲਿਖਿਆ ਏ, ਸਾਰਿਆਂ ਨੂੰ ਪਤਾ ਏ ਵੀ 10 ਸਾਲ ਜ਼ਮੀਨ ਜੇ ਕੋਈ ਵਾਹ ਲੇ ਤਾਂ ਉਹਦੇ ਥੱਲੇ ਕਾਨੂੰਨ ਦੇ ਤੌਰ ਤੇ ਉਹਦੇ ਥੱਲੇ ਜ਼ਮੀਨ ਕਾਨੂੰਨੀ ਤੌਰ ਤੇ ਹੋ ਜਾਂਦੀ ਆ। ਜੋ ਹੋ ਜਾਂਦੀ ਹੈ ਪਟਾ ਇੱਕ ਪੜ ਜਾ ਚੜ ਜਾਂਦਾ। 10 ਸਾਲ ਤਾਂ ਬਹੁਤ ਪਹਿਲਾਂ ਸੀਗਾ ਪੁੱਤ ਮੇਰੇ, ਹੁਣ ਤਾਂ 3 ਸਾਲ ਕਰਤਾ ਹੈ। 3 ਸਾਲ ਵੀ ਲਗਾਤਾਰ ਕਈ ਬਾਗ ਆ ਜ਼ਮੀਨ, ਚੌਥੇ ਸਾਲ ਉਹ ਕਲੇਮ ਕਰ ਸਕਦਾ ਤੁਹਾਡੀ ਜ਼ਮੀਨ। ਅਤਿਆਚਾਰ ਬਹੁਤ ਕੀਤਾ ਜਾ ਰਿਹਾ ਜੀ, ਬਹੁਤ ਦਿੱਤਾ ਯਾਰ। ਇੱਕ ਜਵਾਨੀ ਨੂੰ ਪੰਡਿਆ ਬਹੁਤ ਜਾਂਦਾ। ਇਹ ਜੀ ਨਸ਼ੇ ਕਰਦੇ, ਚਿੱਟੇ ਕਰਦੇ ਆ। ਮੁਸਲਮਾਨਾਂ ਨੂੰ ਕਹਿ ਦਿੰਦੇ ਨਾ, ਕਈ ਮਾਸੂਮ ਮੁਸਲਮਾਨਾਂ ਨੂੰ ਅੱਤਵਾਦੀ ਕਹਿ ਕੇ ਅੰਦਰ ਕਰ ਦਿੰਦੇ। ਇਦਾਂ ਹੀ ਆਪਾਂ ਨੂੰ ਵੀ ਕੀਤਾ ਜਾ ਰਿਹਾ ਖਾਲਿਸਤਾਨੀ ਕਹਿ ਕੇ। ਮੈਂ ਸੁਣਿਆ 4 ਸਾਲ ਪਹਿਲਾਂ ਟ੍ਰੀਟੀ ਸਾਈਨ ਕੀਤੀ ਸੀ ਕਿ ਤੇਲ ਬੰਦ ਕੀਤਾ ਜਾ ਰਿਹਾ ਤੇ ਰਿਲਾਇੰਸ ਆਪਣੀ ਚੱਲ ਹੀ ਤੇਲ ਤੇ ਰਹੀ ਹੈ। ਇਸ ਕਰਕੇ ਜੋ ਇਹ ਆਪਣਾ ਸਹਾਰਾ ਲੈ ਕੇ ਕਰੋਨਾ ਵਾਇਰਸ ਦਾ ਨਾ, ਤੇ ਦੇਸ਼ ਸਾਰਾ ਵੇਚ ਦਿੱਤਾ ਇਹਨੇ। ਜੋ ਆਪਣੀਆਂ ਰੇਲਾਂ ਹੋ ਗਈਆਂ, 에ਅਰਪੋਰਟ ਹੋ ਗਏ, ਕਿ ਇਹ ਆਪਣਾ ਦੇਸ਼ ਵਿਕ ਜੇ ਤਾਂ ਵਿਕ ਜੇ, ਪਰ ਇਹਨਾਂ ਦੀ ਆਮਦਨ ਬੰਦ ਨਾ ਹੋਵੇ। ਚੌਥੇ ਨੰਬਰ ਤੇ ਆ ਗਿਆ ਸੀਗਾ ਇਹ ਆਪਣਾ ਅੰਬਾਨੀ ਹੁਣੀ, ਤਾਂ ਇਹਦੀ ਆਮਦਨ ਵਧਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਤਾਂ ਕਿ ਇਹ ਪਹਿਲੇ ਨੰਬਰ ਤੇ ਆ ਜੇ। ਹੋਰ ਇਹ ਅੱਗੇ ਵੀ ਇਹਨੇ ਬਹੁਤ ਅਤਿਆਚਾਰ ਕੀਤੇ। ਆਪਣਾ ਸਿੱਖਾਂ ਦਾ ਕੰਮ ਇਹ ਆ ਕਿ ਅਤਿਆਚਾਰ ਤੇ ਇਹਨਾਂ ਨੂੰ ਮਾਤ ਅੱਗੇ ਵੀ ਪਾਉਂਦਾ ਰਿਹਾ ਤੇ ਹੁਣ ਵੀ ਪਾਊਗਾ। ਬਿਲਕੁਲ ਜੀ, ਬਿਲਕੁਲ ਪਾਊਗਾ ਹੀ ਪਾਊਗਾ। ਕਿਉਂਕਿ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਲਾਸਟ ਟਾਈਮ ਮੈਂ ਕੋਨਲੀ ਸਿੰਘੂ ਬਾਰਡਰ ਤੇ ਸੀਗਾ ਤੇ ਮੈਂ ਮੁਸਲਮਾਨ ਵੀਰਾਂ ਦੀ ਇੰਟਰਵਿਊ ਕੀਤੀ ਸੀ, ਉਦੋਂ ਮੈਂ ਆਪਣੀ ਇੰਟਰਵਿਊ ਦੇ ਵਿੱਚ ਇੱਕ ਗੱਲ ਕਹੀ ਸੀ ਵੀ ਸਿਰ ਦੇ ਉੱਤੇ ਮੁਸਲਮਾਨ ਵੀਰ ਦੇ ਜਦੋਂ ਟੋਪੀ ਦੇਖ ਲਏ ਜਾਂ ਸਿੱਖ ਦੇ ਦਸਤਾਰ ਦੇਖ ਲਏ, ਉਹ ਦਹਿਸ਼ਤਗਰਦ ਹੁੰਦੇ ਨੇ, ਅਸੀਂ ਅੱਤਵਾਦੀ ਹੁੰਨੇ ਆ। ਤੇ ਥੱਲਿਓਂ ਹਿੰਦੂ ਵੀਰਾਂ ਨੇ ਕੁਝ ਨੇ ਕਮੈਂਟ ਕੀਤਾ ਸੀ, ਪਰ ਮੈਂ ਉਹੀ ਕਹਾਂਗੇ ਉਹ RSS ਜਾਂ ਭਾਜਪਾ ਦੇ ਹੀ ਹੋਣਗੇ, ਕਿਉਂਕਿ ਇੱਕ ਦੋ ਹੀ ਜਾਣੇ ਨੇ ਜਿਹੜੇ ਲਗਾਤਾਰ ਲੱਗੇ ਹੋਏ ਸੀ ਕਮੈਂਟ ਕਰਨ ਵਾਸਤੇ ਕਿ ਇਹ ਜਰਨਲਿਸਟ ਨਹੀਂ ਹੈ, ये रिपोर्टर नहीं है, ये आतंकवादी है जो लोगों को भिड़ाने की कोशिश कर रहा है। मैं ये कहांगा कि ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਹੈ, ਕਿਸੇ ਜਾਤ ਦੇ ਖਿਲਾਫ ਨਹੀਂ ਹੈ, ਅਸੀਂ ਤਸ਼ੱਦਦਾਂ ਦੇ ਖਿਲਾਫ ਹਾਂ, ਅਸੀਂ ਅਤਿਆਚਾਰਾਂ ਦੇ ਖਿਲਾਫ ਹਾਂ। ਹਿੰਦੂ ਵੀ ਸਾਡੇ ਵੀਰ ਨੇ, ਇਸ ਮੋਰਚੇ ਦੇ ਵਿੱਚ ਬਹੁਤ ਸਾਰੇ ਹਿੰਦੂ ਵੀਰ ਆਏ ਨੇ। ਪਿੱਛੇ ਉਹ ਟਰੈਕਟਰ ਦੇ ਉੱਤੇ ਵਿਸ਼ਾਲਨਾਥ ਪਟਿਆਲੇ ਤੋਂ ਨਾਲ ਆਏ ਹੋਏ ਨੇ, ਹਿੰਦੂ ਪ੍ਰੀਚਰ ਨੇ, ਲੋਕੀ ਉਹਨੂੰ ਮੰਨਦੇ ਨੇ। ਉਹ ਹਲੇ ਪਿੱਛੇ ਬੈਠਿਆ ਹੋਇਆ ਟਰੈਕਟਰ ਤੇ ਵੇਟ ਕਰ ਰਿਹਾ ਕਿ ਮੈਂ ਇੰਟਰਵਿਊ ਫਿਨਿਸ਼ ਕਰਾਂ ਤੇ ਨਾਲ ਚੱਲੇ। ਜਿਹੜੇ ਜਾਗਦੀਆਂ ਜ਼ਮੀਰਾਂ ਵਾਲੇ ਹਿੰਦੂ ਹੈ ਨੇ ਨਾ, ਜਿਨ੍ਹਾਂ ਨੂੰ ਡੰਡਿਆਂ ਤੋਂ ਝੰਡਿਆਂ ਤੋਂ ਕੁਛ ਨਹੀਂ ਲੈਣਾ, ਉਹ ਤੁਰਦੇ ਨੇ। ਵਿਸ਼ਾਲਨਾਥ ਵੀ ਸੰਤਾਂ ਦੀ ਗੱਲ ਕਰਦਾ, ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਗੱਲ ਕਰਦਾ। ਬੜੇ ਲੋਕ ਇਹਨੂੰ ਟਾਰਗੇਟ ਕਰਦੇ ਨੇ, RSS ਬਹੁਤ ਟਾਰਗੇਟ ਕਰਦੀ ਹੈ ਵੀ ਤੂੰ ਹਿੰਦੂ ਹੋ ਕੇ ਕਿਉਂ ਸੰਤਾਂ ਦੀ ਗੱਲ ਕਰਦਾ ਹੈ। ਹੋਰ ਤਾਂ ਹੋਰ ਸਾਡੇ ਆਪਣੇ ਬੱਚੇ ਸੰਤਾਂ ਦੀ ਗੱਲ ਕਰਨ ਤੋਂ ਡਰਦੇ ਨੇ, ਕਿਉਂਕਿ ਖਾਲਿਸਤਾਨ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਇਹ ਇੱਕ ਉਹ ਚੀਜ਼ ਹੈ ਜਿਹਨੂੰ ਜੋੜਿਆ ਹੀ ਸਿਰਫ ਅੱਤਵਾਦ ਦੇ ਨਾਲ ਜਾਂਦਾ ਹੈ।
ਇਹ ਨਹੀਂ ਦੱਸਿਆ ਜਾਂਦਾ 20ਵੀਂ ਸਦੀ ਦਾ ਮਹਾਨ ਜਰਨੈਲ ਆ, ਉਹ ਯੋਧਾ ਆ। ਉਹ ਇਹ ਨਹੀਂ ਦੱਸਿਆ ਜਾਂਦਾ ਵੀ ਉਸ ਵੇਲੇ ਕਿੱਦਾਂ ਦਾ ਹੜ੍ਹ ਆਇਆ ਸੀ। ਐਦਾਂ ਦਾ ਹੀ ਹੜ੍ਹ ਆਇਆ ਸੀ ਉਸ ਵੇਲੇ ਵੀ 80 ਤੋਂ ਬਾਅਦ। ਕਿਉਂ ਆਇਆ ਸੀ? ਉਸ ਇੱਕ ਸਿੰਘ ਨੇ ਅਜਿਹੀ ਵਿਉਂਤਬੰਦੀ ਕਰਤੀ ਸੀ, ਅਜਿਹੀ ਕਲਾ ਉਸ ਪਰਮਾਤਮਾ ਨੇ ਰਚਾਤੀ ਸੀ ਵੀ ਜਿਹੜੇ ਮਨਮੋਹ ਨੌਜਵਾਨ ਸੀ ਨਾ, ਨਸ਼ਾ ਛੱਡ ਕੇ ਨੀਲੇ ਬਾਣਿਆਂ 'ਚ ਆਉਣ ਲੱਗ ਪਏ ਸੀ। ਤਾਂ ਹੀ ਉਸ ਦਾ ਨਾਮ ਬਲੂ ਸਟਾਰ ਰੱਖਿਆ ਗਿਆ ਸੀ। ਨੀਲੇ ਬਾਣੇ, ਨੀਲੀਆਂ ਦਸਤਾਰਾਂ ਤੇ ਆਪਰੇਸ਼ਨ ਬਲੂ ਸਟਾਰ, ਕਿਉਂਕਿ ਉਹਨਾਂ ਨੇ ਉਸ ਸਟਾਰ ਨੂੰ, ਜੋ ਚਮਕਦਾ ਹੋਇਆ ਨੀਲਾ ਤਾਰਾ ਸੀ ਨਾ, ਉਹ ਮੁਕਾਣਾ ਸੀ। ਕਿਉਂਕਿ ਹਿੰਦ ਸਰਕਾਰ ਨੂੰ, ਇੰਦਰਾ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਸੀ ਵੀ ਆਹ ਜਿੱਦਾਂ ਚਮਕਣ ਲੱਗਿਆ ਆ, ਉਹ ਜਿੱਦਾਂ ਦੁਨੀਆ ਇਹਦੇ ਪਿੱਛੇ ਤੁਰਨ ਲੱਗੀ ਹੈ, ਜਿੱਦਾਂ ਇਹਨੂੰ ਫੋਲੋ ਕਰ ਰਹੀ ਹੈ, ਉਹ ਦਿਨ ਦੂਰ ਨਹੀਂ ਜਿੱਦਣ ਪੂਰਾ ਭਾਰਤ ਇਹਦੇ ਪਿੱਛੇ ਤੁਰੂਗਾ। ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਜਿੱਦਾਂ ਰਾਜ ਸੀ ਨਾ, ਉਹ ਹਰ ਧਰਮ, ਹਰ ਵਰਗ ਨੂੰ ਬਰਾਬਰ ਜਗ੍ਹਾ ਦਿੰਦੇ ਸੀ। ਉਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਰ ਕਿਸੇ ਦਾ ਫੈਸਲਾ ਸੱਚਾਈ ਤੇ ਇਮਾਨਦਾਰੀ ਦੇ ਨਾਲ ਕੀਤਾ ਜਾਂਦਾ ਸੀ। ਚਾਹੇ ਕੋਈ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਬੋਧੀ ਹੈ, ਜੈਨੀ ਹੈ, ਤੇ ਸਾਫ਼ ਕਿਹਾ ਜਾਂਦਾ ਸੀ ਆਪਣੇ ਧਰਮ 'ਚ ਪ੍ਰਪੱਖ ਰਹੋ। ਜੇ ਧੱਕਾ ਹੁੰਦਾ ਹੈ ਮੇਰੇ ਕੋਲ ਆਓ। ਜਿਹੜੇ ਕੋਰਟਾਂ ਕਚਹਿਰੀਆਂ 'ਚ ਫੈਸਲੇ ਨਹੀਂ ਸੀ ਹੁੰਦੇ, ਸੰਤ ਉਹ ਫੈਸਲੇ ਦਰਬਾਰ ਸਾਹਿਬ ਕਰਵਾਉਂਦੇ ਸੀ, ਅਕਾਲ ਤਖਤ ਸਾਹਿਬ ਵਿਖੇ ਕਰਵਾਉਂਦੇ ਸੀ। ਅੱਜ ਦੇ ਜਿਹੜੇ ਹੈਗੇ ਨੇ ਜਥੇਦਾਰ, ਸਰਕਾਰੀ ਜਥੇਦਾਰ ਜਾਂ ਸਾਡੇ ਪ੍ਰਧਾਨ, ਪਹਿਲਾਂ ਲੌਂਗੋਵਾਲ ਸੀ, ਖੈਰ ਆਹ ਕਿਸਾਨੀ ਘੋਲ ਦੇ ਦੌਰਾਨ ਬੀਬੀ ਜਗੀਰੋ ਨੂੰ ਲਗਾ ਦਿੱਤਾ ਹੈ ਦੁਬਾਰਾ ਤੋਂ ਬਾਦਲਾਂ ਨੇ। ਤੇ ਮੈਂ ਇਹੀ ਕਹਾਂਗਾ ਵੀ ਉਹਨਾਂ ਦੀਆਂ ਜ਼ਮੀਰਾਂ ਅਗਰ ਜਾਗਦੀਆਂ ਨੇ, ਕਿਤੇ ਵੀ ਜਾਗਦੀਆਂ ਨੇ, ਤਾਂ ਐਟਲੀਸਟ ਕਿਸਾਨੀ ਹੱਕ ਦੇ ਵਿੱਚ ਸੱਚਾਈ ਤੇ ਇਮਾਨਦਾਰੀ ਦੇ ਨਾਲ ਇੱਕ ਵਾਰ ਆਵਾਜ਼ ਜ਼ਰੂਰ ਬੁਲੰਦ ਕਰਨ, ਆਪਣੇ ਝੰਡੇ ਡੰਡੇ ਛੱਡ ਕੇ, ਆਪਣੀ ਪਾਰਟੀ ਦਾ ਪ੍ਰਚਾਰ ਛੱਡ ਕੇ। ਕਿਉਂਕਿ ਹੁਣ ਤੁਹਾਡੀਆਂ ਪਾਰਟੀਆਂ ਨੂੰ ਕੋਈ ਵੀ ਵੋਟ ਨਹੀਂ ਪਾਉਣ ਲੱਗਿਆ। ਉਹ ਤਲਵੇ ਚੱਟ ਅੰਨਾ ਹੀ ਹੋਊਗਾ ਜਿਹੜਾ ਕਾਂਗਰਸ, ਅਕਾਲੀ, ਭਾਜਪਾ ਇਹਨਾਂ ਪਾਰਟੀਆਂ ਨੂੰ ਵੋਟ ਪਾ ਜਾਏਗਾ। ਮੈਂ ਤਾਂ ਇੱਥੇ ਤੱਕ ਕਹਾਂਗਾ ਕਿ ਜੋ ਕੁਝ ਆਮ ਆਦਮੀ ਪਾਰਟੀ ਦੇ ਵਿੱਚ ਹੋਇਆ, ਕਿ ਝਾੜੂ ਪਹਿਲਾਂ ਵੱਜਿਆ ਸੀ, ਉਸ ਤੋਂ ਬਾਅਦ ਤੀਲਾ ਤੀਲਾ ਹੋਇਆ, ਉਹ ਵੀ ਤੁਹਾਡੇ ਸਾਹਮਣੇ ਹੀ ਹੈ। ਉਹਨਾਂ 'ਤੇ ਕਿੰਨਾ ਕੀ ਭਰੋਸਾ ਤੁਸੀਂ ਕਰ ਸਕਦੇ ਹੋ, ਉਹ ਵੀ ਤੁਹਾਡੇ 'ਤੇ ਡਿਸਾਈਡ ਹੈ। ਪਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਫਰਜ਼ ਬਣਦਾ ਹੈ ਵੀ ਹੁਣ ਇਸ ਜਿਹੜੀ ਕਲਾ ਪਰਮਾਤਮਾ ਨੇ ਰਚਾਈ ਹੈ, ਇਹਦੇ ਵਿੱਚੋਂ ਇੱਕ ਅਜਿਹੀ ਪਾਰਟੀ ਸਾਹਮਣੇ ਉਭਾਰੀ ਜਾਵੇ ਤਾਂ ਜੋ 2022 ਦੀਆਂ ਚੋਣਾਂ ਵਿੱਚ ਇਹਨਾਂ ਰਵਾਇਤੀ ਪਾਰਟੀਆਂ ਨੂੰ ਦਰਕਿਨਾਰ ਕਰਕੇ ਇੱਕ ਨਵੀਂ ਸਿਆਸਤ ਪੰਜਾਬ ਨੂੰ ਦਿੱਤੀ ਜਾਵੇ। ਤੇ ਸਾਡਾ ਆਪਣਾ ਵੀ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬਣਦੇ ਫਰਜ਼ ਨਿਭਾਈਏ। ਜਿੱਥੇ ਜੋ ਵੀ ਗਲਤ ਕਰ ਰਿਹਾ ਹੈ, ਚਾਹੇ ਉਹ ਸੰਤਰੀ ਹੈ, ਮੰਤਰੀ ਹੈ, ਚਾਹੇ ਉਹ ਸਾਡਾ ਜਥੇਦਾਰ ਹੈ, ਪ੍ਰਧਾਨ ਹੈ, ਉਹ ਸਾਡੇ ਹੀ ਥਾਪੇ ਹੋਏ ਨੇ ਤੇ ਸਾਡੇ ਪੈਸਿਆਂ ਦੇ ਨਾਲ ਉਹ ਲਗਜ਼ਰੀ ਲਾਈਫ ਜੀ ਰਹੇ ਨੇ। ਚਾਹੇ ਕੋਈ ਮੰਤਰੀ ਹੈ, ਸੰਤਰੀ ਹੈ, ਉਹਨਾਂ ਦੀ ਜੇਬ 'ਚੋਂ ਇੱਕ ਪੈਸਾ ਨਹੀਂ ਖਰਚ ਹੁੰਦਾ। ਪਰ ਹਾਂ, ਆਹ ਜਿਹੜੇ ਕਿਸਾਨ ਆਏ ਨੇ ਆਪਣੀਆਂ ਜੇਬਾਂ 'ਚੋਂ ਖਰਚ ਕੇ ਆਏ ਨੇ। ਫੇਰ ਵੀ ਗੰਦਾ ਮੀਡੀਆ ਤੇ ਗੰਦੀ ਸਿਆਸਤ ਇਹ ਪੁੱਛਦੀ ਹੈ ਕਿ ਫੰਡਿੰਗ ਕਿੱਥੋਂ ਹੋ ਰਹੀ ਹੈ। ਆ ਇੱਕ ਨੌਜਵਾਨ ਪਿੱਛੇ ਮੇਰੇ ਕੋਲ ਆਈ ਥਿੰਕ ਖੜਿਆ ਆ, ਸ਼ੰਭੂ ਮੋਰਚੇ ਤੋਂ ਆਈ ਥਿੰਕ ਇਹ ਨਾਲ ਹੈ, ਕਿਉਂਕਿ ਸ਼ੰਭੂ ਮੋਰਚਾ ਅਸੀਂ ਰੋਜ਼ ਲਾਈਵ ਕਰਦੇ ਸੀਗੇ ਡੇਲੀ 2-2.5 ਮਹੀਨੇ ਜਦੋਂ ਤੱਕ ਚੱਲਿਆ ਆ। ਜਿੱਦਣ ਆਈ ਥਿੰਕ ਬੈਰੀਕੇਡਿੰਗ ਅਸੀਂ ਤੋੜੀ ਆ, ਉਦੋਂ ਵੀ ਤੁਸੀਂ ਉੱਥੇ ਸੀਗੇ। ਤੇ ਇਹਦੇ ਨਾਲ ਵੀ ਜ਼ਰੂਰ ਗੱਲ ਕਰਦੇ ਆ। ਤੁਸੀਂ ਦੱਸੋ, ਤੁਹਾਨੂੰ ਮਤਲਬ 2 ਮਹੀਨੇ, ਉਹ 1.5 ਮਹੀਨਾ, ਇਹ ਕੀ ਐਕਸਪੀਰੀਅੰਸ? ਜੋ ਇਹ ਆਪਣਾ ਕਿਸਾਨੀ ਅੰਦੋਲਨ ਚੱਲਿਆ ਆ ਤੇ ਸ਼ੰਭੂ ਮੋਰਚੇ ਦਾ ਬਹੁਤ ਜ਼ਿਆਦਾ ਪ੍ਰਭਾਵ ਨੌਜਵਾਨਾਂ ਤੇ ਪਿਆ, ਕਿਉਂਕਿ ਜੋ ਦੀਪ ਸਿੱਧੂ ਦੀ ਸੋਚ ਸੀ ਉਹ ਬਹੁਤ ਹੀ ਅਲੱਗ ਸੀ। ਲੋਕਾਂ ਨੂੰ ਆਪਣੇ ਹੱਕਾਂ ਬਾਰੇ ਦੱਸਿਆ ਆ, ਉੱਤੇ ਦੱਸਿਆ ਜਾਂਦਾ ਸੀ ਕਿ ਆਪਣੇ ਹੱਕ ਕੀ ਨੇ ਤੇ ਆਪਣੇ ਸਟੇਟ ਦੇ ਹੱਕ ਕੀ ਨੇ ਤੇ ਆਪਣੇ ਜੋ ਰਾਜਨੀਤਿਕ ਲੀਡਰ ਨੇ ਇਹ ਕੀ ਰੋਲ ਨਿਭਾ ਰਹੇ ਨੇ, ਅਤੇ ਲੋਕਾਂ ਦੀ ਅੱਖਾਂ ਤੋਂ ਪਰਦਾ ਚੁੱਕਿਆ ਆ ਕਿ ਤੁਸੀਂ ਅੰਨੇ ਹੋ ਕੇ ਇਹਨਾਂ ਪਿੱਛੇ ਨਾ ਤੁਰੋ, ਤੁਸੀਂ ਆਪਣੇ ਹੱਕਾਂ ਦੀ ਆਵਾਜ਼ ਖੁਦ ਉਠਾਓ। ਤੇ ਖੁਦ ਮੁਖਤਿਆਰੀ ਦੀਆਂ ਗੱਲਾਂ ਉੱਥੇ ਹੋਈਆਂ ਨੇ, ਜਿੱਦਾਂ ਪਾਣੀਆਂ ਦੇ ਹੱਕ ਤੇ ਹੋਰ ਜੋ ਆਪਣੇ ਤੋਂ ਪੰਜਾਬ ਤੋਂ, ਜਿੱਦਾਂ ਆਪਣੀ ਪੰਜਾਬੀ ਖਤਮ, ਦੂਜੀ ਸਟੇਟਾਂ 'ਚ ਪੰਜਾਬੀ ਖਤਮ ਕਰ ਦਿੱਤੀ ਗਈ ਹੈ। ਤੇ ਜੋ ਆਪਣੇ ਰਾਜ ਦੀਆਂ ਜੋ ਆਪਣੀਆਂ ਪ੍ਰਾਪਤੀਆਂ ਉਹ ਗਣਾਈਆਂ ਜਾਂਦੀਆਂ ਸੀ, ਅਤੇ ਜੋ ਆਪਣੇ ਧਰਮ, ਜੋ ਆਪਣੇ ਸ਼ਹੀਦਾਂ ਨੇ, ਆਪਣੇ ਜਰਨੈਲਾਂ ਨੇ ਆਪਣੇ ਲਈ ਕੁਰਬਾਨੀਆਂ ਦਿੱਤੀਆਂ ਆ, ਉਹਨਾਂ ਬਾਰੇ ਉੱਥੇ ਸ਼ੰਭੂ ਮੋਰਚੇ ਸਾਨੂੰ ਬਹੁਤ ਜ਼ਿਆਦਾ ਗਿਆਨ ਮਿਲਿਆ, ਪਤਾ ਲੱਗਿਆ। ਕਿਉਂਕਿ ਅਸੀਂ ਵੀ ਇੱਕ ਪਹਿਲਾਂ ਪੋਲੀਟੀਕਲ ਪਾਰਟੀਆਂ ਦੇ ਝੰਡੇ ਚੱਕ ਕੇ ਤੁਰੇ ਹੋਏ ਸੀ, ਪਰ ਜਦੋਂ ਦਾ ਕਿਸਾਨੀ ਮੋਰਚਾ ਚੱਲਿਆ ਤੇ ਸ਼ੰਭੂ ਮੋਰਚਾ ਲੱਗਿਆ, ਉਸ ਦਿਨ ਤੋਂ ਅਸੀਂ ਸਾਰੇ ਰਾਜਨੀਤਿਕ ਝੰਡੇ ਛੱਡ ਕੇ ਇੱਕ ਝੰਡੇ ਥੱਲੇ ਇਕੱਤਰ ਹੋਏ, ਸਿਰਫ ਕਿਸਾਨੀ ਦਾ ਝੰਡਾ। ਕਿਉਂਕਿ ਦੀਪ ਸਿੱਧੂ ਦੀ ਸੋਚ ਸੀ ਕਿ ਆਪਾਂ ਕਿਸਾਨੀ ਦੇ ਝੰਡੇ ਥੱਲੇ ਇਕੱਤਰ ਹੋਈਏ ਤੇ ਆਪਾਂ ਖੁਦ ਮੁਖਤਿਆਰੀ ਜੋ ਆਪਣੇ ਬਣਦੇ ਹੱਕ ਨੇ
ਉਹ ਆਪਾਂ ਲਈਏ। ਤੇ ਜੋ ਅੱਜ ਪਤਾ ਲੱਗਿਆ ਕਿ ਬਾਈ ਦੀਪ ਸਿੱਧੂ ਨੇ ਜੋ ਲਾਲ ਕਿਲੇ ਦੇ ਝੰਡਾ ਲਹਿਰਾਇਆ, ਸਾਨੂੰ ਬਹੁਤ ਮਾਣ ਹੈ ਇਹੋ ਜਿਹੇ ਨੌਜਵਾਨਾਂ ਤੇ ਸਾਨੂੰ ਵੀ ਆਪਣੇ ਭਰਾ ਤੇ ਮਾਣ ਹੈ, ਤੇ ਨੌਜਵਾਨਾਂ ਨੂੰ ਵੀ ਮਾਣ ਹੋਣਾ ਚਾਹੀਦਾ। ਪੰਜਾਬ ਦੀ ਨੌਜਵਾਨੀ ਨੂੰ ਅੱਜ ਆਪਣੇ ਆਪ ਤੇ ਮਾਣ ਹੈ, ਕਿਉਂਕਿ ਜਿਸ ਦਿਨ ਬੈਰੀਕੇਡ ਤੋੜੇ ਨੇ ਉਸ ਦਿਨ ਵੀ ਦੀਪ ਸਿੱਧੂ ਬਾਈ ਵੱਲੋਂ ਸਾਡਾ ਬਹੁਤ ਸਾਥ ਦਿੱਤਾ ਗਿਆ ਆ ਤੇ ਨੌਜਵਾਨੀ ਨੂੰ ਜਗਾਇਆ ਆ, ਕਿਉਂਕਿ ਨੌਜਵਾਨੀ ਸੁੱਤੀ ਪਈ ਸੀ। ਨੌਜਵਾਨੀ ਇਹਨਾਂ ਰਾਜਨੀਤਿਕ ਪਾਰਟੀਆਂ ਦੇ ਝੰਡੇ ਚੱਕ ਕੇ ਟਰੈਕਟਰ ਰੈਲੀਆਂ 'ਚ ਫਿਰਦੀ ਸੀ, ਪਰ ਅੱਜ ਜੋ ਇਹ ਅਤੇ ਕਿਸਾਨਾਂ ਦੇ ਝੰਡੇ ਆਏ ਆ, ਨੌਜਵਾਨ ਆਪਣੇ ਆਪਣੇ ਖਰਚੇ ਤੇ ਆਏ ਆ, ਤੇ ਸਾਨੂੰ ਮਾਣ ਹੈ ਕਿ ਅਸੀਂ ਪੰਜਾਬ ਦੇ ਜੋ ਆਪਣੇ ਬਣਦੇ ਹੱਕ ਹੈ ਉਹ ਤੋਂ ਲੈ ਕੇ ਜਾਵਾਂਗੇ ਤੇ ਜਿੱਤ ਕੇ ਜਾਵਾਂਗੇ। ਸਤਿ ਸ੍ਰੀ ਅਕਾਲ। ਹੁਣ ਮੈਂ ਇੱਕ ਪੰਜਾਬ ਏਕਤਾ जिंदाबाद। ਹੁਣ ਮੈਂ ਇੱਕ ਚੀਜ਼ ਕਹਿਣਾ ਚਾਹਾਂਗਾ ਕਿ ਦੀਪ ਸਿੱਧੂ ਨੇ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਚੜਾਇਆ ਕਿ ਝੰਡਾ ਲਹਿਰਾ ਦਿੱਤਾ ਹੈ, ਪਰ ਬਹੁਤ ਸਾਰੇ ਲੋਕ ਅਜਿਹੇ ਹੋਣਗੇ ਜਿਹੜੇ ਇਸ ਨੂੰ ਗਲਤ ਠਹਿਰਾ ਰਹੇ ਹੋਣਗੇ। ਬਹੁਤ ਸਾਰੇ ਲੋਕ ਅਜਿਹੇ ਹੋਣਗੇ ਜਿਹੜੇ ਕਹਿ ਰਹੇ ਹੋਣਗੇ ਕਿ ਕਿਸਾਨੀ ਘੋਲ ਨੂੰ ਕਿਸੇ ਹੋਰ ਪਾਸੇ ਲੈ ਕੇ ਜਾਇਆ ਜਾ ਰਿਹਾ ਹੈ, ਬਦਨਾਮ ਕੀਤਾ ਜਾ ਰਿਹਾ ਹੈ, ਪਰ ਆਹ ਨੌਜਵਾਨ ਗਵਾਹ ਹੈ ਤੁਹਾਡੇ ਸਾਰੇ ਸਵਾਲਾਂ ਦਾ। ਤੇ ਇਹ ਇੱਕ ਨੌਜਵਾਨ ਨਹੀਂ ਹੈ। ਮੈਂ ਦੀਪ ਸਿੱਧੂ ਦੇ ਨਾਲ ਹਮੇਸ਼ਾ ਰਿਹਾ ਹਾਂ, ਤੁਹਾਡੇ ਸਾਹਮਣੇ ਬਹੁਤ ਵਾਰ ਇੰਟਰਵਿਊ ਕੀਤੀ ਹੈ ਤੇ ਉਹਨੂੰ ਸਪੋਰਟ ਕੀਤੀ ਹੈ। ਕਿਉਂ ਕੀਤੀ ਹੈ? ਕਿਉਂਕਿ ਉਹ ਜ਼ਮੀਨ ਦੀ ਅਸਲ ਹਕੀਕਤ ਦੀ ਗੱਲ ਕਰਦਾ ਹੈ, ਉਹ ਹਨੇਰੇ 'ਚ ਤੀਰ ਨਹੀਂ ਮਾਰਦਾ। ਅਸੀਂ ਇੱਕ ਵਾਰ ਆਪਣਾ ਆਪਾ ਗਵਾ ਸਕਦੇ ਹਾਂ ਪਿਆਰ ਦੇ ਵਿੱਚ, ਗੁੱਸੇ ਦੇ ਵਿੱਚ। ਅਸੀਂ ਇੱਕ ਵਾਰ ਰੋਸ਼ ਆਪਣਾ ਵਿਅਕਤ ਕਰਨ ਦੇ ਵਿੱਚ ਗਲਤ ਸ਼ਬਦਾਵਲੀ ਵਰਤ ਸਕਦੇ ਹਾਂ। ਮੈਂ ਵੀ ਗੁੱਸੇ ਦੇ ਵਿੱਚ ਵਰਤ ਲੈਂਦਾ, ਪਰ ਉਹ ਨੌਜਵਾਨ ਇੰਨੀ ਸੁਹਿਰਦਤਾ ਰੱਖਦਾ ਆ ਕਿ ਆਪਣੀ ਹਰ ਗੱਲ ਬੜੇ ਹੀ ਸਟੀਕ ਤੇ ਸਾਫ਼ ਲਫ਼ਜ਼ਾਂ ਦੇ ਵਿੱਚ ਕਹਿ ਜਾਂਦਾ ਆ, ਸਮਝਾ ਜਾਂਦਾ ਆ। ਅੱਜ ਤੱਕ ਉਸਨੇ ਕਦੇ ਕਿਸੇ ਕਿਸਾਨ ਜਥੇਬੰਦੀ ਦੇ ਕਿਸੇ ਆਗੂ ਦੇ ਖਿਲਾਫ ਇੱਕ ਸ਼ਬਦ ਨਹੀਂ ਬੋਲਿਆ, ਪਰ 2 ਮਹੀਨੇ ਜਿਸ ਨੌਜਵਾਨ ਨੇ ਸਾਰੇ ਪੰਜਾਬ ਨੂੰ ਜਗਾਇਆ, ਜਾਗਰੂਕ ਕੀਤਾ, ਜਦੋਂ ਦਿੱਲੀ ਦੀ ਹਿੱਕ ਤੇ ਆ ਕੇ ਮੋਰਚੇ ਲੱਗ ਗਏ, ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਫਰਜ਼ ਉਦੋਂ ਬਣਦਾ ਸੀ ਕਿ ਅਸੀਂ ਸਿਰ ਜੋੜਦੇ, ਕਿਉਂਕਿ ਅਸੀਂ ਮੱਥਾ ਕੇਂਦਰ ਨਾਲ ਲਾਇਆ ਸੀ। ਪਰ ਅਸੀਂ ਕੀ ਕੀਤਾ? ਦੀਪ ਸਿੱਧੂ ਦਾ ਬਾਈਕਾਟ, ਲੱਖੇ ਨੂੰ ਵੀ ਮਨਾ ਕੀਤਾ, ਉਦੂਕੇ ਜੀ ਨੂੰ ਮਨਾ ਕੀਤਾ, ਸੁਖਪ੍ਰੀਤ ਸਿੰਘ ਉਦੂਕੇ ਜੀ ਨੂੰ। ਸਾਡੀ ਕੌਮ ਵਾਸਤੇ ਉਹ ਇੰਨੇ ਮਹਾਨ ਇਤਿਹਾਸਕਾਰ ਨੇ। ਮੈਂ ਇਹੀ ਕਹਾਂਗਾ ਜਿਨ੍ਹਾਂ ਨੇ ਖੋਜਾਂ ਇੰਨੀਆਂ ਸਿੱਖੀਜ਼ਮ ਦੇ ਉੱਤੇ ਕੀਤੀਆਂ ਨੇ, ਸਿੱਖ ਧਰਮ ਉੱਤੇ ਕੀਤੀਆਂ ਨੇ, ਉਹਨਾਂ ਨੂੰ ਸਿੱਖੀਜ਼ਮ ਦਾ ਵਿਕੀਪੀਡੀਆ ਕਹਿ ਸਕਦੇ ਹੋ ਤੁਸੀਂ। ਤੇ ਉਦੂਕੇ ਜੀ ਤੱਕ ਨੂੰ ਤੁਸੀਂ ਮਨਾ ਕਰਤਾ। ਤੇ ਹੁਣ ਅਗਰ ਕੋਈ ਇਹ ਗੱਲ ਕਹਿੰਦਾ ਸੀ ਕਿ ਹਰੀਆਂ ਪੱਗਾਂ ਬੰਨੀਆਂ ਨੇ ਸਿਰ ਦੇ ਉੱਤੇ ਤੇ ਕਾਮਰੇਡ ਕਿਸੇ ਨੂੰ ਨਹੀਂ ਚੜਨ ਦਿੰਦੇ, ਤਾਂ ਉਹ ਤੁਹਾਨੂੰ ਬੁਰੀ ਲੱਗਦੀ ਸੀ। ਇਹ ਗੱਲਾਂ ਕਿਉਂ ਲੋਕੀ ਬੋਲਣ ਲੱਗੇ? ਨੌਜਵਾਨ ਕਿਉਂ ਬੋਲਣ ਲੱਗੇ? ਅਗਰ ਸ਼ੁਰੂਆਤ ਤੋਂ ਅਸੀਂ ਨੌਜਵਾਨੀ ਨਾਲ ਲੈ ਕੇ ਚੱਲੇ ਹੁੰਦੇ, ਅਗਰ ਨੌਜਵਾਨਾਂ ਦਾ ਗਿਆਨ, ਉਹਨਾਂ ਦੇ ਗੁਣ ਅਸੀਂ ਕੈਸ਼ ਕੀਤੇ ਹੁੰਦੇ ਕੇਂਦਰ ਨਾਲ ਮੱਥਾ ਲਾਉਣ ਵਾਸਤੇ। ਸਾਨੂੰ ਪਤਾ ਹੈ ਕਿ 31 ਜਥੇਬੰਦੀਆਂ ਨੇ, 32 ਜਥੇਬੰਦੀਆਂ ਸਤਿਕਾਰਯੋਗ ਨੇ। ਸਾਡੇ ਬਜ਼ੁਰਗ ਉਹ ਸਤਿਕਾਰਯੋਗ ਨੇ ਜਿਹੜਾ ਮੱਥਾ ਲਾਈ ਬੈਠੇ ਨੇ, ਜਿਨ੍ਹਾਂ ਨੇ ਇੰਨੀ ਮਜ਼ਬੂਤੀ ਦੇ ਨਾਲ ਇਹ ਸੰਘਰਸ਼ ਜਿੱਤਿਆ। ਜਿੱਤ ਗਏ ਹਾਂ ਅਸੀਂ ਸੰਘਰਸ਼। ਮੈਂ ਕਿਸੇ ਦੀ ਬੁਰਾਈ ਨਹੀਂ ਕਰ ਰਿਹਾ, ਪਰ ਮੈਂ ਇਹੀ ਬੇਨਤੀ ਕਰਦਾ ਹਾਂ ਵੀ ਅਸੀਂ ਭਰੋਸਾ ਰੱਖੀਏ, ਕੌਨਫੀਡੈਂਸ ਰੱਖੀਏ, ਓਵਰ ਕੌਨਫੀਡੈਂਟ ਨਾ ਹੋਈਏ। ਨੌਜਵਾਨਾਂ ਦੇ ਅੰਦਰ ਜੋ ਗੁਣ ਹੈ ਅਸੀਂ ਉਸ ਨੂੰ ਵੀ ਕੈਸ਼ ਕਰੀਏ, ਉਹਨਾਂ ਨੂੰ ਪਛਾਣ ਕੇ ਅੱਗੇ ਲਾਈਏ, ਤਾਂ ਜੋ ਟੇਬਲ ਟਾਕ ਜਦੋਂ ਕਰਨੀ ਹੈ ਤਾਂ ਨੌਜਵਾਨ ਆਪਣੇ ਵਿਊ ਵੀ ਰੱਖ ਸਕਣ। ਅਗਰ ਤੁਹਾਨੂੰ ਲੱਗਦਾ ਹੈ ਕਿ ਚਿੱਟੇ ਦਾੜੇ ਹੀ ਅੱਗੇ ਆਉਣੇ ਚਾਹੀਦੇ ਨੇ, ਤਾਂ ਫਿਰ ਨਾ ਤਾਂ ਇਹ ਸਿਆਸਤਾਂ ਮੁੱਕਣੀਆਂ ਨੇ ਤੇ ਨਾ ਇਹ ਗੰਦੀਆਂ ਰਾਜਨੀਤੀ ਕਰਨ ਵਾਲੀਆਂ ਰਵਾਇਤੀ ਪਾਰਟੀਆਂ, ਕਿਉਂਕਿ ਇਹਨਾਂ ਬੁੱਢੜੀਆਂ ਪਾਰਟੀਆਂ ਨੇ ਬੇੜੀਆਂ 'ਚ ਬੱਟੇ ਪੰਜਾਬ ਦੇ ਪਾਏ ਨੇ। ਤੇ ਜੇ ਤੁਸੀਂ ਇਹ ਕੱਢਣੇ ਨੇ, ਨੌਜਵਾਨਾਂ ਨੂੰ ਅਗਾਂਹ ਕਰਨਾ ਹੀ ਪੈਣਾ ਆ। ਤੇ ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ ਜੀ। ਹੋਰ ਕਿਸੇ ਨੇ ਕੋਈ ਆਪਣੀ ਗੱਲ ਰੱਖਣੀ ਹੈ ਸਾਹਮਣੇ? ਜੀ ਬੋਲੋ ਜੀ, ਬੋਲੋ। ਹਾਂਜੀ, ਅੱਜ ਇੰਨੀ ਖੁਸ਼ੀ ਸਾਨੂੰ ਹੋਈ ਆ। ਪਹਿਲਾਂ ਬਾਬਾ ਬਘੇਲ ਸਿੰਘ ਜੀ ਨੇ ਇਹ ਝੰਡਾ ਚੜਾਇਆ ਸੀ ਜਿਹੜਾ ਅੱਜ ਚੜਿਆ, ਬਹੁਤ ਵੱਡੀ ਖੁਸ਼ੀ ਆ ਤੇ ਬਹੁਤ ਵੱਡੀ ਕਿਸਾਨਾਂ ਦੀ, ਮਜ਼ਦੂਰਾਂ ਦੀ, ਸਾਰਿਆਂ ਧਰਮਾਂ ਦੀ ਬੜੀ ਵੱਡੀ ਪ੍ਰਾਪਤੀ ਆ। ਇੱਕ ਮੈਂ ਛੋਟੀ ਜਿਹੀ ਗੱਲ ਹੋਰ ਕਹਿਣੀ ਚਾਹੁੰਦਾ ਵੀ ਜਿਹੜੇ ਰਾਜਨੀਤਿਕ ਲੋਕ ਨੇ, ਇਹਨਾਂ ਦੀਆਂ 20-20 ਲੱਖ 30-30 ਲੱਖ ਪੈਨਸ਼ਨਾਂ ਨੇ, ਇਹ ਸਾਰੀਆਂ ਬੰਦ ਕੀਤੀਆਂ ਜਾਣ ਤੇ ਪੈਨਸ਼ਨਾਂ ਉਹਨਾਂ ਨੂੰ ਮਿਲਣ ਜਿਹੜੇ ਸਾਡੇ ਬਹਾਦਰ ਪੁੱਤਰ ਬਾਰਡਰਾਂ 'ਤੇ ਬੈਠੇ ਨੇ। ਜਿਹੜਾ ਚੀਨ 'ਚ ਬਾਰਡਰ 'ਤੇ ਬੈਠਾ ਮੌਤ ਦੇ ਮੂੰਹ 'ਚ, ਉਹਦੀ ਪੈਨਸ਼ਨ 20,000, ਇਹਨਾਂ ਦੀ 6-6 ਲੱਖ, ਕਿਸੇ ਦੀ 10-10 ਲੱਖ ਰੁਪਈਆ। ਮੈਂ ਇਹਨਾਂ ਗੱਲਾਂ ਨੂੰ ਕਹਿੰਦਾ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿ ਸ੍ਰੀ ਅਕਾਲ। ਗੱਲ ਗੱਲ ਉਹੀ ਹੈ ਕਿ ਅਸੀਂ ਕਹਿੰਦੇ ਆ ਜੋ ਉਹੀ ਕਰਦੇ ਆ। ਬਾਪੂ ਨੇ ਜੋ ਗੱਲਾਂ ਕਹੀਆਂ ਦਿਲੋਂ ਕਹੀਆਂ, ਕਿਉਂਕਿ ਇੱਕ ਵਾਰ ਕੋਈ ਐਮਐਲਏ ਬਣ ਜੇ, ਐਮਪੀ ਬਣ ਜੇ, ਉਹਨੂੰ ਪੈਨਸ਼ਨ ਲੱਗ ਜਾਂਦੀ ਹੈ। ਕਿਹਦੀ? ਆ ਇਹਨਾਂ ਦੀ ਕਮਾਈ ਆ ਉਹ। ਜਿੰਨੀ ਰਾਂ ਜਿੱਤੇ ਤੇ ਇਹ ਵਿਚਾਰੇ ਮਿੱਟੀ ਨਾਲ ਮਿੱਟੀ ਹੋ ਕੇ ਅਨਾਜ ਸਾਡੇ ਘਰਾਂ ਤੱਕ ਪਹੁੰਚਾਉਂਦੇ ਨੇ, ਤੇ ਜਦੋਂ ਮੰਡੀ 'ਚ ਜਾ ਕੇ ਅਨਾਜ ਸੁੱਟਦੇ ਨੇ ਤਾਂ ਇਹਨਾਂ ਨੂੰ ਆਪਣੀ ਲਾਗਤ ਤੇ ਵੀ ਮੁੱਲ ਬਰਾਬਰ ਨਹੀਂ ਮਿਲਦਾ, ਲਾਗਤ ਵੀ ਪੂਰੀ ਨਹੀਂ ਹੁੰਦੀ। ਫਿਰ ਉਸ ਤੋਂ ਬਾਅਦ ਚਾਲਾਂ ਅਜਿਹੀਆਂ ਚੱਲੀਆਂ ਜਾਂਦੀਆਂ ਨੇ, ਮਜਬੂਰੀ ਦੇ ਵਿੱਚ ਵਿਚਾਰੇ ਚਕਾਉਂਦੇ ਨੇ। ਦਾਣਾ ਕਮਜ਼ੋਰ ਹੈ ਜੀ। ਆਲੂ ਚੱਕਣ ਵਾਲੇ ਕਹਿੰਦੇ ਨੇ ਭਾਈ ਰਿੰਗ ਬਣਾਤਾ ਕੰਪਨੀਆਂ ਨੇ ਵੀ ਜਿਹੜੇ ਲੰਘ ਗਏ ਉਹ ਪਾਸ ਨੇ, ਬਾਕੀ ਜਿਹੜੇ ਇੱਧਰ ਉੱਧਰ ਡਿੱਗ ਗਏ ਉਹ ਫੇਲ ਨੇ, ਉਹ ਚਕਾਓ ਜਿੱਥੇ ਚਕਾਣੇ ਆ ਤੁਸੀਂ। ਇਹ ਚੀਜ਼ਾਂ ਹੋ ਰਹੀਆਂ ਨੇ, ਅੱਗੇ ਹੋਰ ਹੋਣਗੀਆਂ। ਆ 3 ਕਾਲੇ ਕਾਨੂੰਨ ਜਿਹੜੇ ਫਾਹਾ ਪਾਤਾ ਆ ਗਲੇ 'ਚ, ਇਹ ਹੌਲੀ ਹੌਲੀ ਰੱਸਾ ਹਲੇ ਨਹੀਂ ਖਿੱਚਣਗੇ, ਹਲੇ ਤਾਂ ਪਾਇਆ ਆ, ਹਲੇ ਤੁਹਾਨੂੰ ਸੋਨੇ ਦਾ ਹਾਰ ਦਿਖਾਣਗੇ। ਇਹ ਜਿਹੜਾ ਉੱਤੇ ਰੰਗਤ ਇਹਨਾਂ ਨੇ ਸੁਨਹਿਰੀ ਚੜਾਈ ਹੈ ਨਾ 3 ਆਰਡੀਨੈਂਸ ਦੀ ਸੁਨਹਿਰੀ ਰੰਗਤ, ਇਹ ਹੌਲੀ ਹੌਲੀ ਉਦੋਂ ਉਤਰਨੀ ਹੈ ਜਦੋਂ ਹੌਲੀ ਹੌਲੀ ਇਹ ਰੱਸਾ ਇਹਨਾਂ ਨੇ ਖਿੱਚਣਾ ਸ਼ੁਰੂ ਹੋਇਆ ਨਾ, ਫਿਰ ਸੋਨੇ ਦਾ ਵਰਕ ਜਿਹੜਾ ਰੱਸੇ ਤੇ ਲਪੇਟਿਆ ਨਾ ਉਹ ਉਤਰਨਾ ਸ਼ੁਰੂ ਹੋਊਗਾ, ਭੁਰ ਕੇ ਡਿੱਗਣਾ ਸ਼ੁਰੂ ਹੋਊਗਾ। ਤੇ ਜਦੋਂ ਸੰਗੀ ਕੁੱਟੀ ਜਾਊਗੀ ਫੇਰ ਪਤਾ ਲੱਗੂਗਾ ਅਸੀਂ ਗਲਤੀ ਕੀਤੀ ਕੀ। ਇਹ ਗੱਲ ਮੈਂ ਉਹਨਾਂ ਨੂੰ ਕਹਿ ਰਿਹਾ ਜਿਹੜੇ ਅਜੇ ਵੀ ਘਰਾਂ ਦੇ ਵਿੱਚ ਬੈਠ ਕੇ ਤਲਵੇ ਚੱਟਦੇ ਨੇ ਭਾਜਪਾ ਦੇ ਤੇ ਕਹਿੰਦੇ ਨੇ ਕਿ ਭਾਜਪਾ ਬੜੀ ਚੰਗੀ ਹੈ, ਮੋਦੀ ਜੀ ਬੜੇ ਚੰਗੇ ਨੇ। ਚੰਗੇ ਨੇ ਜੇ ਵਾਕਈ ਹੀ ਚੰਗੇ ਨੇ, ਭਾਜਪਾ ਦੇ ਮੰਤਰੀ ਵਾਕਈ ਹੀ ਚੰਗੇ ਨੇ। ਮੈਂ ਕਹਿੰਦਾ ਆ ਤੁਸੀਂ ਇੱਕ ਵਾਰ ਬਿਨਾਂ ਸਿਕਿਉਰਿਟੀ ਤੋਂ ਆ ਸੜਕਾਂ ਉੱਤੋਂ ਲੰਘ ਕੇ ਦਿਖਾ ਦਿਓ। ਜੇ ਸੱਚਾਈ ਹੈ ਤੁਹਾਡੇ ਅੰਦਰ, ਇਮਾਨਦਾਰੀ ਹੈ, ਤੁਹਾਨੂੰ ਲੱਗਦਾ ਤੁਸੀਂ ਬੜੇ ਚੰਗੇ ਕਰਮ ਕੀਤੇ ਨੇ, ਜਿਹੜੇ ਮਰਜ਼ੀ ਮੰਦਿਰ ਚਲ ਜਾਓ, ਜਿਹੜੇ ਮਰਜ਼ੀ ਮੱਠ ਚਲ ਜਾਓ, ਜਿਹੜੇ ਮਰਜ਼ੀ ਤੁਸੀਂ ਆਪਣੇ ਉੱਤੇ ਕਲਮੇ ਪੜਵਾ ਲਓ, ਆਓ ਆ ਸੜਕਾਂ ਕ੍ਰੋਸ ਕਰਕੇ ਦਿਖਾ ਦਿਓ ਆਪਣੀਆਂ ਝੰਡੀਆਂ ਡੰਡੀਆਂ ਲੈ ਕੇ। ਇੱਕ ਵਾਰ ਅਗਰ ਤੁਹਾਨੂੰ ਲੱਗਦਾ ਹੈ ਕਿ ਮੋਦੀ ਸਾਹਿਬ ਨੇ ਬੜਾ ਵਧੀਆ ਡਿਸੀਜਨ ਲਿੱਤਾ, ਤੇ ਜੇ ਹਿੰਮਤ ਨਹੀਂ ਪੈਂਦੀ ਨਾ ਤਾਂ ਸੋਚ ਲਿਓ ਤੁਸੀਂ ਵੀ ਕਰਪਟ ਹੋ, ਤੁਹਾਡਾ ਮੋਦੀ ਵੀ ਕਰਪਟ ਹੈ, ਤੇ ਉਹ ਗੰਦਾ ਮੀਡੀਆ ਗੋਦੀ ਵੀ ਕਰਪਟ ਹੈ ਜਿਹੜਾ ਆਹ ਕਿਸਾਨਾਂ ਨੂੰ ਅੱਤਵਾਦ ਤੇ ਵੱਖਵਾਦ ਦੱਸਦਾ ਆ। ਕਿਉਂਕਿ ਮੇਰੀਆਂ ਧੀਆਂ ਵੀ ਖੜੀਆਂ ਪਿੱਛੇ, ਭੈਣਾਂ ਵੀ ਖੜੀਆਂ ਨੇ ਪਿੱਛੇ, ਮਾਪੇ ਵੀ ਖੜੇ ਨੇ। ਇਹ ਉਹ ਟੱਬਰ ਨੇ ਜਿਹੜੇ ਜਾਗਦੀਆਂ ਜ਼ਮੀਰਾਂ ਵਾਲੇ ਨੇ, ਤੇ ਇਹ ਉਹ ਪਰਿਵਾਰ ਨੇ ਜਿਹਨਾਂ ਨੇ ਇਤਿਹਾਸ ਦੇ ਵਿੱਚ ਨਾਮ ਲਿਖਵਾ ਲਿਆ ਆ। ਇਹ ਜਿਹੜੀਆਂ ਚੀਜ਼ਾਂ ਨੇ ਇਹ ਕਦੇ ਵੀ ਦੁਹਰਾਈਆਂ ਨਹੀਂ ਜਾਣੀਆਂ। ਇਸ ਇਤਿਹਾਸ ਵਿੱਚ ਜਿਹਨੇ ਨਾਮ ਆਪਣਾ ਲਿਖਵਾ ਲਿਆ ਚੰਗੇ ਕਰਮਾਂ ਦੇ ਨਾਲ, ਉਹਦਾ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਏਗਾ। ਤੇ ਭਾਜਪਾ ਵਰਗੀਆਂ ਪਾਰਟੀਆਂ, ਮੋਦੀ ਵਰਗੇ ਲੋਕ, ਅਮਿਤ ਸ਼ਾਹ ਵਰਗੇ ਲੋਕ ਜਿਨ੍ਹਾਂ ਨੇ ਕਾਲੇ ਅੱਖਰਾਂ ਦੇ ਵਿੱਚ ਨਾਮ ਲਿਖਵਾ ਲਿਆ, ਉਹ ਰਹਿੰਦੀ ਦੁਨੀਆ ਤੱਕ ਕਾਲੇ ਅੱਖਰਾਂ ਦੇ ਵਿੱਚ ਹੀ ਯਾਦ ਕੀਤਾ ਜਾਏਗਾ। ਤੇ ਜਿੰਨੀ ਕੀ ਲਾਹਨਤ ਪੈਣੀ ਸੀ ਪੈ ਚੁੱਕੀ ਹੈ ਇਸ ਪਾਰਟੀ ਨੂੰ, ਇਸ ਪਾਰਟੀ ਦੇ ਨੁਮਾਇੰਦਿਆਂ ਨੂੰ, ਕੈਬਨਿਟ ਨੂੰ। ਮੈਂ ਇੱਕੋ ਹੀ ਬੇਨਤੀ ਕਰਾਂਗਾ, ਅਜੇ ਵੀ 26 ਤਰੀਕ ਨੂੰ ਚੜ੍ਹਾਈ ਕਰਨੀ ਸੀ, ਕਰ ਲਈ, ਝੰਡਾ ਤੱਕ ਲਾਲ ਕਿਲੇ ਤੇ ਲਹਿਰਾਤਾ। ਹੁਣ ਤੁਹਾਨੂੰ ਆਪਣੀ ਔਕਾਤ ਦੀ ਅਹਿਸਾਸ ਹੋ ਜਾਣੀ ਚਾਹੀਦੀ ਹੈ ਕਿ ਤੁਹਾਡੀ ਔਕਾਤ ਕੀ ਹੈ, ਤੁਸੀਂ ਕਿੱਥੇ ਕੀ ਡਿਜ਼ਰਵ ਕਰਦੇ ਹੋ। ਤੇ ਇਹ ਹੜ੍ਹ ਜੇ ਦਿੱਲੀ ਵੱਲ ਨੂੰ ਤੁਰ ਪਿਆ ਤਾਂ ਫਿਰ ਸੰਸਦ ਦੇ ਅੰਦਰ ਵੀ ਕੋਈ ਨਜ਼ਰ ਨਹੀਂ ਆਣਾ। ਤੇ ਮੈਂ ਪਿੱਛੋਂ ਗੱਲ ਕਰਦਾ ਆ, ਪਹਿਲਾਂ ਵੀ ਕਿਹਾ ਆ, ਕਿਸਾਨਾਂ ਨੇ ਜਥੇਬੰਦੀਆਂ ਨੇ ਡਿਸਾਈਡ ਕੀਤਾ, ਨਹੀਂ ਕੀਤਾ ਹਲੇ ਪਤਾ ਨਹੀਂ, ਪਰ ਉਹਨਾਂ ਨੇ ਕਹਿਤਾ ਆ 1 ਫਰਵਰੀ ਨੂੰ ਅਸੀਂ ਸੰਸਦ ਦਾ ਘਿਰਾਓ ਕਰਨਾ, ਗੱਡੀਆਂ ਲੈ ਕੇ ਜਾਈਏ ਨਾ ਲੈ ਕੇ ਜਾਈਏ, ਪੈਦਲ ਚਾਲੇ ਪਾਵਾਂਗੇ, ਕਿਹਨੂੰ ਫੜ ਲਓਗੇ ਤੁਸੀਂ। ਤੇ ਇਹ ਨੌਜਵਾਨੀ ਆ ਬਜ਼ੁਰਗਾਂ ਨੇ ਰੋਕੀ ਹੋਈ ਹੈ। ਜਿੱਦਣ ਇਹਨਾਂ ਨੇ ਥਾਪੜਾ ਦੇ ਦਿੱਤਾ ਨਾ ਕਿ ਪੁੱਤ ਜਾਓ ਚੱਕ ਦੋ, ਉਦੋਂ ਤੁਹਾਡਾ ਕੱਖ ਨਹੀਂ ਉੱਥੇ ਰਹਿਣਾ ਹੈਗਾ, ਨਾ ਬੈਰੀਕੇਡਿੰਗ ਨਜ਼ਰ ਆਣੀ, ਨਾ CRPF ਨਜ਼ਰ ਆਣੀ ਹੈ, ਨਾ ਪੁਲਿਸ ਬਲ ਤੁਹਾਡਾ ਨਜ਼ਰ ਆਣਾ ਹੈ। ਕਿਉਂਕਿ ਉਹ ਵੀ ਚੰਗੀ ਤਰ੍ਹਾਂ ਜਾਣਦੇ ਨੇ ਕਿ ਉਹਨਾਂ 'ਚ ਜਿੰਨਾ ਬਲ ਹੈ ਉਸ ਤੋਂ ਕਿਤੇ ਜ਼ਿਆਦਾ ਬਲ ਇਹਨਾਂ ਦੇ ਵਿੱਚ ਹੈ। ਉਹਨਾਂ ਨੇ ਜਿਹੜੇ ਪੱਥਰ ਲਾਉਣ ਨੂੰ 4-4 ਦਿਨ ਲਾਏ ਸੀ ਨਾ, ਇਹਨਾਂ ਨੇ 4 ਮਿੰਟ 'ਚ ਜਾ ਕੇ ਭਗਾ ਕੇ ਮਾਰੇ ਨੇ ਉਹ ਪੱਥਰ। ਇਸ ਲਈ ਕਹਿਣਾ ਆ, ਨਾ ਲਲਕਾਰੋ, ਨਾ ਪੁੱਠਾ ਕਰੋ, ਸ਼ਾਂਤੀ ਦੇ ਨਾਲ ਬਿੱਲ ਰੱਦ ਕਰੋ, ਰੱਦ ਕਰਕੇ ਹੱਸਦੇ ਖੇਡਦੇ ਇਹਨਾਂ ਕਿਸਾਨਾਂ ਨੂੰ ਘਰ ਤੁਰਦਾ ਕਰੋ। ਇੱਜ਼ਤ ਤੁਹਾਡੀ ਨਿਲਾਮ ਹੋ ਚੁੱਕੀ ਹੈ, ਆਪਣੀ ਜੱਗ ਹਸਾਈ ਬਿਨਾਂ ਮਤਲਬ ਤੋਂ ਨਾ ਕਰਵਾਓ। ਜੋ ਥੋੜੀ ਬਹੁਤੀ ਸ਼ਾਖ ਬਚੀ ਹੈ ਆਪਣੀ ਬਚਾ ਲਓ ਅਗਰ ਬਚਾ ਸਕਦੇ ਹੋ, ਨਹੀਂ ਤਾਂ 1 ਫਰਵਰੀ ਨੂੰ ਸਾਰੀ ਦੁਨੀਆ ਦੇ ਸਾਹਮਣੇ ਬਾਕੀ ਰਹਿੰਦੀ ਖੁੰਦੀ ਜਿਹੜੀ ਤੁਹਾਡੀ ਇੱਜ਼ਤ ਬਚੀ ਹੈ ਨਾ, ਉਹ ਵੀ ਨਿਲਾਮ ਇਹਨਾਂ ਨੌਜਵਾਨਾਂ ਨੇ, ਇਹਨਾਂ ਕਿਸਾਨਾਂ ਨੇ ਕਰ ਦੇਣੀ ਹੈ। ਇੰਨੀ ਕੀ ਬੇਨਤੀਆਂ ਪ੍ਰਵਾਨ ਕਰਨਾ। ਇਜਾਜ਼ਤ ਦਿਓ, ਅੱਗੇ ਦੀ ਵੀ ਅਪਡੇਟ ਦੇਣੀ, ਕਿਉਂਕਿ ਹਲੇ ਅਸੀਂ ਬਹੁਤ ਪਿੱਛੇ ਹਾਂ। ਤੇ ਜਿੱਥੇ ਵੀ ਜਾਣਾ ਕੋਈ ਵੀ ਚੀਜ਼ ਅੱਛੀ ਲੱਗਦੀ ਹੈ, ਕਿਉਂਕਿ ਇਤਿਹਾਸ ਹੈ ਇਹ ਮੋਰਚਾ, ਤੇ ਸਾਡਾ ਆਪਣਾ ਫਰਜ਼ ਬਣਦਾ ਹੈ ਕਿ ਅਸੀਂ ਚੰਗੀਆਂ ਚੀਜ਼ਾਂ ਜਿੰਨੀਆਂ ਕਿ ਪਰੋ ਕੇ ਸੰਗਤ ਦੇ ਸਾਹਮਣੇ ਰੱਖ ਸਕਦੇ ਹਾਂ, YouTube ਆਪਣੇ ਚੈਨਲਸ ਦੇ ਉੱਤੇ ਪਾ ਸਕਦੇ ਹਾਂ, ਪਾਈਏ।
ਤਾਂ ਕਿ ਕੱਲ ਨੂੰ ਜਦੋਂ ਇਹਨਾਂ ਦੇ ਟੱਬਰ ਦੇਖਣਗੇ 10 ਸਾਲ ਬਾਅਦ 15 ਸਾਲ ਬਾਅਦ ਇਹਨਾਂ ਦੇ ਬੱਚੇ ਪੁੱਛਣਗੇ ਕਿ ਬਾਪੂ ਤੂੰ ਗਿਆ ਸੀਗਾ ਮੋਰਚੇ ਤੇ, ਚਾਚਾ ਤੂੰ ਗਿਆ ਸੀ, ਤਾਇਆ ਤੂੰ ਗਿਆ ਸੀ। ਕਿਉਂਕਿ ਹੁਣ ਤਾਂ ਬੱਚੇ ਇਹ ਵੀ ਕਹਿਣ ਲੱਗ ਪਏ ਆ, ਪਿੱਛੇ ਵੀਰ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਸੀਗਾ, ਕਹਿੰਦਾ ਇਹਨਾਂ ਬੱਚਿਆਂ ਦਾ ਰਿਸ਼ਤੇ ਜਦੋਂ ਮੈਂ ਕੱਲ ਨੂੰ 20 ਸਾਲ ਬਾਅਦ ਕਰਨੇ ਹੋਣਗੇ ਤਾਂ ਪਹਿਲਾਂ ਮੈਂ ਇਹ ਪੁੱਛਾਂਗਾ ਵੀ ਮੋਰਚਾ ਜਦੋਂ ਲੱਗਿਆ ਸੀ ਤੁਹਾਡੇ ਟੱਬਰ 'ਚ ਕੋਈ ਗਿਆ ਸੀ ਜਾਂ ਨਹੀਂ ਗਿਆ ਸੀ। ਜੇ ਨਹੀਂ ਗਿਆ ਹੋਊਗਾ ਉਹਨਾਂ ਦੇ ਟੱਬਰ 'ਚ ਕੋਈ, ਤਾਂ ਮੈਂ ਆਪਣੇ ਬੱਚਿਆਂ ਦੇ ਰਿਸ਼ਤੇ ਨਹੀਂ ਕਰਾਂਗਾ ਉਸ ਪਰਿਵਾਰ ਦੇ ਵਿੱਚ। ਇੱਥੇ ਤੱਕ ਇਸ ਕਲਾ ਨੇ ਅਸਰ ਕਰ ਦਿੱਤਾ ਹੈ ਨੌਜਵਾਨਾਂ ਦੇ ਜ਼ਿਹਨ ਦੇ ਵਿੱਚ। ਇਸ ਲਈ ਕਹਾਂਗਾ ਅਗਰ ਤੁਸੀਂ ਅਜੇ ਤੱਕ ਇਹਨਾਂ ਮੋਰਚਿਆਂ ਦਾ ਹਿੱਸਾ ਨਹੀਂ ਬਣੇ ਤਾਂ ਜ਼ਰੂਰ ਬਣੋ, ਯੋਗਦਾਨ ਪਾਓ। ਕਿਸੇ ਚੀਜ਼ ਦੀ ਇੱਥੇ ਲੋੜ ਨਹੀਂ, ਕਿਸੇ ਚੀਜ਼ ਦੀ ਘਾਟ ਨਹੀਂ। ਕਲਾ ਉਸ ਪਰਮਾਤਮਾ ਦੀ ਵਰਤਾਈ ਜਾ ਰਹੀ ਹੈ। ਲੰਗਰ ਬਾਬੇ ਨਾਨਕ ਦੇ ਅਟੁੱਟ ਵਰਤ ਰਹੇ ਨੇ। 56 ਭੋਗ ਤਾਂ ਭੁੱਲ ਜਾਓਗੇ, ਗਿਣਦੇ ਗਿਣਦੇ ਥੱਕ ਜਾਓਗੇ ਜਿੱਥੋਂ ਸ਼ੁਰੂ ਹੋਵੋਗੇ, ਤੇ ਜਿੱਥੇ ਤੱਕ ਜਾਓਗੇ ਲੰਗਰ ਹੀ ਲੰਗਰ ਹੋਣਗੇ, ਮੁੱਕਣ ਦਾ ਨਾਮ ਨਹੀਂ ਲਊਗਾ। ਤੁਸੀਂ ਖਾਣ ਵਾਲੇ ਬਣੇ ਹੋ। ਮੈਂ ਤਾਂ ਮੋਦੀ ਲਾਣੇ ਨੂੰ ਵੀ ਕਹੂੰਗਾ ਇੱਕ ਵਾਰ ਆ ਕੇ ਦੇਖੋ, ਤੁਹਾਨੂੰ ਪਤਾ ਲੱਗੂਗਾ ਕਿ ਰੱਬ ਵਸਦਾ ਕਿੱਥੇ ਆ। ਜੇ ਥੋੜੇ ਬਹੁਤੇ ਜ਼ਮੀਰ ਤੁਹਾਡੇ ਜਾਗਦੇ ਨਹੀਂ ਕਿ ਬੇਨਤੀਆਂ ਪ੍ਰਵਾਨ ਕਰਨਾ ਦਿਓ ਇਜਾਜ਼ਤ। ਹਾਂਜੀ ਤੁਸੀਂ ਕੁਝ ਬੋਲਣਾ ਹੈ? ਭਾਵਨਾਵਾਂ ਫੇਰ ਤੋਂ ਜਾਗ ਗਈਆਂ। ਹਾਂਜੀ ਸਰ, ਮੈਂ ਇਹ ਕਹਿਣਾ ਸੀ, ਨਵਨੀਤ ਬਿੱਟੂ ਤੇ ਜੀਰੇ ਹੋਣੀ ਇਹ ਕਹਿੰਦੇ ਸੀ, ਮੈਂ ਖਬਰ ਸੁਣੀ ਸੀ ਜੀਰੇ ਦਾ ਤੁੜਕਾ ਲੱਗ ਗਿਆ, ਰਵਨੀਤ ਬਿੱਟੂ ਭੁੰਤਾ। ਇਹ ਉਸ ਤੋਂ ਕੋਈ ਹਫ਼ਤਾ ਕੁ ਪਹਿਲਾਂ ਇਹਦੀ ਖਬਰ ਆਈ ਸੀ, ਜੇ ਕਿਸਾਨ ਆਪਣਾ ਸਰਕਾਰ ਕਾਨੂੰਨ ਵਾਪਸ ਕਰ ਦੂਗੀ ਤਾਂ ਅਸੀਂ ਆਪ ਰਿਟ ਪਾਵਾਂਗੇ, ਆਪ ਅਸੀਂ ਸਰਕਾਰ ਨੂੰ ਕਵਾਂਗੇ ਜੋ ਆਪਣੇ ਬਜ਼ੁਰਗ ਹੋ ਗਏ ਆ, ਜੋ ਸਿੰਘ ਜੇਲ੍ਹ ਕੱਟਦੇ ਪਏ ਆ ਜਾਂ ਹਵਾਰਾ ਜੀ ਨੇ, ਇਹਨਾਂ ਦੀ ਅਸੀਂ ਆਪ ਕਵਾਂਗੇ ਇਹਨਾਂ ਨੂੰ ਬਾਹਰ ਕੱਢ। ਤੂੰ ਕੌਣ ਹੁੰਨਾ ਬਈ ਕੱਢਣ ਵਾਲਾ? ਤੇਰੇ ਤੇ 76 ਠੋਕੇ ਗਿਆ। ਬਾਕੀ ਇਹਨਾਂ ਦਾ ਮਖੌਟਾ ਹੀ ਆ, ਇਹ ਬਾਹਰੋਂ ਕੁਝ ਹੋਰ ਦਿਸਦੇ ਆ, ਅੰਦਰ ਇਹਨਾਂ ਦੀਆਂ ਉਹ ਰਾਤ ਨੂੰ ਮੀਟਿੰਗਾਂ, ਉਹੀ ਸਰਕਾਰਾਂ, ਉਹੀ ਇਕੱਠਾ ਸਾਰਾ ਕੁਝ। ਪਰ ਇੱਥੇ ਨੌਜਵਾਨ ਬਜ਼ੁਰਗ ਕਿਸਾਨਾਂ ਨੇ ਦੱਸ ਹੀ ਦਿੱਤਾ ਜੋ ਇਹਦਾ 76 ਵਰਿਆ, ਜੋ ਇਹਨੂੰ ਇਥੋਂ ਪ੍ਰਸ਼ਾਦ ਮਿਲਿਆ। ਹੁਣ ਇਹ ਹਿਸਾਬ ਕਿਤਾਬ ਲਾ ਕੇ ਅੱਗੇ ਤੋਂ ਕੋਈ ਬਾਦਲ ਜਾਂ ਕੋਈ ਹੋਰ ਇਹ ਸੋਚ ਕੇ ਗਲਤੀ ਨਾ ਕਰ ਲੇ ਵੀ ਮੈਂ ਉੱਥੇ ਜਾਣਾ ਕਿ ਨਹੀਂ ਜਾਣਾ। ਬਾਕੀ ਇਹ ਸਰਕਾਰਾਂ ਨੇ ਸਰ, ਮੇਰੇ ਤੇ ਆਪ ਖਾਲਿਸਤਾਨ ਦਾ ਪਰਚਾ ਹੋਣ ਦਿਆ ਸੀ, ਮੈਂ ਫਿਰੋਜ਼ਪੁਰ ਜ਼ਿਲ੍ਹੇ ਤੋਂ ਸੀ। ਮੈਨੂੰ ਆਪ ਥਾਣਿਓਂ ਰੋਜ਼ ਫੋਨ ਆਉਂਦਾ ਸੀ ਵੀ ਤੇਰੇ ਕਾਕਾ ਇਸ ਤਰ੍ਹਾਂ ਆ ਤੂੰ ਇੱਥੇ ਆ। ਮੈਂ ਸਰ ਫਿਰ ਗਿਆ ਉੱਥੇ, ਉਹਨਾਂ ਨੇ ਮੈਨੂੰ ਡਰਾਇਆ ਧਮਕਾਇਆ, ਇੱਥੋਂ ਤੱਕ ਕਿਹਾ ਵੀ ਜੇ ਤੂੰ ਨਿਬੇੜਨਾ ਤੇਰਾ ਪੈਸੇ ਲੈ ਕੇ ਨਿਬੇੜ ਦਿੰਦੇ ਆ। ਤਾਂ ਸਰ ਇੱਥੋਂ ਤੱਕ ਵੀ ਨੌਬਤਾਂ ਆਈਆਂ ਕਿ ਮੈਂ ਸਰ ਇੱਕ ਰਜਿਸਟ੍ਰੇਸ਼ਨ ਕਰ ਬੈਠਾ ਸੀ ਖਾਲਿਸਤਾਨ ਦੀ ਵੀ 2020 ਚ ਵੋਟਾਂ ਪਾਵਾਂਗੇ, 2019 ਚ ਕੀਤਾ ਸੀ। ਤਾਂ ਬਹੁਤ ਸਰ ਇਹ ਨੌਜਵਾਨ ਨੂੰ ਡਰਾਉਣਾ ਚਾਹੁੰਦੇ ਆ। ਇੱਥੇ ਵੀ ਆਪਣੇ ਕਈ ਨੌਜਵਾਨਾਂ ਦੇ ਪਰਚੇ ਹੋ ਗਏ ਆ, ਪਰ ਡਰਨ ਦੀ ਲੋੜ ਨਹੀਂ ਆ। ਜਿੱਥੇ ਆਪਣੇ ਕਿਸਾਨਾਂ ਦਾ ਜਾਂ ਲੋਕਾਂ ਦਾ ਹਾੜ ਆ ਜੇ, ਉੱਥੇ ਇਹ ਸਰਕਾਰਾਂ ਨਹੀਂ ਟਿਕਦੀਆਂ, ਇਹ ਰੁੜ ਜਾਂਦੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਸਹੀ ਕਿਹਾ ਇਸ ਨੌਜਵਾਨ ਨੇ। ਬਹੁਤ ਬਹੁਤ ਧੰਨਵਾਦ। ਇਸ ਨੌਜਵਾਨ ਨੇ ਜਿੱਦਾਂ ਕਿਹਾ ਕਿ ਪਰਚਾ ਇਸ ਤੇ ਹੋਣ ਵਾਲਾ ਸੀਗਾ। ਮੈਂ ਇਹ ਗੱਲ ਕਹਾਂਗਾ ਕਿ ਜੋਸ਼ ਦੇ ਨਾਲ ਨਾਲ ਅਸੀਂ ਹੋਸ਼ ਵੀ ਰੱਖਣਾ ਆ। ਦੇਖੋ ਖਾਲਿਸਤਾਨ ਕਹਿਣ ਦੇ ਵਿੱਚ ਕੋਈ ਹਰਜ਼ ਨਹੀਂ ਹੈ। ਜੇ ਇਹ ਹਿੰਦੁਸਤਾਨ ਕਹਿ ਸਕਦੇ ਨੇ ਜ਼ਿੰਦਾਬਾਦ ਤਾਂ ਅਸੀਂ ਖਾਲਿਸਤਾਨ ਜ਼ਿੰਦਾਬਾਦ ਕਹਿ ਸਕਦੇ ਹਾਂ। ਸੰਵਿਧਾਨ ਸਾਨੂੰ ਇਹਦਾ ਹੱਕ ਦਿੰਦਾ ਕਿਉਂਕਿ ਦੋਨੋਂ ਹੀ ਸ਼ਬਦ ਇਹ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਨੇ। ਦੋਨੋਂ ਹੀ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਕਿਤੇ ਵੀ ਨਹੀਂ ਦਰਜ। ਤੇ ਜੇਕਰ ਹਿੰਦੁਸਤਾਨ ਜ਼ਿੰਦਾਬਾਦ ਕਹਿਣਾ ਗੁਨਾਹ ਨਹੀਂ ਹੈ ਤਾਂ ਖਾਲਿਸਤਾਨ ਜ਼ਿੰਦਾਬਾਦ ਕਹਿਣਾ ਵੀ ਗੁਨਾਹ ਨਹੀਂ ਹੈ। ਪਰ ਇਹਨੂੰ ਜਿੱਦਾਂ ਪ੍ਰਚਾਰਿਆ ਜਾਂਦਾ ਹੈ, ਅੱਤਵਾਦ ਦੇ ਨਾਲ ਜੋੜਿਆ ਜਾਂਦਾ ਹੈ, ਦਿਖਾਇਆ ਜਾਂਦਾ, ਉਹ ਗਲਤ ਹੈ ਤੇ ਸਾਡੀ ਨੌਜਵਾਨੀ ਵੀ ਡਰਦੀ ਹੈ ਕਿਤੇ ਨਾ ਕਿਤੇ। ਪਰ ਮੈਂ ਇਹ ਕਹਾਂਗਾ ਵੀ ਜੋ ਵੀ ਗਰਮ ਦਲੀਏ ਹੈ ਨੇ, ਜੋ ਵੀ ਹਿਮਾਇਤੀ ਹੈ ਨੇ, ਮੈਂ ਇਹ ਕਹਾਂਗਾ ਬਾਹਰੋਂ ਬੈਠ ਕੇ ਕੂੜ ਪ੍ਰਚਾਰ ਨਾ ਕਰੋ। ਦਰਦ ਰੱਖਦੇ ਹੋ ਇਸ ਧਰਤੀ ਤੇ ਆਓ। ਗੁਰੂਆਂ ਪੀਰਾਂ ਦੀ ਧਰਤੀ ਹੈ ਯਾਰ, ਤੁਹਾਡਾ ਆਪਣਾ ਦੇਸ਼ ਹੈ। ਤੁਸੀਂ ਇੰਨਾ ਪਿਆਰ ਰੱਖਦੇ ਹੋ, ਇਹਨਾਂ ਨੌਜਵਾਨਾਂ ਨੂੰ ਉੱਥੇ ਬੈਠ ਕੇ ਗਾਈਡ ਨਾ ਕਰੋ। ਕਿਉਂਕਿ ਚਾਹੇ ਤੁਹਾਡੀ ਨੀਅਤ ਸਹੀ ਵੀ ਹੋਵੇ, ਪਰ ਜਦੋਂ ਇਹਨਾਂ ਤੇ ਪਰਚੇ ਹੁੰਦੇ ਇਹਨਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੁੰਦਾ। ਸਹੀ ਗੱਲ ਹੈ। ਜਲੰਧਰੋਂ ਮੁੰਡੇ ਚੱਕੇ ਗਏ ਸੀ, ਉਹਨਾਂ ਦੀ ਸਾਰ ਕਿੰਨਿਆਂ ਨੇ ਲਿੱਤੀ ਮੈਨੂੰ ਇਹ ਦੱਸ ਦਿਓ। ਸਿਰਫ ਸਿੱਖ ਇਤਿਹਾਸ ਸੀਗਾ ਉਹਨਾਂ ਕੋਲ, ਦੇਸ਼ ਧਰੋਹ ਦਾ ਪਰਚਾ ਤਿੰਨਾਂ ਤੇ ਦਰਜ ਹੋਇਆ ਆ। ਵੱਡੇ ਲੀਡਰ ਤੇ ਕਿਸੇ ਤੇ ਨਹੀਂ ਹੁੰਦਾ ਜੀ। ਮੈਨੂੰ ਇਹ ਦੱਸ ਦਿਓ ਕਿੰਨਿਆਂ ਨੇ ਜਾ ਕੇ ਉਹਨਾਂ ਦੀ ਸਾਰ ਲਿੱਤੀ, ਕਿੰਨਿਆਂ ਨੇ ਛੜਾਇਆ। ਇੱਕ ਦੋ ਸਾਡੇ ਮਾਣਯੋਗ ਵਕੀਲ ਹੈ ਨੇ, ਵਿਚਾਰੇ ਲੱਗੇ ਹੋਏ ਨੇ ਨਿਸ਼ਕਾਮ ਸੇਵਾ ਤੇ, ਉਹੀ ਵਿਚਾਰੇ ਕੇਸ ਲੜਦੇ ਨੇ ਬੰਦੀ ਸਿੰਘਾਂ ਦਾ, ਉਹੀ ਕੇਸ ਲੜਦੇ ਨੇ ਅਜਿਹੇ ਸਿੰਘਾਂ ਦਾ। ਪਰ ਅਸੀਂ ਕਿਉਂ ਆਪਣੀ ਨੌਜਵਾਨੀ ਨੂੰ ਬੰਦੀ ਬਣਾਈਏ? ਜਿਹੜੇ ਬੰਦੀ ਨੇ ਅਸੀਂ ਉਹਨਾਂ ਨੂੰ ਤਾਂ ਅੱਜ ਤੱਕ ਛਡਾ ਨਹੀਂ ਸਕੇ। ਉਹ ਤਾਂ ਦੋਹਰੀਆਂ ਉਮਰ ਕੈਦਾਂ ਭੋਗ ਕੇ ਵੀ ਅਜੇ ਅੰਦਰ ਬੈਠੇ ਨੇ। ਫਿਰ ਅਸੀਂ ਕਿਹੜੇ ਮੂੰਹ ਨਾਲ ਇਹ ਕਹਿੰਦੇ ਆ ਵੀ ਅਸੀਂ ਅਲੱਗ ਰਾਜ ਚਾਹੁੰਦੇ ਹਾਂ? ਅਸੀਂ ਆਹੀ ਰਾਜ ਚਾਹੁੰਦੇ ਹਾਂ। ਇਸ ਰਾਜ 'ਚ ਤਬਦੀਲੀ, ਇਸ ਰਾਜ ਭਾਗ ਨੂੰ ਅਸੀਂ ਮਹਾਰਾਜਾ ਰਣਜੀਤ ਸਿੰਘ ਵਰਗਾ ਬਣਾਉਣਾ ਚਾਹੁੰਦੇ ਹਾਂ, ਬਦਲਣਾ ਚਾਹੁੰਦੇ ਹਾਂ। ਅਸੀਂ ਕੋਈ ਅਲੱਗ ਖਿੱਤਾ
ਨਹੀਂ ਚਾਹੁੰਦੇ, ਕਿਉਂਕਿ ਸਿਰਫ ਪੰਜਾਬ ਨਹੀਂ, ਪੰਜਾਬੀ ਬੋਲਦਾ ਪੂਰਾ ਇਲਾਕਾ, ਪੂਰਾ ਭਾਰਤ ਅਸੀਂ ਜਿੱਤਿਆ ਆ, ਸਾਡੀਆਂ ਕੁਰਬਾਨੀਆਂ, ਸਾਡੀਆਂ ਸ਼ਹਾਦਤਾਂ ਨੇ ਸੀਂਚਿਆ ਆ। ਕਿਉਂਕਿ ਭਾਜੀ ਤਾਂ ਜਦੋਂ ਜਿੱਦਾਂ ਵੀਰ ਨੇ ਕਿਹਾ ਕਿ ਵੀਰ ਨੇ ਵੋਟ ਰਜਿਸਟਰਡ ਕਰਾਈ, ਵੀਰ ਨੂੰ ਤੰਗ ਪਰੇਸ਼ਾਨ ਕੀਤਾ ਗਿਆ, ਜੋ ਮੇਰੇ ਵੀਰ ਨੇ ਖਾਲਿਸਤਾਨ ਦੀ ਵੋਟ ਰਜਿਸਟਰਡ ਕਰਾਈ, ਵੀਰ ਨੂੰ ਤੰਗ ਪਰੇਸ਼ਾਨ ਕੀਤਾ ਗਿਆ। ਪਰ ਜੋ ਬਾਹਰ ਬੈਠੇ ਨੇ ਜਾਂ ਇਹਨਾਂ ਦੇ ਉੱਪਰ ਜੋ ਲੀਡਰ ਨੇ, ਉਹ ਜਿੰਨਾ ਮਰਜ਼ੀ ਕਹਿਣ, ਉਸੇ ਕਿਸ 'ਤੇ ਨਹੀਂ ਕਾਰਵਾਈ ਹੁੰਦੀ। ਪਰ ਜਦੋਂ ਕੋਈ ਆਮ ਬੰਦਾ ਖਾਲਿਸਤਾਨ ਜਿੰਦਾਬਾਦ ਕਹਿੰਦਾ ਹੈ ਜਾਂ ਵੋਟ ਰਜਿਸਟਰਡ ਕਰਾਉਂਦਾ ਆ, ਉਹਨਾਂ 'ਤੇ ਕਾਰਵਾਈ ਹੁੰਦੀ ਹੈ। ਤੇ ਪਰਿਵਾਰ, ਬਾਲ ਬੱਚੇ ਉਹਨਾਂ ਦੇ ਰੁਲਦੇ ਨੇ, FIR ਉਹਨਾਂ 'ਤੇ ਹੁੰਦੀਆਂ ਨੇ, ਤੇ ਉਹਨਾਂ ਦੀ ਕੋਈ ਸਾਰ ਲੈਣ ਵਾਲਾ ਕੋਈ ਨਹੀਂ ਹੁੰਦਾ। ਕਿਉਂਕਿ ਜੋ ਨੌਜਵਾਨ ਨੇ ਇਹ ਭਾਵੁਕ ਹੋ ਕੇ ਇਹ ਇਹਨਾਂ ਬਹਿ ਜਾਂਦੇ ਨੇ, ਤੇ ਜਦੋਂ ਕੋਈ ਕਾਰਵਾਈ ਹੁੰਦੀ ਆ, ਪਰਿਵਾਰ ਹੈ, ਆਪਣੇ ਬਾਲ ਬੱਚੇ ਨੇ, ਪਰਿਵਾਰ ਰੁਲਦਾ ਆਪਣਾ ਆ। ਜੋ ਕੁਝ ਬਾਹਰ ਬੈਠੇ ਨੇ, ਜੇ ਤਾਂ ਉਹ ਚਾਹੁੰਦੇ ਨੇ ਤਾਂ ਆਣ, ਖੁਦ ਆ ਕੇ ਲੋਕਾਂ 'ਚ ਆਣ, ਦੱਸਣ ਕਿ ਇਹਦੇ ਕੀ ਫਾਇਦੇ ਨੇ, ਕੀ ਆਪਾਂ ਨੇ ਲੈਣਾ ਆ, ਕੀ ਆਪਣੇ ਹੱਕ ਨੇ, ਕਿੱਦਾਂ ਆਪਾਂ ਲੈਣਾ ਆ। ਐਦਾਂ ਨਹੀਂ ਕਿ ਨੌਜਵਾਨਾਂ ਨੂੰ ਗੁੰਮਰਾਹ ਕਰਨ, ਕਿਉਂਕਿ ਜਦੋਂ ਭੁਗਤਣੀ ਪੈਂਦੀ ਹੈ ਤਾਂ ਆਪਣੇ ਆਪ 'ਤੇ ਭੁਗਤਣੀ ਪੈਂਦੀ ਹੈ। ਬਾਲ ਬੱਚੇ ਰੁਲਦੇ ਨੇ, ਆਪਣੇ ਰੁਲਦੇ ਨੇ, ਕਿਉਂਕਿ ਬਹੁਤ ਸਾਰੇ ਨੌਜਵਾਨ ਨੇ ਜਿਨ੍ਹਾਂ ਨੇ ਕੁਝ ਝੰਡੇ ਲਾਏ ਜਾਂ ਕੋਈ ਆਪਣੇ ਨਾਅਰੇ ਲਾਏ, ਉਹਨਾਂ 'ਤੇ ਬਹੁਤ ਸਾਰੇ ਨੌਜਵਾਨ ਨੇ ਜੋ ਸਾਡੇ ਅੱਜ ਜੇਲ੍ਹਾਂ 'ਚ ਨੇ ਤੇ FIR ਦਰਜ ਨੇ। ਤਰੀਕਾਂ ਉਹ ਭੁਗਤ ਰਹੇ ਨੇ, ਨਾ ਉਹਨਾਂ ਦੀ ਕੋਈ ਤਰੀਕ ਤੇ ਰੁਪਿਆ ਲਾਂਦਾ, ਨਾ ਕੋਈ ਉਹਨਾਂ ਨੂੰ ਵਕੀਲ ਕਰਕੇ ਦਿੰਦਾ ਆ। ਕੁਝ ਵਕੀਲ ਨੇ ਹੈ ਭਰਾ ਨੇ ਜੋ ਉਹਨਾਂ ਦੀ ਮਦਦ ਕਰਦੇ ਨੇ, ਪਰ ਬਹੁਤ ਜ਼ਿਆਦਾ ਆਪਣੇ ਘਰ ਤੋਂ ਹੀ ਫੁੱਕਣਾ ਪੈ ਰਿਹਾ ਆ, ਜੇਲ੍ਹਾਂ 'ਚ ਬੰਦ ਨੇ। ਅਤੇ ਸੈਂਟਰ ਗੌਰਮੈਂਟ ਵੱਲੋਂ ਇਹੋ ਜਿਹੇ ਕਾਨੂੰਨ ਬਣਾ ਦਿੱਤੇ ਗਏ ਨੇ, ਇਹੋ ਜਿਹੀ UPA ਵਰਗੇ NIA ਵੱਲੋਂ ਇਹੋ ਜਿਹੀਆਂ ਧਾਰਾਵਾਂ ਲਾਈਆਂ ਜਾਂਦੀਆਂ ਨੇ ਕਿ ਸਾਰੀ ਜ਼ਿੰਦਗੀ ਬੰਦੇ ਦੀ ਬਰਬਾਦ ਹੋ ਜਾਂਦੀ ਹੈ। ਸੋ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਜਿਹੜੇ ਕਹਿੰਦੇ ਨੇ ਕਿ ਬਣਨਾ ਚਾਹੀਦਾ ਆ, ਅਸੀਂ ਕਹਿੰਦੇ ਹਾਂ ਚਲੋ ਜੋ ਸੋਚ ਉਹਨਾਂ ਦੀ ਆ, ਅਸੀਂ ਸੋਚ ਨੂੰ ਕਹਿੰਦੇ ਸਹੀ ਹੈ। ਜੇ ਤੁਹਾਡੀ ਸੋਚ ਸਹੀ ਆ ਤਾਂ ਗਰਾਊਂਡ ਲੈਵਲ 'ਤੇ ਆਓ, ਨੌਜਵਾਨਾਂ ਨੂੰ ਨਾਲ ਮਿਲ ਕੇ ਜਾਗਰੂਕ ਕਰੋ। ਐਦਾਂ ਨਹੀਂ ਕਿ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਰਾਹੀਂ ਬਰਗਲਾਈਏ ਆਪਾਂ, ਕਿਉਂਕਿ ਨੁਕਸਾਨ ਜੋ ਹੁੰਦਾ ਹੈ ਆਪਣੇ ਨੌਜਵਾਨਾਂ ਦਾ ਹੁੰਦਾ ਹੈ, ਆਪਣੇ ਬੱਚਿਆਂ ਦਾ ਹੁੰਦਾ, ਆਪਣੇ ਪਰਿਵਾਰ ਰੁਲ ਜਾਂਦੇ ਨੇ, ਛੋਟੇ ਛੋਟੇ ਬੱਚੇ ਰੁਲ ਜਾਂਦੇ ਨੇ। ਸੋ ਮੈਂ ਉਹਨਾਂ ਭਰਾਵਾਂ ਨੂੰ ਵੀ ਬੇਨਤੀ ਕਰੂੰਗਾ ਕਿ ਜੋ ਚਾਹੁੰਦੇ ਨੇ ਕਿ ਅਸੀਂ ਜੋ ਵੱਖਰਾ ਰਾਜ ਚਾਹੁੰਦੇ ਨੇ, ਜੋ ਵੀ ਕੁਝ ਵੀ ਚਾਹੁੰਦੇ ਨੇ, ਉਹ ਆ ਕੇ ਗਰਾਊਂਡ ਲੈਵਲ 'ਤੇ ਲੋਕਾਂ ਨੂੰ ਜਾਗਰੂਕ ਕਰਨ। ਐਦਾਂ ਨਹੀਂ ਕਿ ਸੋਸ਼ਲ ਮੀਡੀਆ 'ਤੇ ਜਾਗਰੂਕ ਕਰਨ। ਸਾਡੇ ਬੱਚੇ ਭਾਵੁਕ ਹੋ ਕੇ ਜਾਂ ਇਮੋਸ਼ਨਲੀ ਹੋ ਕੇ ਐਦਾਂ ਦੀਆਂ ਸਟੇਟਸ ਪਾ ਦਿੰਦੇ ਨੇ ਸੋਸ਼ਲ ਮੀਡੀਆ ਦੇ ਨੇ। ਸਪੈਸ਼ਲ ਕ੍ਰਾਈਮ ਆਪਣੇ ਸੈੱਲ ਬਣਾ ਦਿੱਤੇ ਨੇ ਜੋ ਆਪਣੇ ਬੱਚਿਆਂ ਦੇ ਧਿਆਨ ਰੱਖਦੇ ਨੇ। ਕੋਈ ਸੋਸ਼ਲ ਮੀਡੀਆ ਐਕਟੀਵਿਟੀ ਕਰਦਾ ਆ, ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ, ਉਹ 'ਤੇ ਕੇਸ ਦਰਜ ਕੀਤੇ ਜਾਂਦੇ ਨੇ। ਸੋ ਮੈਂ ਬੇਨਤੀ ਕਰਾਂਗਾ ਕਿ ਸੋਸ਼ਲ ਮੀਡੀਆ 'ਤੇ ਨਹੀਂ, ਗਰਾਊਂਡ ਲੈਵਲ 'ਤੇ ਜੇ ਤੁਸੀਂ ਸੱਚੇ ਦਿਲੋਂ ਚਾਹੁੰਦੇ ਹੋ ਕਿ ਅਸੀਂ ਵੱਖਰਾ ਰਾਜ ਚਾਹੁੰਦੇ ਤਾਂ ਗਰਾਊਂਡ ਲੈਵਲ 'ਤੇ ਆ ਕੇ ਜਾਗਰੂਕ ਕਰੋ, ਨਾ ਕਿ ਨੌਜਵਾਨਾਂ ਦੀ ਜ਼ਿੰਦਗੀ ਖਰਾਬ ਕਰੋ। ਮੈਂ ਇੰਨਾ ਹੀ ਕਹਿੰਦਾ ਹੋਇਆ ਖੀਮਾ ਜਾਚਕਾਂ। ਵਾਹਿਗੁਰੂ ਜੀ ਦਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਸਤਿ ਸ੍ਰੀ ਅਕਾਲ ਪਿਆਰਿਓ, ਇਹ ਨਜ਼ਾਰਾ ਤੁਸੀਂ ਇਸ ਵੇਲੇ ਉਹ ਬੈਰੀਕੇਡਿੰਗ ਦਾ ਦੇਖ ਰਹੇ ਹੋ। ਇਧਰਲੇ ਪਾਸੇ ਨਿਹੰਗ ਸਿੰਘ ਜਥੇਬੰਦੀਆਂ ਨੇ ਤੇ ਇਧਰਲੇ ਪਾਸੇ ਪੁਲਿਸ ਦੀ ਬੈਰੀਕੇਡਿੰਗ ਸੀ ਤੇ ਪੁਲਿਸ ਦੀ ਛਾਉਣੀ ਸੀ। ਹੁਣ ਕੋਈ ਨਾਮੋ ਨਿਸ਼ਾਨ ਨਹੀਂ ਹੈ ਤੇ 26 ਜਨਵਰੀ ਦਾ ਮੋਰਚਾ ਫਤਿਹ ਕਰਕੇ ਸੰਗਤਾਂ ਵਾਪਸ ਆ ਰਹੀਆਂ ਨੇ। ਦਿੱਲੀ ਦੀ ਹਿੱਕ ਦੇ ਉੱਤੇ ਟਰੈਕਟਰ ਦੜਾ ਕੇ ਸੰਗਤਾਂ ਵਾਪਸ ਚਾਲੇ ਪਾ ਚੁੱਕੀਆਂ ਨੇ, ਪਰ ਇਹ ਮੋਰਚੇ ਅਜੇ ਵੀ ਪੱਕੇ ਲੱਗੇ ਹੋਏ ਨੇ। ਇਹਦਾ ਮਤਲਬ ਇਹ ਨਹੀਂ ਹੈ ਕਿ ਇਹ ਮੋਰਚੇ ਖਤਮ ਹੋ ਗਏ। ਇਹ ਮੋਰਚਾ ਜਿੱਦਾਂ ਸੀ ਹੋਰ ਵੱਧ ਗਿਆ ਆ, ਕਈ ਕਿਲੋਮੀਟਰ ਤੱਕ ਦਾ ਪਿੱਛੇ ਜਾਮ ਹੋਰ ਵੱਧ ਗਿਆ ਆ। ਤੇ ਜਦੋਂ ਤੱਕ ਇਹ ਬਿੱਲ ਰੱਦ ਨਹੀਂ ਹੁੰਦੇ, ਕੈਂਸਲ ਨਹੀਂ ਹੁੰਦੇ, ਇਹ ਮੋਰਚਾ ਇਸੇ ਤਰ੍ਹਾਂ ਚੱਲਦਾ ਰਹਿਣਾ ਆ, ਇਸੇ ਤਰ੍ਹਾਂ ਮੋਰਚਾ ਲੱਗਿਆ ਰਹਿਣਾ ਆ ਤੇ ਸੰਗਤਾਂ ਇਸੇ ਤਰ੍ਹਾਂ ਆਪਣੇ ਹੱਕ ਸੱਚ ਵਾਸਤੇ ਸਾਹਮਣੇ ਆਉਂਦੀਆਂ ਰਹਿਣਗੀਆਂ। ਹੁਣ ਇਹ ਸਰਕਾਰਾਂ ਨੇ ਤੈਅ ਕਰਨਾ ਆ ਕਿ ਆਪਣਾ ਜਲੂਸ ਹੋਰ ਕਿੰਨਾ ਹੀ ਕਢਵਾਉਣਾ ਆ, ਕਿਉਂਕਿ ਅੱਜ ਤਾਂ ਵਿਚਾਰੇ ਵਰਦੀ ਧਾਰੇ ਵੀ ਬੈਠੇ ਹੋਏ ਨੇ ਤੇ ਨਿਹੰਗ ਸਿੰਘ ਫੌਜਾਂ ਵੀ ਗੁਰੂ ਦੀਆਂ ਪਰਤ ਕੇ ਆ ਰਹੀਆਂ ਨੇ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਚੜ੍ਹਾਈ ਕੀਤੀ ਸੀ। ਤੇ ਉਸ ਤੋਂ ਬਾਅਦ ਨਿਹੰਗ ਸਿੰਘ ਜਥੇਬੰਦੀਆਂ ਨਾਲ ਵੀ ਗੱਲ ਕਰਾਂਗੇ ਤੇ ਜਾਣਾਂਗੇ ਕਿੱਦਾਂ ਚੜ੍ਹਾਈ ਕੀਤੀ ਅੱਜ। ਤੇ ਲਾਲ ਕਿਲੇ ਦੇ ਵਿੱਚ ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ ਗਿਆ ਤੇ ਦੁੱਖ ਹੋਇਆ ਕਿ 2 ਕਿਸਾਨ ਵੀ ਇਸ ਵਿੱਚ ਮਾਰੇ ਗਏ ਨੇ। ਹੁਣ ਕਾਰਨ ਕੀ ਰਿਹਾ ਉਹਨਾਂ ਦੇ, ਉਹ ਉਸ ਦੀ ਕੋਈ ਕਨਫਰਮੇਸ਼ਨ ਨਹੀਂ ਆਈ। ਕੋਈ ਕਹਿ ਰਿਹਾ ਕਿਸ ਦੇ ਸਿਰ 'ਚ ਗੋਲੀ ਮਾਰੀ ਹੈ, ਕੋਈ ਕਹਿ ਰਿਹਾ ਐਕਸੀਡੈਂਟਲੀ ਹੋਇਆ ਆ। ਹੁਣ ਉਹ ਚੀਜ਼ ਮੈਂ ਕਿਉਂਕਿ ਗਰਾਊਂਡ ਜ਼ੀਰੋ 'ਤੇ ਨਹੀਂ ਹੈ, ਇਸ ਕਰਕੇ ਮੈਂ ਅੱਗੋਂ ਦੀ ਮੀਡੀਆ ਦੀਆਂ ਖਬਰਾਂ ਉੱਤੇ ਭਰੋਸਾ ਨਹੀਂ ਕਰਦਾ। ਇਸ ਲਈ ਜਦੋਂ ਤੱਕ ਉਹਦੀ ਆਥੈਂਟਿਕ ਰੀਜ਼ਨ ਉਹਦੇ ਸਾਡੇ ਸਾਹਮਣੇ ਨਹੀਂ ਆਉਂਦੇ ਨਹੀਂ ਬੋਲਾਂਗੇ। ਤੇ ਦੂਸਰੇ ਪਾਸੇ ਬੜੇ ਜਾਣੇ ਦੀਪ ਸਿੱਧੂ ਨੂੰ ਨੈਗੇਟਿਵਲੀ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋਣਗੇ
ਕਿ ਉਹਨੇ ਕੇਸਰੀ ਨਿਸ਼ਾਨ ਸਾਹਿਬ ਕਿਉਂ ਝੁਲਾਇਆ, ਪਰ ਮੈਂ ਇਹੀ ਕਹਾਂਗਾ ਇਤਿਹਾਸ ਸਿੱਖ ਕੌਮ ਦਾ ਇਹ ਰਿਹਾ ਆ ਜੋ ਦੁਹਰਾਇਆ ਗਿਆ ਆ। ਹੁਣ ਅਸੀਂ ਉਸ ਨੂੰ ਆਪਣੀਆਂ ਪ੍ਰਾਪਤੀਆਂ ਵੱਲੋਂ ਗਿਣਨਾ ਆ ਜਾਂ ਖਾਮੀਆਂ ਵੱਲੋਂ ਗਿਣਨਾ ਆ, ਉਹ ਸਾਡੇ ਉੱਤੇ ਆ। ਇਸ ਲਈ ਇੰਨਾ ਹੀ ਕਹਾਂਗਾ, ਨੌਜਵਾਨੀ ਅੰਦਰ ਜਿਹੜਾ ਜੋਸ਼ ਹੈ ਉਸ ਨੂੰ ਬਜ਼ੁਰਗ ਆਪਣੇ ਹੋਸ਼ ਦੇ ਨਾਲ ਮਿਲਾ ਕੇ ਅੱਗੇ ਵਧਣ, ਕਿਉਂਕਿ ਜਿਸ ਕੇਂਦਰ ਸਰਕਾਰ ਨਾਲ ਅਸੀਂ ਮੱਥਾ ਲਾਈ ਬੈਠੇ ਆ ਉਹ ਕੱਚੀਆਂ ਗੋਲੀਆਂ ਨਹੀਂ ਖੇਡਦੀ, ਉਹ ਸਾਮ ਦਾਮ ਦੰਡ ਭੇਦ ਹਰ ਚੀਜ਼ ਅਪਣਾ ਕੇ ਤੁਹਾਨੂੰ ਤਾਰੋ ਪੀੜ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਉਹਨਾਂ ਨੇ ਤੁਹਾਨੂੰ ਹਰਾਣਾ ਆ। ਦਿੱਲੀ ਤੋਂ ਆ ਰਹੇ ਹੋ? ਹਾਂ, ਦਿੱਲੀ ਤੋਂ ਲਾਲ ਕਿਲੇ ਜਾ ਕੇ ਆਏ ਹੋ? हाँ जी। क्या माहौल कितना ਦਾ ਰਿਹਾ ਉੱਥੇ? ਮੈਨੂੰ ਪਤਾ ਲੱਗਿਆ ਲਾਠੀ ਚਾਰਜ ਵੀ ਹੋਇਆ ਸੀ। ये देखो जी, जो पहली बात थी प्रशासन ने कहा था भाई हर तरह की ज़्यादातर शांतिपूर्ण प्रदर्शन था, लेकिन पुलिस ने आंसू गैस के गोले और इन चीज़ का लाठी का चार्ज किया, इसका यूज किया जी, वो किसानों के साथ बहुत गलत किया। और ये सेंटर की सरकार को आने वाले टाइम में भुगतना पड़ेगा। अंदाता पर जब भी लाठी उठी है उसका सर्वनाश हुआ है। वो किसी का भला जो पूरे देश कौन खुआ रहा है, आज उसको पता नहीं क्या क्या नाम से उसको संबोधित किया जा रहा है, मतलब उसको बदनाम किया जा रहा है। हम तो भाई ये कहा कि भाई भगवान इसको सद्बुद्धि दे और किसानों की जायज़ मांगे पूरी करे। सर्दी का मौसम है, इतनी दूर से बालक बच्चे सब घर परिवार छोड़ के इतने दिन से अपने बॉर्डर पे पड़े हैं भाई, अपने हक के लिए लड़ रहे हैं। हम किसी से कुछ नहीं मांग रहे, हम सिर्फ अपना हक मांग रहे हैं। जो हमारे को ज़बरदस्ती थोपा जा रहा है वो कानून वापस लिए जाए। हम हरियाणा से आए, अब मेरे गाँव से 100 ट्रैक्टर आए हैं और मेरे पिंड सभी गाँव को हंडों से सभी से हज़ारों ट्रैक्टर की संख्या में आए। और हम कल रात को चले थे, कल रात को जब हमारा ट्रैक्टर क्रॉस हुआ है और 5 लाख ट्रैक्टर कम से कम दिल्ली के अंदर एंट्री करी थी हमारी साइड से, और 5 लाख ट्रैक्टर कम से कम पीछे हैं। मैं 40 किलोमीटर से पैदल चल के गया था, 40 किलोमीटर से मेरा बालगढ़ मेरा ट्रैक्टर खड़ा हुआ। मैं बालगढ़ से पैदल चल के गया था, इधर से जब मैं ट्रैक्टर में गया था तो जब लाल किले पे घूम के हम आए हैं। 20-22 ਕਿਲੋਮੀਟਰ ਦਾ ਅਸੀਂ ਵੀ ਚੱਲ ਕੇ ਆਈ ਰਹੇ ਹਾਂ, ਤੁਹਾਨੂੰ ਦਿਖਾਇਆ ਹੀ ਹੈ ਗੱਡੀ ਕਿੱਥੇ ਅਸੀਂ ਪਾਰਕ ਕੀਤੀ ਸੀ। मुरथड़ टोल टैक्स है जो वो पार कर गया था रात को, आगे तक हमें पता नहीं, और हम पैदल आ रहे हैं वहाँ से चल के। बिल्कुल जी बिल्कुल। तो पर अगर गल की जाए, अगर बात की जाए वहाँ पे लॉ एंड ऑर्डर की सिचुएशन की, कि वहाँ से जो लाठीचार्ज किया गया या टीयर गैस छोड़ी गई, वो नौबत क्यों आई? किसानों के ऊपर ब्लेम किया जा रहा है, किसानों के ऊपर इल्ज़ाम दिया जा रहा है कि उन्होंने सरकार का कहना नहीं माना। देखो सर, एक तो सर सरकार कहती है, प्रशासन कहता है भाई हम इजाज़त दे रहे हैं, तो ये ऐसा इंतजाम आप खुद दे सकते हो, कैसा इंतजाम है? अब ट्रैक्टर की संख्या देखो, आने जाने का अभी बीच में आपने देखा होगा कितना रास्ता आने का, कितना जाने का, आगे कितना आगे जाने का है। मतलब कि जिस हिसाब से व्हीकल देखा जाए, जिनकी जो जनसंख्या इतनी थी ट्रैक्टरों की, तो उस हिसाब से इंतजाम भी सरकार को करने चाहिए थे। बिल्कुल जी बिल्कुल, क्योंकि उरे कह सकते हैं ਅਸੀਂ ਤਿਲ ਸੁੱਟਣ ਨੂੰ ਵੀ ਥਾਂ ਹੈ ਨਹੀਂ ਗੀ, ਟਰੈਕਟਰ ਤੇ ਟਰੈਕਟਰ ਚੜਿਆ ਹੋਇਆ ਆ। आपने कुछ बोलना है? ठीक है जी, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਬਾਈ ਜੀ? ਤੇ ਮੈਂ ਉਹੀ ਕਹੂੰਗਾ ਕਿ ਸਰਕਾਰਾਂ ਨੂੰ ਹੁਣ ਥੋੜੀ ਜਿਹੀ ਸ਼ਰਮ ਕਰ ਲੈਣੀ ਚਾਹੀਦੀ ਹੈ, ਬੇਸ਼ੱਕ ਆ ਵਰਦੀਧਾਰੀ ਪੁਲਿਸ ਵਾਲੇ ਹੋਣ ਜਾਂ CRPF ਵਾਲੇ ਹੋਣ। आओ जी आओ, कहो जी लास्ट की गल कहना। मैं सर पूरी सरकार से, पूरे प्रशासन से भी बस विकल्प ये कोई राजनीति का टाइम नहीं है, और हम किसी पार्टी के किसी के भी हम कोई भड़काए हुए इधर ऐसे बैठे नहीं है, किसी के हम पैसे फंडिंग लेके बैठने वाले कोई आदमी है यहाँ पे। हमारे खेतों में काम इतना होता है कि हमारा जो आपको पता, अगर भैंस है उसका दूध निकालना तो उसका भी टाइम बंधा हुआ फिक्स है, पानी पियाने का भी टाइम फिक्स है। तो हमारी सिचुएशन देखो कैसी हो रही है हमारे ऊपर। अगर पैसे की बात है तो मोदी जी आप बोलो कितने पैसे चाहिए, आपके डांडिया मानी साहब की जेब नहीं भरी, नहीं तो हम भर के दिखाएंगे। जमींदार आपको चैलेंज कर रहा है, अगर भूखा मर रहा, तू मर रहा, तेरा देश मर रहा, हम भरेंगे। लाल बहादुर शास्त्री जी ने एक बार कहा था, उस टाइम में तो देश के हम भंडार भर दिए थे किसान ने। आज तुम हमने चोर बतावा, साले खुद चोर तू। किसान को बता कितने पैसे, किसान को चोर कितने ले रहे हैं डांडिया मानी से पैसे, हमारे को बता देना, हमारे से ले ले। अगर नहीं भरता तो हम देंगे, अपना घर बेच के देंगे तेरे को, लेकिन ऐसे ना मार किसी को। हम बार बार ये आपसे हाथ जोड़ के रिक्वेस्ट कर रहे हैं, इस अन्नदाता को इतना मत तड़पाओ कि मतलब कि ये जो भट्टी में तबके को औजार एक हथियार बन जाए और आपकी सरकार का नरसंहार करना पड़ जाए। समझ जा मोदी टाइम सा है, हरियाणवी मैं बताऊँ सू नाने वाले टाइम में मेरे भाई पिड्डी भी टोई नहीं पागी। बहुत बहुत ਧੰਨਵਾਦ। ਸੋ ਇਹ ਭਾਵਨਾਵਾਂ ਜਿਹੜੀਆਂ ਨੇ ਨੌਜਵਾਨਾਂ ਦੀਆਂ ਨੇ, ਕਿਸਾਨਾਂ ਦੀਆਂ ਨੇ, ਤੇ ਜੇਕਰ ਮੋਦੀ ਲਾਣੇ ਨੂੰ ਕੋਈ ਅੰਬਾਨੀ ਅਡਾਨੀਆਂ ਵੱਡੇ ਬਿਜ਼ਨਸ ਘਰਾਣਿਆਂ ਤੋਂ ਕਹਿੰਦੇ ਨੇ ਕਿ ਬੜਾ ਹੀ ਫਾਇਦਾ ਲੱਗਦਾ ਹੈ, ਨੋਟ ਆਉਂਦੇ ਲੱਗਦੇ ਨੇ, ਤਾਂ ਫਿਰ ਕਿਸਾਨ ਉਹਦਾ ਢਿੱਡ ਭਰ ਸਕਦੇ ਨੇ, ਮੋਦੀ ਦਾ ਖਜ਼ਾਨਾ ਵੀ ਭਰ ਸਕਦੇ ਨੇ। ਕਹੋ ਤਾਂ ਸਹੀ ਚਾਹੀਦਾ ਕੀ ਹੈ ਤੁਹਾਨੂੰ। ਪਰ ਆ ਜਿਹੜਾ ਤੁਸੀਂ ਹਜ਼ੂਮ ਦੇਖ ਰਹੇ ਹੋ ਦੂਰ ਦੂਰ ਤੱਕ,
ਤੇ ਪਿੱਛੇ ਕਈ ਕਿਲੋਮੀਟਰ 25-30 ਕਿਲੋਮੀਟਰ ਅਸੀਂ ਚੱਲ ਕੇ ਤੁਹਾਨੂੰ ਦਿਖਾਇਆ ਆ ਤੇ ਉਹੀ ਨਜ਼ਾਰਾ ਦਿੱਲੀ ਦੀ ਹਿੱਕ ਉੱਤੇ ਵੀ ਹੈ। ਤੇ ਬਾਰਡਰ ਦੇ ਉੱਤੇ ਜਿੱਦਾਂ ਪਹਿਲਾ ਮੋਰਚਾ ਲੱਗਿਆ ਹੋਇਆ ਸੀ ਉਦਾਂ ਹੀ ਲੱਗਿਆ ਹੈ ਤੇ ਉਦਾਂ ਹੀ ਲੱਗਿਆ ਰਹਿਣਾ ਹੈ ਇਹ ਮੋਰਚਾ ਜਦੋਂ ਤੱਕ ਇਹ ਬਿੱਲ ਪੂਰੀ ਤਰ੍ਹਾਂ ਨਾਲ ਰੱਦ ਨਹੀਂ ਹੁੰਦੇ। ਹੁਣ ਵੇਖਣਾ ਇਹ ਹੋਵੇਗਾ ਕਿ ਸਰਕਾਰਾਂ ਕਦੋਂ ਝੁਕਦੀਆਂ ਨੇ। ਤੁਸੀਂ ਵੀ ਦਿੱਲੀ ਤੋਂ ਆ ਰਹੇ ਹੋ ਪੁੱਤ? ਹਾਂ, ਕੀ ਦੇਖਿਆ ਉੱਥੇ, ਕੀ ਹੋਇਆ? ਆਜੋ 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 ਆਜੋ। ਉੱਥੇ ਤਾਂ ਐਡਾ ਕੁਝ ਖਾਸ ਹੋਇਆ ਨਹੀਂਗਾ। ਐਡਾ ਕੁਝ ਖਾਸ ਨਹੀਂ ਹੋਇਆ? ਨਹੀਂ, ਪਰੇਡ ਕਰਨ ਲਾਲ ਕਿਲੇ ਤੇ ਝੰਡਾ ਚੜਾਇਆ ਸੀ। ਉਹ ਚੜਾਇਆ ਤੇ ਉਦੋਂ ਬਾਅਦ ਉੱਥੇ ਝੜਪ ਹੋ ਗਈ। ਇਹਦਾ ਖਾਸ ਪਤਾ ਨਹੀਂਗਾ ਇੰਨਾ। ਝੰਡਾ ਲਾਠੀ ਚਾਰਜ ਹੋਇਆ ਕਿਸਾਨਾਂ ਦੇ ਉੱਤੇ। ਅਸੀਂ ਪਿੱਛੇ ਰਹਿ ਗਏ ਸੀ ਤੇ ਜਿੱਦਾਂ ਸੁਣਨ ਚ ਆਇਆ ਵੀ ਨਿਹੰਗ ਸਿੰਘਾਂ ਨੇ ਆਪਣਾ ਝੰਡਾ ਚਾੜਿਆ ਜੀ ਤੇ ਉਹਦੇ ਕਰਕੇ ਪਤਾ ਨਹੀਂ ਵੀ ਮਤਲਬ ਉਹਨਾਂ ਨੂੰ ਕੀ ਪਤਾ ਨਹੀਂ ਵੈਸੇ ਹੁਣ ਕੀ ਇਹਦਾ ਨਤੀਜਾ ਪਤਾ ਨਹੀਂ ਕੀ ਹੈ ਜੀ। ਵੈਸੇ ਫਿਰ ਸਾਨੂੰ ਪਿੱਛੇ ਮੋੜ ਦਿੱਤਾ ਗਿਆ ਵੀ ਮੂਹਰੇ ਮਤਲਬ ਮਾਰਕੁੱਟ ਹੋ ਰਹੀ ਆ ਜੀ, ਮਤਲਬ ਗੋਲੀ ਗਾਲੀ ਚੱਲ ਰਹੀ ਆ। ਫਿਰ ਸਾਨੂੰ ਇੱਧਰੋਂ ਸਟੇਜ ਬੰਨੀਓ ਵੀ ਇਹੀ ਅਨਾਉਂਸਰਾਂ ਸੀ ਵੀ ਤੁਸੀਂ ਨਾ ਜਾਓ ਇੱਥੇ ਸਰੇਆਮ। ਇਹਦੇ ਕਰਕੇ ਅਸੀਂ ਫਿਰ ਵਾਪਸੀ ਆ ਗਏ। ਕੁਛ ਸਾਨੂੰ ਜਾਣਮ ਨਹੀਂ ਦਿੱਤਾ ਫੌਜ ਨੇ ਤੇ ਫਿਰ ਅਸੀਂ ਫਿਰ ਵਾਪਸ ਆ ਗਏ ਜੀ। ਠੀਕ ਹੈ ਜੀ। ਫੌਜ ਅੱਗੇ ਫੇਰ ਤੋਂ ਬੈਰੀਕੇਡਿੰਗ ਕਰਕੇ ਖੜੀ ਹੈ ਫੌਜ ਫੇਰ ਤੋਂ? ਹੁਣ ਤਾਂ ਆਈ ਥਿੰਕ ਅੱਗੇ ਕੀਤੀ ਹੋਈ ਹੈ ਬੈਰੀਕੇਡਿੰਗ ਦੁਆਰਾ ਤੋਂ, ਕਿਉਂਕਿ ਇੱਧਰਲੀ ਪਾਸੇ ਤਾਂ ਪਹਿਲਾਂ ਤਾਂ ਆਹ ਚੀਜ਼ ਸਾਰੀ ਬੈਰੀਕੇਡਿੰਗ ਕੀਤੀ ਹੋਈ ਸੀ, ਇਹਦਾ ਖੋਲ ਦਿੱਤੀ ਆ। ਅੱਗੇ ਵਾਲੀ ਬੈਰੀਕੇਡਿੰਗ ਆਈ ਥਿੰਕ ਹੋਏਗੀ, ਉਹ ਵੀ ਤੁਹਾਨੂੰ ਦਿਖਾਉਂਦੇ ਆ ਕਿ ਉੱਥੇ ਦਾ ਕੀ ਹੈ। ਤੁਸੀਂ ਕੀ ਕਹੋਗੇ? ਤੁਸੀਂ ਵੀ ਦਿੱਲੀ ਤੋਂ ਹੀ ਆ ਰਹੇ ਹੋ? ਹਾਂਜੀ ਹਾਂਜੀ, ਦਿੱਲੀ ਤੋਂ ਆ ਰਹੇ ਹਾਂ। ਜਿੱਥੇ ਪੁਲਿਸ ਹੈੱਡਕੁਆਟਰ ਉੱਥੇ ਗੋਲੀ ਵੱਜੀ ਸੀ ਮੁੰਡੇ ਨੂੰ ਜੋ ਗਾਜੀਪੁਰ ਬਾਰਡਰ ਤੋਂ ਆਇਆ ਸੀ। ਮੈਂ ਉੱਥੇ ਮੌਜੂਦ ਨਹੀਂ ਸੀ, ਅਸੀਂ ਉਹਦੀ ਡੈੱਡ ਬੋਡੀ ਵੇਖ ਕੇ ਆਏ ਸੀ। ਉਹਨੂੰ ਸਿਰ 'ਚ ਗੋਲੀ ਵੱਜੀ ਹੈ, ਉਹਦੇ ਉੱਤੇ ਤਿਰੰਗਾ ਪਾਇਆ ਹੋਇਆ ਸੀ ਤੇ ਉਹ ਜੋ ਪੁਲਿਸ ਹੈੱਡਕੁਆਟਰ ਉੱਥੇ ਅਸੀਂ ਉਹਦੀ ਬੋਡੀ ਵੇਖ ਕੇ ਆਏ ਸੀ, ਲਾਸ਼ ਜੋ। ਮਤਲਬ ਇਹ ਕਨਫਰਮ ਨਿਊਜ਼ ਹੈ ਕਿਉਂਕਿ ਇਹਨੇ ਇਹ ਆਈ ਵਿਟਨੈਸ ਹੈ, ਇਹ ਦੇਖ ਕੇ ਆਇਆ। ਮੈਂ ਉਹੀ ਕਹਿ ਰਿਹਾ ਸੀ ਕਿ ਬਹੁਤ ਤਰ੍ਹਾਂ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ। ਮੈਂ ਖੁਦ ਦੇਖ ਕੇ ਆਇਆ ਲਾਸ਼ ਉੱਥੇ ਜਾ ਕੇ, ਕਿਉਂਕਿ ਜਦੋਂ ਇੱਥੇ ਗਾਜੀਪੁਰ ਬਾਰਡਰ ਵਾਲੇ ਤਾਂ ਸਿੰਘੂ ਬਾਰਡਰ ਵਾਲੇ ਇਕੱਠੇ ਹੋਏ ਸੀ ਤੇ ਜੋ ਪੁਲਿਸ ਹੈੱਡਕੁਆਟਰ ਹੈ ਉਸ ਦੇ ਸਾਹਮਣੇ ਉਹਨੂੰ ਗੋਲੀ ਵੱਜੀ ਮੁੰਡੇ ਨੂੰ। ਪੁਲਿਸ ਹੈੱਡਕੁਆਟਰ ਦੇ ਸਾਹਮਣੇ ਉਸ ਨੂੰ ਗੋਲੀ ਵੱਜੀ ਹੈ ਤੇ ਕਿਤੇ ਨਾ ਕਿਤੇ ਬਹੁਤ ਦਰਦ ਹੁੰਦਾ, ਰੋਣ ਨਿਕਲਦਾ ਆ। ਆਪਣੇ ਹੱਕਾਂ ਵਾਸਤੇ ਕਿਸਾਨ ਆਇਆ, ਨੌਜਵਾਨ ਆਇਆ ਤੇ ਆਪਣੇ ਹੱਕਾਂ ਦੀ ਗੱਲ ਕਰਨਾ ਐਡਾ ਕਿਹੜਾ ਗੁਨਾਹ ਹੋ ਗਿਆ ਕਿ ਸਾਰੇ ਪਾਸੇ ਬੈਰੀਕੇਡਿੰਗ ਕੀਤੀ ਗਈ, ਟੀਅਰ ਗੈਸ ਸੁੱਟੀ ਗਈ, ਗੋਲੀਆਂ ਚਲਾਈਆਂ ਜਾਣ। ਜੋ ਕੁਝ ਨੈਸ਼ਨਲ ਮੀਡੀਆ ਅੱਜ ਵੀ ਕੁਝ ਗਲਤੀ ਵਿਖਾ ਰਹੇ ਨੇ ਕਿ ਇਹ ਗੋਲੀ ਨਹੀਂ ਵੱਜੀ, ਉੱਦਾਂ ਬੰਦੇ ਦੀ ਮੌਤ ਹੋ ਗਈ ਹੈ। ਮੈਂ ਇਹਨਾਂ ਕਹਿਣਾ ਚਾਹੁੰਦਾ ਵੀ ਇੰਨਾ ਨਾ ਵਿਕੋ, ਕੱਲ ਨੂੰ ਸਰਕਾਰਾਂ ਵੀ ਬਦਲਣੀਆਂ। ਮੈਂ ਹੁਣ ਥੋੜੀ ਦੇਰ ਪਹਿਲਾਂ ਉਹੀ ਕਹਿ ਰਿਹਾ ਸੀ ਕਿਉਂਕਿ ਮੇਰੇ ਤੱਕ ਵੀ ਇਹੀ ਨਿਊਜ਼ ਪਹੁੰਚੀ ਸੀ ਕਿ ਸਿਰ ਦੇ ਵਿੱਚ ਗੋਲੀ ਲੱਗੀ ਹੈ। ਖਬਰਾਂ ਦੇ ਵਿੱਚ ਦੇਖਿਆ ਉਹਦੇ ਵਿੱਚ ਕਿਹਾ ਕਿ ਐਕਸੀਡੈਂਟਲ ਡੈਥ ਹੋਈ ਹੈ, 2 ਕਿਸਾਨ ਮਰੇ ਨੇ। ਤੇ ਹੁਣ ਤੁਸੀਂ ਜੋ ਅਗਰ ਤੁਸੀਂ ਦੇਖ ਕੇ ਹੀ ਆਏ ਹੋ ਕਨਫਰਮ ਹੈ ਤਾਂ ਉੱਥੋਂ ਪਤਾ ਇੱਕ ਬੰਦੇ ਦੀ ਮੌਤ ਹੋਈ ਹੈ, ਦੂਜੀ ਜਗ੍ਹਾ ਦਾ ਪਤਾ ਨਹੀਂ ਮੈਨੂੰ ਜੀ। ਜੋ ਮੈਂ ਆਪਣੀ ਅੱਖੀ ਦੇਖ ਕੇ ਆਇਆ। ਉਹੀ ਚੀਜ਼ ਹੈ ਵੀ ਇਹਨਾਂ ਚੀਜ਼ਾਂ ਨੂੰ ਬੜੀ ਅਜੀਬੋ ਗਰੀਬ ਤਰੀਕੇ ਦੇ ਨਾਲ ਨੈਸ਼ਨਲ ਮੀਡੀਆ, ਜਿਹਨੂੰ ਅਸੀਂ ਲੋਕਤੰਤਰ ਦਾ ਚੌਥਾ ਥੰਮ ਕਹਿੰਦੇ ਨਾ, ਉਹ ਪ੍ਰੈਜ਼ੈਂਟ ਕਰਦਾ ਕਿਉਂਕਿ ਸਾਰੇ ਕਿਤੇ ਨਾ ਕਿਤੇ ਵਿਕ ਗਏ ਆ। ਜੇ ਜ਼ਮੀਰ ਇਹਨਾਂ ਦੇ ਜਾਗਦੇ ਹੁੰਦੇ ਤਾਂ ਗਰਾਊਂਡ ਜ਼ੀਰੋ ਤੋਂ ਆਹ ਦਿਖਾਉਂਦੇ ਕਿ 5000 ਟਰੈਕਟਰ ਬਣਨ ਦੀ ਇਜਾਜ਼ਤ ਦਿੱਤੀ ਸੀ। ਉਰੇ ਮੈਂ ਕਹਿ ਰਿਹਾ 5 ਲੱਖ ਤੋਂ ਵੱਧ ਟਰੈਕਟਰ ਆ ਪਿੱਛੇ ਹੀ ਖੜਾ ਹੈ ਇੱਕ ਮੋਰਚੇ ਦੇ ਉੱਤੇ। ਤੇ ਤਾਂ ਹੀ ਦਿੱਲੀ ਨੂੰ ਹੱਥਾਂ ਪੈਰਾਂ ਦੀ ਪਈ ਸੀ ਵੀ ਜੇ ਹਿੱਕ ਤੇ ਚੜ ਕੇ ਸਾਨੂੰ ਸਾਹ ਨਹੀਂ ਆਣਾ, ਸਾਡੇ ਸਾਹ ਮੁੱਕ ਜਾਣੇ ਨੇ। ਤੇ ਜਿਹੜਾ ਲਾਠੀ ਚਾਰਜ ਹੋਇਆ ਜਾਂ ਗੋਲੀਆਂ ਚੱਲੀਆਂ ਉਹਦਾ ਵੀ ਰੀਜ਼ਨ ਕਿਤੇ ਨਾ ਕਿਤੇ ਇਹੀ ਹੋਊਗਾ ਕਿ ਬੱਚਿਆਂ ਨੂੰ, ਨੌਜਵਾਨਾਂ ਨੂੰ ਥੋੜ੍ਹਾ ਜਿਹਾ ਡਰਾਇਆ ਜਾਵੇ, ਧਮਕਾਇਆ ਜਾਵੇ, ਪਿੱਛੇ ਖਦੇੜਿਆ ਜਾਵੇ। ਕਹਿਣਾ ਚਾਹੁੰਦੇ ਹਾਂ ਨਾ ਅਸੀਂ ਦਿੱਲੀ ਦੇ ਵਿੱਚ ਗਏ ਹਾਂ, ਕਿਸੇ ਚੀਜ਼ ਦਾ ਕੋਈ ਨੁਕਸਾਨ ਨਹੀਂ ਕੀਤਾ। ਜੋ ਬੈਰੀਕੇਡਿੰਗ ਕੀਤੀ ਗਈ ਉਹਨੂੰ ਜ਼ਰੂਰ ਤੋੜਿਆ ਗਿਆ। ਦਿੱਲੀ ਦੇ ਵਿੱਚ ਕੋਈ ਕਿਸੇ ਦੀ ਦੁਕਾਨ, ਸ਼ੀਸ਼ਾ, ਗੱਡੀ, ਬਿਲਕੁਲ ਦਿੱਲੀ ਦੇ ਲੋਕ ਸਵਾਗਤ ਕਰ ਰਹੇ ਸੀ ਅੱਜ ਐਡਾ ਵਧੀਆ। ਬਿਲਕੁਲ ਜੀ, ਬਿਲਕੁਲ ਦਿੱਲੀ ਦੇ ਲੋਕ ਕਰਨਗੇ ਜੀ ਸਵਾਗਤ, ਕਿਉਂਕਿ ਉਹਨਾਂ ਨੇ ਵੀ ਅਨਾਜ ਅੰਨਦਾਤਾ ਦਾ ਹੀ ਉਗਾਇਆ ਹੋਇਆ ਖਾਣਾ ਆ। ਜ਼ਮੀਰਾਂ ਉਹਨਾਂ ਦੀਆਂ ਵੀ ਜਾਗਦੀਆਂ ਨੇ, ਬੇਸ਼ੱਕ ਜ਼ਮੀਨਾਂ ਉਹਨਾਂ ਕੋਲ ਨਾ ਹੋਣ, ਪਰ ਇਸ ਗੰਦੀ ਸਰਕਾਰ ਤੋਂ, ਇਸ ਗੰਦੀ ਸਿਆਸਤ ਤੋਂ ਹਰ ਕੋਈ ਤੰਗ ਹੈ। ਹਰ ਕੋਈ ਚਾਹੁੰਦਾ ਹੈ ਕਿ ਇਹ ਗੰਦੀ ਸਰਕਾਰ ਬਦਲ ਦਿੱਤੀ ਜਾਵੇ, ਇਹ ਗੰਦੀ ਸਿਆਸਤ ਬਦਲੇ, ਇਹ ਕਾਨੂੰਨ ਰੱਦ ਹੋਣ ਤੇ ਆ ਜੋ ਲੱਖਾਂ ਦੀ ਤਾਦਾਦ ਵਿੱਚ ਦਿੱਲੀ ਦੀਆਂ ਬਰੂਹਾਂ ਤੇ ਸੰਗਤ ਆ ਕੇ ਬੈਠੀ ਹੈ। ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਮੈਂ ਕਹੂੰਗਾ ਹੁਣ ਤਾਂ ਦਿੱਲੀ ਦੀਆਂ ਬਰੂਹਾਂ ਤੇ ਪਹੁੰਚਣ ਲਈ ਤਿਆਰ ਖੜਿਆ ਆ। ਪੰਜਾਬ, ਹਰਿਆਣਾ, ਹਿਮਾਚਲ, ਯੂਪੀ, ਐਮਪੀ, ਰਾਜਸਥਾਨ ਤਾਂ ਪਹੁੰਚ ਗਿਆ ਆ। ਕੇਰਲਾ, ਕਰਨਾਟਕਾ ਤੋਂ ਵੀ ਲੋਕ ਪਹੁੰਚ ਰਹੇ ਨੇ, ਤੁਰ ਪਏ ਨੇ।
ਇਸ ਲਈ ਹੁਣ ਗਵਰਨਮੈਂਟ ਨੂੰ ਹੱਥਾਂ ਪੈਰਾਂ ਦੀ ਪਈ ਹੈ। ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ? ਠੀਕ ਹੈ ਜੀ, ਚਲੋ ਹੋਰ ਅੱਗੇ ਦੀਆਂ ਅਪਡੇਟਸ ਤੁਹਾਡੇ ਨਾਲ ਸਾਂਝੀਆਂ ਜ਼ਰੂਰ ਕਰਾਂਗੇ। ਤੇ ਮੈਂ ਆਹ ਨਜ਼ਾਰਾ ਦਿਖਾਉਣਾ ਸੀ ਕਿ ਕਦੀ ਇਹ ਪੁਲਿਸ ਛਾਉਣੀ ਸੀ, ਅੱਜ ਛਾਉਣੀ ਖੋਲ੍ਹ ਦਿੱਤੀ ਆ। ਪਿੱਛੇ ਪੁਲਿਸ ਥਾਣਾ ਆ ਸਿੰਘੂ ਬਾਰਡਰ ਦਾ, ਉਹ ਤੁਸੀਂ ਨਜ਼ਾਰਾ ਦੇਖ ਰਹੇ ਹੋ। ਤੇ ਟਰਾਲੀਆਂ ਟਰੈਕਟਰ ਅਜੇ ਵੀ ਦਿੱਲੀ ਤੋਂ ਵਾਪਸ ਆਈ ਜਾ ਰਹੇ ਨੇ। ਤੇ ਅੱਗੇ ਤੱਕ ਜਾ ਕੇ ਦੇਖ ਕੇ ਆਉਂਦੇ ਹਾਂ ਸਟੇਜ ਤੱਕ ਕਿੰਨਾ ਕੀ ਲੰਬਾ ਜਾਮ ਹੈ। ਅੱਜ ਰੋਲੀ ਰੱਖੀ ਸਟੇਜ ਤੱਕ, ਰੋਲੀ ਰੱਖਦੇ ਹਾਂ ਜੀ ਸਟੇਜ ਤੱਕ, ਦਿਖਾਉਂਦੇ ਹਾਂ ਤੁਹਾਨੂੰ ਕਿੰਨਾ ਕੀ ਲੰਬਾ ਜਾਮ ਹੈ ਤੇ ਕਿੱਦਾਂ ਸੰਗਤ ਜੋਸ਼ ਦੇ ਵਿੱਚ ਹੈ। ਨੌਜਵਾਨੀ ਜੋਸ਼ ਦੇ ਵਿੱਚ ਹੈ, ਕਿਉਂਕਿ ਨੌਜਵਾਨ ਇਹ ਜ਼ਰੂਰ ਸਮਝਦਾ ਆ, ਇਹ ਜ਼ਰੂਰ ਜਾਣਦਾ ਆ ਵੀ ਉਹਨਾਂ ਦੀ ਹੁਣ ਹੋਂਦ ਦੀ ਲੜਾਈ ਹੈ ਤੇ ਉਹਨਾਂ ਦੀ ਹੋਂਦ ਦੀ ਲੜਾਈ ਐਵੇਂ ਹੀ ਨਹੀਂ ਜਿੱਤੀ ਜਾਣੀ। ਇਹਨਾਂ ਗੰਦੀਆਂ ਸਰਕਾਰਾਂ ਨੇ ਸਾਮ ਦਾਮ ਦੰਡ ਭੇਦ ਹਰ ਚੀਜ਼ ਅਪਣਾਣੀ ਹੈ ਇਸ ਮੋਰਚੇ ਨੂੰ ਖ਼ਤਮ ਕਰਨ ਵਾਸਤੇ, ਇਹਨਾਂ ਦੇ ਹੌਸਲੇ ਪਸਤ ਕਰਨ ਵਾਸਤੇ। ਪਰ ਇਹ ਹੁਣ ਮਸਤ ਨੇ, ਮੌਲੇ ਨੇ, ਇਹਨਾਂ ਦੇ ਹੌਸਲੇ ਕਦੇ ਨਹੀਂ ਪਸਤ ਹੋ ਸਕਦੇ। ਦੇਖ ਸਕਦੇ ਹੋ ਤੁਸੀਂ ਕੇਸਰੀ ਨਿਸ਼ਾਨ ਸਾਹਿਬ ਵੀ ਜਿੱਥੇ ਝੂਲਦੇ ਪਏ ਨੇ ਉੱਤੇ, ਉੱਥੇ ਹੀ ਤਿਰੰਗਾ ਵੀ ਲੱਗਿਆ ਆ। ਸਤਿਕਾਰ ਹਰ ਚੀਜ਼ ਦਾ ਕੀਤਾ ਜਾਂਦਾ ਆ, ਪਰ ਕਿਉਂ ਇਹ ਗੰਦੀਆਂ ਸਰਕਾਰਾਂ ਸਤਿਕਾਰ ਨਹੀਂ ਕਰ ਰਹੀਆਂ, ਨਹੀਂ ਦੇ ਰਹੀਆਂ ਸਾਡੇ ਕਿਸਾਨ ਨੂੰ? ਕਿਉਂ ਇਹ ਸਰਕਾਰਾਂ ਸਾਡੀ ਕਿਸਾਨੀ ਨੂੰ ਬਣਦਾ ਮਾਨ ਸਨਮਾਨ ਨਹੀਂ ਦੇ ਰਹੀਆਂ? ਕਿਉਂ ਇਹ ਗੰਦੀਆਂ ਸਰਕਾਰਾਂ ਸਾਡੇ ਕਿਸਾਨਾਂ ਨੂੰ, ਉਹਨਾਂ ਦੀਆਂ ਜ਼ਮੀਨਾਂ ਨੂੰ ਵੇਚਣ ਤੇ ਤੁਲੀ ਹੋਈ ਹੈ? ਆ ਤੁਸੀਂ ਦੇਖ ਸਕਦੇ ਹੋ ਸਿੰਘੂ ਦੀ ਸਟੇਜ ਆ ਗਈ ਹੈ। ਇੱਧਰ ਸਿੰਘੂ ਦੀ ਸਟੇਜ ਆ ਗਈ ਹੈ, ਮੇਨ ਮੰਚ ਦੇ ਸਾਹਮਣੇ ਅਸੀਂ ਆ ਗਏ ਹਾਂ ਤੇ ਟਰਾਲੀਆਂ ਦੇਖ ਸਕਦੇ ਹੋ, ਮੋਦੀ ਜਿੱਥੇ ਪੁੱਠਾ ਲਟਕਾਇਆ ਆ, ਹਰ ਚੀਜ਼ ਦਾ ਨਜ਼ਾਰਾ ਤੁਸੀਂ ਦੇਖ ਸਕਦੇ ਹੋ। ਗੱਡੀਆਂ ਆ ਰਹੀਆਂ ਨੇ ਦਿੱਲੀ ਤੋਂ, ਟਰਾਲੀਆਂ ਆ ਰਹੀਆਂ ਨੇ ਦਿੱਲੀ ਤੋਂ। ਚਲੋ ਇਹੀ ਨਜ਼ਾਰਾ ਤੁਹਾਨੂੰ ਵਿਖਾਉਣਾ ਸੀ। ਤੁਸੀਂ ਕੁਝ ਕਹਿਣਾ ਚਾਹੋਗੇ ਵਿਸ਼ਾਲ ਜੀ? ਇਹ ਨਜ਼ਾਰਾ ਦੇਖ ਕੇ ਦਿੱਲੀ ਫਤਿਹ करके आ रही है साड़ी नौजवानी, बहुत खुशी मिल रही है। और तो अब सवेरे से बोल बोल के भाई बैटरी लो हो गई, कम हो गए, बैटरी लो हो गई हुई है। भाई है कि खुशी मिल रही है कि बहुत ज़्यादा कि जो है एक जो शक्ति का प्रदर्शन किया है ना, जो पंजाब ने अपनी शक्ति दिखाई है, अपनी एक पावर दिखा दिया सरकार को। अभी तो मैं कहता हूँ कि 40 किलोमीटर पीछे तक ट्रालियाँ लगी हुई है और ट्रैक्टर ही ट्रैक्टर है। सरकार 2 फरवरी के लिए जरूर सोचेगी, 1 फरवरी के लिए, कि अब उसे क्या कदम लेना चाहिए। क्योंकि सरकार सोच रही थी, शायद इन्होंने 2 लाख ट्राली बोली है, 2 नहीं मैं बोलता हूँ 4 से 4.5 लाख ट्रालियाँ आई हुई है इस वक्त गाड़ियाँ मिलाकर। तो बहुत बढ़िया और बहुत आंदोलन जो है गुरु साहब की कृपा है कि आंदोलन बड़ा होता जा रहा है। और ये 2 तारीख को मैं बोल देता हूँ, 1 तारीख को सरकार फैसला करेगी। आज जो इन लोगों ने कारनामा जो पंजाब ने करके दिखा दिया है और बाकी सब ने भी बिल्कुल, क्योंकि नहीं तो 1 तरीक ਨੂੰ ਉਹਨਾਂ ਨੇ ਕਹਿਤਾ ਵੀ ਅਸੀਂ ਸੰਸਦ ਦਾ ਘਿਰਾਓ ਕਰਨਾ, ਇੱਥੋਂ ਚਾਲੇ ਪਾਣੇ ਨੇ, ਤਾਂ ਫਿਰ ਇਹ ਹੜ ਉਦੋਂ ਵੀ ਨਹੀਂ ਰੁਕਣਾ ਤੁਹਾਡੇ ਤੋਂ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।